ਦਾਨੀਏਲ ਦੀ ਪੋਥੀ ਅਧਿਆਇ 1। ਯਹੂਦਾ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ ਤੀਜੇ ਵਰ੍ਹੇ ਵਿੱਚ ਬਾਬਲ ਦੇ ਰਾਜਾ ਨਬੂਕਦਨਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰਕੇ ਉਹਦੇ ਆਲੇ ਦੁਆਲੇ ਘੇਰਾ ਪਾਇਆ। ਪ੍ਰਭੂ ਨੇ ਯਹੂਦਾ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹਦੇ ਹੱਥ ਵਿੱਚ ਕਰ ਦਿੱਤਾ ਅਤੇ ਉਹ ਉਹਨਾਂ ਸ਼ਿਨਾਰ ਦੀ ਧਰਤੀ ਵਿੱਚ ਆਪਣੇ ਦਿਉਤੇ ਦੇ ਘਰ ਵਿੱਚ ਲੈ ਗਿਆ ਅਤੇ ਉਹ ਭਾਂਡਿਆਂ ਨੂੰ ਆਪਣੇ ਦਿਉਤੇ ਦੇ ਭੰਡਾਰ ਵਿੱਚ ਲਿਆਇਆ। ਰਾਜੇ ਨੇ ਖੁਸਰਿਆਂ ਦੇ ਸਰਦਾਰ ਅਸਪੰਜ ਨੂੰ ਹੁਕਮ ਕੀਤਾ ਕਿ ਉਹ ਇਸਰਾਏਲੀਆਂ ਵਿੱਚੋਂ ਅਤੇ ਰਾਜੇ ਦੀ ਅੰਸ਼ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਲਿਆ ਕੇ ਪੇਸ਼ ਕਰੇ। ਉਹ ਨਿਰਮਲ, ਜਵਾਨ, ਸਗੋਂ ਰੂਪਵੰਤ ਅਤੇ ਸਾਰੀ ਮੱਤ ਵਿੱਚ ਹੁਸ਼ਿਆਰ ਤੇ ਗਿਆਨਵੰਤ ਤੇ ਵਿਦਿਆਵਾਨ ਹੋਣ, ਜਿਨ੍ਹਾਂ ਦੇ ਵਿੱਚ ਇਹ ਸ਼ਕਤੀ ਹੋਵੇ ਭਾਈ ਪਾਤਸ਼ਾਹੀ ਮਹਿਲ ਵਿੱਚ ਖੜੇ ਰਹਿ ਸਕਣ ਅਤੇ ਉਹ ਉਹਨਾਂ ਨੂੰ ਕਸਦਿਆਂ ਦੀ ਵਿਦਿਆ ਅਤੇ ਉਹਨਾਂ ਦੀ ਬੋਲੀ ਸਿਖਾਏ। ਤੇ ਰਾਜੇ ਨੇ ਉਹਨਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਨਿੱਤ ਦਿਹਾੜੇ ਦਾ ਹਿੱਸਾ ਠਹਿਰਾਇਆ ਕਿ 3 ਵਰ੍ਹਿਆਂ ਤੀਕਰ ਉਹ ਪਾਲੇ ਜਾਣ, ਤਾਂ ਜੋ ਓੜਕ ਨੂੰ ਉਹਦੇ ਰਾਜਾ ਦੀ ਦਰਗਾਹੇ ਖੜੇ ਹੋਣ। ਅਤੇ ਉਹਨਾਂ ਵਿੱਚ ਯਹੂਦਾ ਦੇ ਵੰਸ਼ ਵਿੱਚੋਂ ਦਾਨੀਏਲ, ਹਨਨਿਯਾਹ, ਮਿਸ਼ਾਏਲ ਅਤੇ ਅਜ਼ਰਿਯਾ ਸਨ। ਅਤੇ ਖੁਸਰਿਆਂ ਦੇ ਸਰਦਾਰ ਨੇ ਉਹਨਾਂ ਦੇ ਨਾਉਂ ਰੱਖੇ। ਉਹਨੇ ਦਾਨੀਏਲ ਨੂੰ ਬੇਲਤਸ਼ੱਸਰ ਅਤੇ ਹਨਨਿਯਾਹ ਨੂੰ ਸ਼ਦਰਕ ਅਤੇ ਮਿਸ਼ਾਏਲ ਨੂੰ ਮੇਸ਼ਕ ਅਤੇ ਅਜ਼ਰਿਯਾ ਨੂੰ ਅਬੇਦ-ਨਗੋ ਆਖਿਆ। ਪਰ ਦਾਨੀਏਲ ਨੇ ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ ਭਾਈ ਆਪਣੇ ਤਾਈ ਰਾਜੇ ਦੇ ਸੁਆਦਲੇ ਭੋਜਨ ਨਾਲ ਅਤੇ ਉਹਦੀ ਸ਼ਰਾਬ ਨਾਲ ਜਿਹੜੀ ਉਹ ਪੀਂਦਾ ਸੀ ਨਾਪਾਕ ਕਰੇ। ਇਸ ਕਰਕੇ ਉਸਨੇ ਖੁਸਰਿਆਂ ਦੇ ਸਰਦਾਰ ਦੇ ਅੱਗੇ ਬੇਨਤੀ ਕੀਤੀ ਭਾਈ ਉਹ ਆਪ ਨੂੰ ਨਾਪਾਕ ਕਰਨ ਤੋਂ ਮੁਆਫ਼ ਕੀਤਾ ਜਾਵੇ। ਅਤੇ ਪਰਮੇਸ਼ਰ ਨੇ ਅਜਿਹਾ ਕੀਤਾ ਕਿ ਖੁਸਰਿਆਂ ਦੇ ਸਰਦਾਰ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਏਲ ਉੱਤੇ ਰਹੀ। ਖੁਸਰਿਆਂ ਦੇ ਸਰਦਾਰ ਨੇ ਦਾਨੀਏਲ ਨੂੰ ਆਖਿਆ, ਭਾਈ ਮੈਂ ਆਪਣੇ ਸੁਆਮੀ ਮਹਾਰਾਜੇ ਤੋਂ ਜੇ ਤੁਹਾਡੇ ਖਾਣੇ ਪੀਣੇ ਨੂੰ ਠਹਿਰਾਇਆ ਹੈ, ਡਰਦਾ ਹਾਂ ਤੁਹਾਡੇ ਮੂੰਹ ਉਹਦੀ ਨਿਗਾਹ ਵਿੱਚ ਤੁਹਾਡੇ ਹਾਨੀਆਂ ਦੇ ਮੂੰਹਾਂ ਨਾਲੋਂ ਕਾਂ ਨੂੰ ਮਾੜੇ ਦਿਸਣ ਅਤੇ ਇਹੋ ਤੁਸੀਂ ਮੇਰਾ ਸਿਰ ਰਾਜੇ ਦੇ ਦਰਬਾਰ ਖਤਰੇ ਵਿੱਚ ਪਾਓ। ਜਦ ਦਾਨੀਏਲ ਨੇ ਦਰੋਗੇ ਨੂੰ ਖੁਸਰਿਆਂ ਦੇ ਸਰਦਾਰ ਨੇ ਦਾਨੀਏਲ, ਹਨਨਿਯਾਹ, ਮਿਸ਼ਾਏਲ ਤੋਂ ਅਜ਼ਰਿਯਾ ਤੇ ਥਾਪਿਆ ਸੀ ਆਖਿਆ, ਭਾਈ ਤੂੰ 10 ਦਿਨ ਤੀਕਰ ਆਪਣੇ ਬੰਦਿਆਂ ਨੂੰ ਪਰਖ ਕੇ ਵੇਖਣਾ ਅਤੇ ਖਾਣ ਲਈ ਦਾਲ ਤੇ ਪੀਣ ਲਈ ਪਾਣੀ ਸਾਨੂੰ ਦਿਵਾਉਣਾ। ਤਦ ਸਾਡੇ ਮੂੰਹ ਅਤੇ ਉਹਨਾਂ ਜਵਾਨਾਂ ਦੇ ਮੂੰਹ ਜਿਹੜੇ ਰਾਜਾ ਦੇ ਸੁਆਦਲੇ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣਗੇ। ਫਿਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇ ਕਰੀ। ਸੋ ਉਸ ਨੇ ਉਹਨਾਂ ਦੀ ਇਹ ਗੱਲ ਮੰਨੀ ਅਤੇ 10 ਦਿਨ ਤੀਕਰ ਉਹਨਾਂ ਨੂੰ ਪਰਖਿਆ ਅਤੇ 10 ਦਿਨਾਂ ਦੇ ਰਾਜੇ ਦੇ ਸੁਆਦਲਾ ਭੋਜਨ ਖਾਂਦੇ ਸਨ। ਉਹਨਾਂ ਦੇ ਮੂੰਹ ਵਧੀਕ ਸੁੰਦਰ ਅਤੇ ਸਰੀਰ ਮੋਟੇ ਦਿਸਦੇ ਹਨ। ਤਦ ਦਰੋਗੇ ਨੇ ਉਹਨਾਂ ਨੂੰ ਸੁਆਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਹਨਾਂ ਦੇ ਪੀਣ ਲਈ ਥਾਪੀ ਹੋਈ ਸੀ ਬੰਦ ਕਰ ਦਿੱਤੀ ਅਤੇ ਉਹਨਾਂ ਨੂੰ ਦਾਲ ਦੇ ਦਿੱਤੀ। ਹੁਣ ਹਰੇ ਉਹ 4 ਜਵਾਨ ਪਰਮੇਸ਼ਰ ਨੇ ਉਹਨਾਂ ਗਿਆਨ ਤੇ ਸਾਰੀ ਵਿਦਿਆ ਤੇ ਮੱਤ ਵਿੱਚ ਬੁੱਧੀ ਦਿੱਤੀ ਅਤੇ ਦਾਨੀਏਲ ਵਿੱਚ ਹਰ ਤਰ੍ਹਾਂ ਦੀਆਂ ਦਰਸ਼ਨਾਂ ਤੇ ਸੁਪਨਿਆਂ ਦੀ ਸਮਝ ਸੀ। ਪਰ ਜਦ ਉਹ ਦਿਨ ਹੋ ਚੁੱਕੇ ਜਿਨ੍ਹਾਂ ਦੇ ਮਗਰੋਂ ਰਾਜੇ ਦੇ ਹੁਕਮ ਅਨੁਸਾਰ ਉਹਨਾਂ ਨੇ ਉਹਦੇ ਸਾਹਮਣੇ ਆਉਣਾ ਸੀ, ਖੁਸਰਿਆਂ ਦਾ ਸਰਦਾਰ ਉਹਨਾਂ ਨੂੰ ਨਬੂਕਦਨਸਰ ਦੇ ਦਰਬਾਰ ਲਿਆਇਆ ਅਤੇ ਰਾਜੇ ਨੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਵਿੱਚੋਂ ਦਾਨੀਏਲ, ਹਨਨਿਯਾਹ, ਮਿਸ਼ਾਏਲ ਤੇ ਅਜ਼ਰਿਯਾ ਵਾਂਗੂ ਨਾ ਸੀ। ਇਸ ਲਈ ਉਹ ਰਾਜੇ ਦੇ ਦਰਬਾਰ ਖੜੇ ਰਹਿਣ ਤੇ ਬੁੱਧ ਤੋਂ ਨਿਸ਼ਨਾਸ ਹੋਏ। ਹਰ ਇੱਕ ਗੱਲ ਵਿੱਚ ਜਿਹਦੇ ਵਿਖੇ ਰਾਜਾ ਨੇ ਉਹਨਾਂ ਕੋਲੋਂ ਸਵਾਲ ਕੀਤਾ। ਉਸਨੇ ਉਹਨਾਂ ਨੂੰ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹਦੇ ਸਾਰੇ ਦੇਸ਼ ਵਿੱਚ ਸਨ 10 ਗੁਣਾ ਅੱਛਾ ਪਾਇਆ। ਅਤੇ ਦਾਨੀਏਲ ਖੋਸਾ ਰਾਜਾ ਦੇ ਪਹਿਲੇ ਵਰ੍ਹੇ ਤੀਕਰ ਰਿਹਾ। ਦਾਨੀਏਲ ਦੀ ਪੋਥੀ ਅਧਿਆਇ 2। ਨਬੂਕਦਨਸਰ ਨੇ ਆਪਣੇ ਰਾਜ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਪਨੇ ਵੇਖੇ ਜਿਨ੍ਹਾਂ ਤੋਂ ਉਹਦੀ ਜਾਨ ਘਬਰਾ ਗਈ ਅਤੇ ਉਹਦੀ ਨੀਂਦ ਜਾਂਦੀ ਰਹੀ। ਤਦ ਰਾਜੇ ਨੇ ਹੁਕਮ
ਹੁਕਮ ਦਿੱਤਾ ਕਿ ਜਾਦੂਗਰ ਜੋਤਸ਼ੀਆਂ ਮੰਤਰੀਆਂ ਤੇ ਕਸਦੀਆਂ ਨੂੰ ਸੱਦੋ। ਭਾਈ ਉਹ ਰਾਜੇ ਦਾ ਸੁਪਨਾ ਉਹਨੂੰ ਦੱਸਣ। ਸੋ ਉਹ ਆਏ ਅਤੇ ਰਾਜੇ ਦੇ ਦਰਬਾਰ ਖੜੇ ਹੋਏ ਤਾਂ ਰਾਜੇ ਨੇ ਉਹਨਾਂ ਨੂੰ ਆਖਿਆ ਕਿ ਮੈਂ ਇੱਕ ਸੁਪਨਾ ਵੇਖਿਆ ਹੈ, ਪਰ ਮੇਰੀ ਆਤਮਾ ਉਸ ਸੁਪਨੇ ਨੂੰ ਸਮਝਣ ਦੇ ਲਈ ਘਬਰਾਇਆ ਹੋਇਆ ਹੈ। ਅੱਗੋਂ ਕਸਦੀਆਂ ਨੇ ਰਾਜੇ ਦੇ ਦਰਬਾਰ ਆਰਾਮੀ ਬੋਲੀ ਵਿੱਚ ਅਰਦਾਸ ਕੀਤੀ, ਭਾਈ ਹੇ ਮਹਾਰਾਜ, ਸਦਾ ਤਾਈਂ ਜਿਉਂਦੇ ਰਹੋ, ਆਪਣੇ ਬੰਦਿਆਂ ਨੂੰ ਸੁਪਨਾ ਸੁਣਾਓ ਅਤੇ ਅਸੀਂ ਉਹਦਾ ਅਰਥ ਦੱਸਾਂਗੇ। ਰਾਜੇ ਨੇ ਕਸਦੀਆਂ ਨੂੰ ਉੱਤਰ ਦਿੱਤਾ, ਕੀ ਗੱਲ ਮੇਰੇ ਚਿੱਤ ਵਿੱਚੋਂ ਜਾਂਦੀ ਰਹੀ ਹੈ? ਜੇ ਤੁਸੀਂ ਸੁਪਨਾ ਨਾ ਦੱਸੋ ਅਤੇ ਉਹਦਾ ਅਰਥ ਨਾ ਸੁਣਾਓ ਤਾਂ ਤੁਸੀਂ ਟੁਕੜੇ ਟੁਕੜੇ ਕੀਤੇ ਜਾਓਗੇ ਅਤੇ ਤੁਹਾਡੇ ਘਰ ਕੂੜੇ ਦੀਆਂ ਢੇਰੀਆਂ ਬਣਨਗੇ। ਪਰ ਜੇ ਸੁਪਨਾ ਉਹਦਾ ਅਰਥ ਦੱਸੋ ਤਾਂ ਮੇਰੇ ਕੋਲੋਂ ਧਾਤਾਂ ਦੇ ਇਨਾਮ ਬਹੁਤ ਆਦਰ ਪਾਓਗੇ। ਸੋ ਸੁਪਨਾ ਔਰ ਉਹਦਾ ਅਰਥ ਮੈਨੂੰ ਦੱਸੇ। ਉਹਨਾਂ ਨੇ ਫੇਰ ਦੂਜੀ ਵਾਰੀ ਅਰਦਾਸ ਕਰਕੇ ਆਖਿਆ, ਮਹਾਰਾਜਾ ਆਪਣੇ ਬੰਦਿਆਂ ਨੂੰ ਸੁਪਨਾ ਸੁਣਾਵੇ ਤਾਂ ਅਸੀਂ ਉਹਦਾ ਅਰਥ ਦੱਸਾਂਗੇ। ਰਾਜੇ ਨੇ ਉੱਤਰ ਦਿੱਤਾ ਕਿ ਮੈਂ ਨਿਸੰਗ ਜਾਣਦਾ ਹਾਂ ਕਿ ਤੁਸੀਂ ਟਾਲਣਾ ਚਾਹੁੰਦੇ ਹੋ, ਕਿਉਂ ਜੋ ਤੁਸੀਂ ਜਾਣਦੇ ਹੋ ਭਾਈ ਗੱਲ ਮੇਰੇ ਚਿੱਤੋਂ ਜਾਂਦੀ ਰਹੀ ਹੈ। ਪਰ ਜੇ ਤੁਸੀਂ ਮੈਨੂੰ ਸੁਪਨਾ ਨਾ ਦੱਸੋਗੇ ਤਾਂ ਤੁਹਾਡੇ ਲਈ ਇੱਕੋ ਹੀ ਹੁਕਮ ਹੈ, ਕਿਉਂ ਜੋ ਤੁਸੀਂ ਝੂਠ ਦੇ ਵਿਗੜਦੀਆਂ ਗੱਲਾਂ ਬਣਾਈਆਂ ਤਾਂ ਜੋ ਮੇਰੇ ਅੱਗੇ ਸੁਣਾਓ ਕਿ ਵਕਤ ਟਲ ਜਾਵੇਗਾ। ਸੋ ਸੁਪਨਾ ਸੁਣਾਓ ਤਾਂ ਮੈਂ ਜਾਣ ਲਵਾਂਗਾ। ਭਾਈ ਤੁਸੀਂ ਉਹਦਾ ਅਰਥ ਵੀ ਦੱਸ ਸਕਦੇ ਹੋ। ਕਸਦੀਆਂ ਨੇ ਰਾਜੇ ਦੇ ਦਰਬਾਰ ਉੱਤਰ ਦਿੱਤਾ ਕਿ ਧਰਤੀ ਉੱਤੇ ਕੋਈ ਮਨੁੱਖ ਨਹੀਂ ਜਿਹੜਾ ਰਾਜੇ ਦੀ ਗੱਲ ਦੱਸ ਸਕੇ। ਨਾ ਕੋਈ ਰਾਜਾ ਜਾਂ ਸਰਦਾਰ ਜਾਂ ਹਾਕਮ ਅਜਿਹਾ ਹੋਇਆ ਹੈ ਜੇ ਨੇ ਕਿਸੇ ਜਾਦੂਗਰ ਜਾਂ ਜੋਤਸ਼ੀ ਜਾਂ ਕਸਦੀ ਕੋਲੋਂ ਅਜਿਹੀ ਗੱਲ ਪੁੱਛੀ ਹੋਵੇ। ਜਿਹੜੀ ਗੱਲ ਰਾਜਾ ਪੁੱਛਦਾ ਹੈ ਬਹੁਤ ਅਨੋਖੀ ਹੈ ਅਤੇ ਦਿਉਤਿਆਂ ਬਿਨਾਂ ਦੇਹਦਾਰੀਆਂ ਨਾਲ ਨਹੀਂ ਵਸਦੇ। ਕੋਈ ਰਾਜੇ ਦੇ ਦਰਬਾਰ ਉਹਨੂੰ ਦੱਸ ਨਹੀਂ ਸਕਦਾ। ਇਸ ਕਾਰਨ ਰਾਜਾ ਕ੍ਰੋਧਵਾਨ ਹੋ ਕੇ ਅਤਿ ਗਰਮ ਹੋਇਆ ਅਤੇ ਉਹਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਗਿਆਨੀਆਂ ਨੂੰ ਨਾਸ਼ ਕਰੋ। ਸੋ ਹੁਕਮ ਨਿਕਲਿਆ ਅਤੇ ਗਿਆਨੀਆਂ ਨੇ ਮਾਰ ਜਾਣਾ ਸੀ ਤੇ ਉਹਨਾਂ ਨੇ ਦਾਨੀਏਲ ਤੇ ਉਸਦੇ ਸਾਥੀਆਂ ਨੂੰ ਮਾਰਨ ਲਈ ਜਾਣ ਲਈ ਢੂੰਡਿਆ। ਤਦ ਦਾਨੀਏਲ ਦੇ ਜਿਲਾਦਾਂ ਦੇ ਸਰਦਾਰ ਅਰਿਯੋਕ ਨੂੰ, ਜਿਹੜਾ ਬਾਬਲ ਦੇ ਗਿਆਨੀਆਂ ਨੂੰ ਮਾਰ ਸੁੱਟਣ ਲਈ ਨਿਕਲਿਆ ਸੀ, ਮੱਤ ਦੇ ਬੁੱਧ ਨਾਲ ਬੋਲਿਆ। ਉਹਨੇ ਰਾਜੇ ਦੇ ਜਿਲਾਦਾਂ ਦੇ ਸਰਦਾਰ ਅਰਿਯੋਕ ਤੋਂ ਪੁੱਛਿਆ ਕਿ ਰਾਜੇ ਦੇ ਹੁਕਮ ਵਿੱਚ ਇੰਨੀ ਕਾਹਲੀ ਕਾਹਨੂੰ ਹੁੰਦੀ ਹੈ। ਤਦ ਅਰਿਯੋਕ ਨੇ ਦਾਨੀਏਲ ਨੂੰ ਉਹ ਗੱਲ ਸੁਣਾਈ ਅਤੇ ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਅਰਦਾਸ ਕੀਤੀ, ਭਾਈ ਮੈਨੂੰ ਵਕਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ। ਤਦ ਦਾਨੀਏਲ ਨੇ ਘਰ ਜਾ ਕੇ ਹਨਨਿਆ, ਮਿਸ਼ਾਇਲ ਤੇ ਅਜ਼ਰਿਆ ਆਪਣੇ ਸਾਥੀਆਂ ਨੂੰ ਪਤਾ ਦਿੱਤਾ ਤਾਂ ਜੋ ਉਹ ਇਸ ਭੇਤ ਦੇ ਵਿਖੇ ਆਕਾਸ਼ ਤੇ ਪਰਮੇਸ਼ਰ ਤੋਂ ਦਇਆ ਮੰਗਣ ਕਿ ਦਾਨੀਏਲ ਤੇ ਉਹਦੇ ਸਾਥੀ ਬਾਬਲ ਦੇ ਦੂਜੇ ਗਿਆਨੀਆਂ ਦੇ ਨਾਲ ਨਾਸ ਨਾ ਹੋਣ। ਪਰ ਰਾਤ ਨੂੰ ਦਰਸ਼ਨ ਦੇ ਵਿੱਚ ਦਾਨੀਏਲ ਉੱਤੇ ਉਹ ਭੇਤ ਖੁੱਲ ਗਿਆ ਤੇ ਦਾਨੀਏਲ ਨੇ ਆਕਾਸ਼ ਦੇ ਪਰਮੇਸ਼ਰ ਦਾ ਧੰਨਵਾਦ ਕੀਤਾ। ਦਾਨੀਏਲ ਨੇ ਉੱਤਰ ਦੇ ਕੇ ਆਖਿਆ, ਪਰਮੇਸ਼ਰ ਦਾ ਨਾਮ ਸਦਾ ਤਾਈਂ ਮੁਬਾਰਕ ਹੋਵੇ, ਕਿਉਂ ਜੋ ਬੁੱਧ ਤੇ ਸ਼ਕਤੀ ਉਸਦੀ ਹੈ। ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਸਥਾਪਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਗਿਆਨੀਆਂ ਨੂੰ ਗਿਆਨ ਦਿੰਦਾ ਹੈ, ਉਹੀ ਡੂੰਘੀਆਂ ਤੇ ਛਿਪੀਆਂ ਹੋਈਆਂ ਗੱਲਾਂ ਨੂੰ ਪ੍ਰਗਟ ਕਰਦਾ ਹੈ ਅਤੇ ਜੋ ਕੁਝ ਹਨੇਰੇ ਵਿੱਚ ਹੈ ਉਹ ਜਾਣਦਾ ਹੈ ਅਤੇ ਚਾਨਣ ਉਸੇ ਦੇ ਨਾਲ ਵਸਦਾ ਹੈ। ਮੈਂ ਤੇਰਾ ਸ਼ੁਕਰ ਤੇ ਉਸਤਤ ਕਰਦਾ ਹਾਂ, ਹੇ ਮੇਰੇ ਪਿਓ ਦਾਦਿਆਂ ਦੇ ਪਰਮੇਸ਼ਰ, ਜਿਹਨੇ ਮੈਨੂੰ ਬੁੱਧ ਤੇ ਸ਼ਕਤੀ ਦਿੱਤੀ ਅਤੇ ਜੋ ਕੁਝ ਅਸਾਂ ਤੇਥੋਂ ਮੰਗਿਆ ਤੈਂ ਮੇਰੇ ਉੱਤੇ ਪ੍ਰਗਟ ਕੀਤਾ, ਕਿਉਂ ਜੋ ਤੈਂ ਰਾਜੇ ਦੀ ਗੱਲ ਸਾਡੇ ਉੱਤੇ ਪ੍ਰਗਟ ਕੀਤੀ ਹੈ। ਸੋ ਦਾਨੀਏਲ ਨੇ ਅਰਿਯੋਕ ਕੋਲ ਗਿਆ, ਜਿਹਨੂੰ ਰਾਜੇ ਨੇ ਬਾਬਲ ਦੇ ਗਿਆਨੀਆਂ ਨੇ ਨਾਸ਼ ਕਰਨ ਦੇ ਲਈ ਥਾਪਿਆ ਸੀ ਅਤੇ ਉਹਨੂੰ ਇਹ ਬੋਲਿਆ ਕਿ ਬਾਬਲ ਦੇ ਗਿਆਨੀਆਂ ਨੂੰ ਨਾਸ਼ ਨਾ ਕਰੀ, ਮੈਨੂੰ ਰਾਜੇ ਦੇ ਦਰਬਾਰ ਲੈ ਚੱਲ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ। ਤਦ ਅਰਿਯੋਕ ਨੇ ਦਾਨੀਏਲ ਨੂੰ ਛੇਤੀ ਨਾਲ ਰਾਜੇ ਦੇ ਦਰਬਾਰ ਲੈ ਗਿਆ ਤੇ ਅਰਦਾਸ ਕੀਤੀ ਕਿ ਮੈਨੂੰ ਯਹੂਦਾ ਦੇ ਬੁੰਦਿਆਂ ਇੱਕ ਬੰਦਾ ਮਿਲਿਆ ਹੈ ਜਿਹੜਾ ਮਹਾਰਾਜ ਨੂੰ ਅਰਥ ਦੱਸੂਗਾ। ਰਾਜੇ ਨੇ ਦਾਨੀਏਲ ਤੋਂ, ਜਿਹਦਾ ਨਾਮ ਬੇਲਸ਼ੱਸਰ ਸੀ, ਪੁੱਛਿਆ ਕਿ ਤੂੰ ਉਸ ਸੁਪਨੇ ਨੂੰ ਜੋ ਮੈਂ ਵੇਖਿਆ ਉਹਦਾ ਅਰਥ ਦੱਸ ਸਕਦਾ ਹੈ। ਦਾਨੀਏਲ ਨੇ ਰਾਜੇ ਦੇ ਦਰਬਾਰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਮਹਾਰਾਜ ਪੁੱਛਦਾ ਹੈ ਨਾ ਤੈ ਗਿਆਨੀਆਂ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਮਹਾਰਾਜ ਨੂੰ ਦੱਸ ਸਕਦੇ ਹਨ, ਪਰ ਆਕਾਸ਼ ਉੱਤੇ ਇੱਕ ਪਰਮੇਸ਼ਰ ਦੀ ਜਿਹਾ ਭੇਤਾਂ ਦੀ
ਦੀਆਂ ਗੱਲਾਂ ਪ੍ਰਗਟ ਕਰਦਾ ਹੈ ਤੇ ਉਹਨੇ ਮਹਾਰਾਜ ਨੂੰ ਤੇ ਪ੍ਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ। ਤੁਹਾਡਾ ਸੁਪਨਾ ਤੇ ਤੁਹਾਡਾ ਸਿਰ ਦੇ ਦਰਸ਼ਨ ਜਿਹੜੇ ਤੁਸੀਂ ਆਪਣੇ ਪਲੰਗ ਉੱਤੇ ਵੇਖੇ ਇਹ ਹਨ। ਇਹ ਮਹਾਰਾਜ ਤੁਸੀਂ ਆਪਣੇ ਪਲੰਗ ਉੱਤੇ ਪਏ ਹੋਏ ਖਿਆਲ ਕੀਤਾ ਕਿ ਅਗੰਮ ਨੂੰ ਕੀ ਹੋਵੇਗਾ। ਸੋ ਉਹ ਜਿਹੜਾ ਭੇਤਾਂ ਦਾ ਖੋਲਣ ਵਾਲਾ ਹੈ ਉਹ ਤੁਹਾਡੇ ਉੱਤੇ ਪ੍ਰਗਟ ਕਰਦਾ ਹੈ ਕਿ ਕੀ ਕੁਝ ਹੋਵੇਗਾ। ਪਰ ਰਿਹਾ ਬੰਦਾ ਇਸ ਭੇਤ ਦੇ ਮੇਰੇ ਉੱਤੇ ਪ੍ਰਗਟ ਹੋਣ ਦਾ ਕਾਰਨ ਇਹ ਨਹੀਂ ਕਿ ਮੇਰੇ ਵਿੱਚ ਕਿਸੇ ਹੋਰ ਜੀਵ ਨਾਲੋਂ ਬਥੇਰੀ ਬੁੱਧ ਹੈ, ਸਗੋਂ ਇਹ ਕਿ ਇਸ ਦਾ ਅਰਥ ਮਹਾਰਾਜ ਨੂੰ ਦੱਸਿਆ ਜਾਵੇ ਅਤੇ ਤੁਸੀਂ ਆਪਣੇ ਦਿਲ ਦੇ ਖਿਆਲ ਪਛਾਣੋ। ਇਹ ਮਹਾਰਾਜ ਤੁਸਾਂ ਨਿਗਾਹ ਕੀਤੀ ਤਾਂ ਕਿ ਵੇਖਿਆ ਏ ਭਾਈ ਇੱਕ ਵੱਡੀ ਮੂਰਤ ਸੀ। ਉਹ ਮੂਰਤ ਜਿਹੜੀ ਬਲਵੰਤ ਸੀ, ਜਿਹਦੀ ਚਮਕ ਅਤ ਉੱਤਮ ਸੀ, ਤੁਹਾਡੇ ਸਾਹਮਣੇ ਖੜੀ ਹੋਈ ਅਤੇ ਉਹਦਾ ਰੂਪ ਭਿਆਨਕ ਸੀ ਰਹੀ। ਉਹ ਮੂਰਤ ਉਹਦਾ ਸਿਰ ਚੋਖੇ ਸੋਨੇ ਦਾ ਸੀ, ਉਹਦੀ ਹਿੱਕ ਤੇ ਉਹਦੀਆਂ ਬਾਹਾਂ ਚਾਂਦੀ ਦੀਆਂ, ਉਹਦਾ ਢਿੱਡ ਅਤੇ ਉਹਦੇ ਪੱਟ ਪਿੱਤਲ ਦੇ, ਉਹਦੀਆਂ ਲੱਤਾਂ ਲੋਹੇ ਦੀਆਂ, ਉਹਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ। ਸੋ ਨੂੰ ਵੇਖਦੇ ਰਹੋ ਇੱਥੇ ਤੱਕ ਭਾਈ ਇੱਕ ਪੱਥਰ ਬਿਨਾਂ ਹੱਥ ਲਾਏ ਵੱਢ ਕੇ ਕੱਢਿਆ ਹੈ, ਜਿਹਨੇ ਉਸ ਮੂਰਤ ਨੂੰ ਉਹਦੇ ਪੈਰਾਂ ਉੱਤੇ ਜਿਹੜੇ ਲੋਹੇ ਤੇ ਮਿੱਟੀ ਦੇ ਸਨ ਮਾਰਿਆ ਤੇ ਉਹ ਨੂੰ ਟੋਟੇ ਕਰ ਦਿੱਤਾ। ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਤੇ ਪਿੜ ਦੀ ਤੂੜੀ ਵਾਂਗੂ ਹੋ ਗਏ ਅਤੇ ਵਾਉ ਉਹਨਾਂ ਨੂੰ ਉਡਾ ਲੈ ਗਈ, ਇੱਥੋਂ ਤਾਈਂ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹ ਪੱਥਰ ਜਿਹਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਤੇ ਸਾਰੀ ਧਰਤੀ ਨੂੰ ਭਰ ਦਿੱਤਾ। ਸੁਪਨਾ ਇਹੀ ਹੈ ਤੇ ਅਸੀਂ ਉਹਦਾ ਅਰਥ ਮਹਾਰਾਜ ਦੇ ਦਰਬਾਰ ਦੱਸਦੇ ਹਾਂ। ਹੈ ਮਹਾਰਾਜ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ, ਜਿਹਨੂੰ ਆਕਾਸ਼ ਦੇ ਪਰਮੇਸ਼ਰ ਨੇ ਰਾਜ ਤੇ ਸ਼ਕਤੀ ਤੇ ਬਲ ਤੇ ਤੇਜ ਦਿੱਤਾ ਹੈ ਅਤੇ ਜਿੱਥੇ ਕਿਤੇ ਮਨੁੱਖ ਦੀ ਬੰਸ ਵਸਦੀ ਹੈ, ਉਸਨੇ ਖੇਤ ਦੇ ਜਨਾਵਰ ਅਤੇ ਆਕਾਸ਼ ਦੇ ਪੰਛੀ ਤੁਹਾਡੇ ਹੱਥ ਵਿੱਚ ਕਰਕੇ ਤੁਹਾਨੂੰ ਉਹਨਾਂ ਸਭਨਾਂ ਦਾ ਮਾਲਿਕ ਬਣਾਇਆ ਹੈ। ਉਹੀ ਸੋਨੇ ਦਾ ਸਿਰ ਤੁਸੀਂ ਹੋ ਅਤੇ ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠਾ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ ਅਤੇ ਫਿਰ ਤੀਜਾ ਰਾਜ ਪਿੱਤਲ ਦਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ ਤੇ ਚੌਥਾ ਰਾਜ ਲੋਹੇ ਵਰਗਾ ਕਰੜਾ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ ਕਰਦਾ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਹਾਂ ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ ਹੈ, ਜਿਵੇਂ ਉਹ ਤੋੜ ਕੇ ਚੂਰ ਕਰੇਗਾ ਅਤੇ ਕੁਚਲ ਦੇਵੇਗਾ। ਅਤੇ ਜੋ ਤੁਸੀਂ ਵੇਖਿਆ ਕਿ ਉਹਦੇ ਪੈਰ ਤੇ ਉਂਗਲੀਆਂ ਕੁਝ ਤਾਂ ਘੁਮਿਆਰਾਂ ਦੀ ਮਿੱਟੀ ਦੀਆਂ ਅਤੇ ਕੁਝ ਲੋਹੇ ਦੀਆਂ ਸਨ, ਉਸ ਦਾ ਰਾਜ ਵੰਡ ਪੈ ਜਾਵੇਗੀ। ਅਤੇ ਜਿਵੇਂ ਤੁਸੀਂ ਵੇਖਿਆ ਹੈ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ, ਜਿਵੇਂ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ ਅਤੇ ਜਿਵੇਂ ਪੈਰਾਂ ਦੀ ਉਂਗਲੀਆਂ ਕੁਝ ਲੋਹੇ ਦੀਆਂ ਅਤੇ ਕੁਝ ਮਿੱਟੀ ਦੀਆਂ ਸਨ, ਤਿਵੇਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ। ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ, ਤਿਵੇਂ ਉਹ ਮਨੁੱਖ ਦੀ ਅੰਸ਼ ਨਾਲ ਮਿਲਣਗੇ, ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ, ਤਿਵੇਂ ਉਹ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ। ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਆਕਾਸ਼ ਦਾ ਪਰਮੇਸ਼ਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੱਕ ਨਿਸ਼ਟ ਨਾ ਹੋਵੇਗਾ ਤੇ ਉਹਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ, ਸਗੋਂ ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਕਰਕੇ ਸਤਿਆਨਾਸ਼ ਕਰੇਗਾ, ਪਰ ਆਪ ਸਦਾ ਤਾਈ ਖੜਾ ਰਹੇਗਾ। ਅਤੇ ਜਿਹਾ ਤੁਸੀਂ ਵੇਖਿਆ ਭਾਈ ਉਹ ਪੱਥਰ ਬਿਨ ਹੱਥ ਲਾਏ ਪਹਾੜ ਵਿੱਚੋਂ ਵੱਢ ਕੇ ਕੱਢਿਆ ਗਿਆ ਤੇ ਉਹਨੇ ਲੋਹੇ, ਪਿੱਤਲ, ਚਾਂਦੀ ਤੇ ਸੋਨੇ ਨੂੰ ਚੂਰ ਕੀਤਾ। ਮਹਾ ਪਰਮੇਸ਼ਰ ਨੇ ਉਹ ਕੁਝ ਰਾਜ ਨੂੰ ਹੈ ਜੋ ਕੁਝ ਅੱਗੇ ਹੋਣ ਵਾਲਾ ਹੈ। ਇਹ ਸੁਪਨਾ ਪੱਕਾ ਹੈ ਤੇ ਉਹਦਾ ਅਰਥ ਵੀ ਪੱਕਾ। ਤਦ ਨਬੂਕਦਨਸਰ ਰਾਜਾ ਨੇ ਮੂੰਹ ਦੇ ਭਾਰ ਡਿੱਗ ਕੇ ਦਾਨੀਏਲ ਦੀ ਪੂਜਾ ਕੀਤੀ ਅਤੇ ਆਗਿਆ ਦਿੱਤੀ ਕਿ ਉਹਨੂੰ ਚੜਾਵਾ ਦੇਣ ਤੇ ਉਹਦੇ ਅੱਗੇ ਧੂਪ ਦਿਖਾਉਣ। ਰਾਜੇ ਨੇ ਦਾਨੀਏਲ ਨੂੰ ਆਖਿਆ, ਤੇਰਾ ਨਿਸੰਗ ਤੇਰਾ ਪਰਮੇਸ਼ਰ ਦੇਵਤਾ ਦਾ ਦੇਵਤਾ ਅਤੇ ਰਾਜਿਆਂ ਦਾ ਪ੍ਰਭੂ ਅਤੇ ਭੇਤ ਖੋਲਣ ਵਾਲਿਆ ਹੈ, ਕਿਉਂ ਜੋ ਤੂੰ ਇਸ ਭੇਤ ਨੂੰ ਖੋਲ ਸਕਿਆ। ਤਦ ਰਾਜੇ ਨੇ ਦਾਨੀਏਲ ਨੂੰ ਉੱਚਾ ਕੀਤਾ
ਕੀਤਾ ਅਤੇ ਉਹ ਨੂੰ ਬਹੁਤ ਵੱਡੀਆਂ ਧਾਤਾਂ ਦਿੱਤੀਆਂ ਅਤੇ ਉਹਨੂੰ ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮ ਦਿੱਤੀ ਅਤੇ ਬਾਬਲ ਦੇ ਸਾਰੇ ਗਿਆਨੀਆਂ ਉੱਤੇ ਸਰਦਾਰ ਬਣਾਇਆ। ਤਦ ਦਾਨੀਏਲ ਨੇ ਰਾਜੇ ਅੱਗੇ ਅਰਦਾਸ ਕੀਤੀ ਔਰ ਉਹਦੇ ਸ਼ਦਰਕ ਮੇਸ਼ਕ ਤੇ ਅਬਦਨਗੋ ਨੂੰ ਬਾਬਲ ਦੇ ਸੂਬੇ ਦੇ ਵਿਹਾਰਾਂ ਉੱਤੇ ਥਾਪਿਆ, ਪਰ ਦਾਨੀਏਲ ਰਾਜੇ ਦੀ ਡਿਓੜੀ ਵਿੱਚ ਰਿਹਾ। ਆਮੀਨ। ਦਾਨੀਏਲ ਦੀ ਪੋਥੀ ਅਧਿਆਇ 3। ਨਬੂਕਦਨਸਰ ਰਾਜਾ ਨੇ ਇੱਕ ਸੋਨੇ ਦੀ ਮੂਰਤ ਬਣਵਾਈ ਜਿਹਦੀ ਉਚਾਈ 60 ਹੱਥ ਤੇ ਚੌੜਾਈ 6 ਹੱਥ ਸੀ ਅਤੇ ਉਹਨੂੰ ਦੂਰਾਂ ਦੇ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ। ਤਦ ਨਬੂਕਦਨਸਰ ਰਾਜਾ ਨੇ ਲੋਕਾਂ ਨੂੰ ਘੱਲਿਆ ਕਿ ਸ਼ਹਿਜ਼ਾਦੀਆਂ, ਦੀਵਾਨਾਂ, ਸਰਦਾਰਾਂ, ਨਿਊਣਕਾਰਾਂ, ਭੰਡਾਰਿਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬਿਆਂ ਦੇ ਸਭਨਾਂ ਹਾਕਮਾਂ ਨੂੰ ਇਕੱਠਾ ਕਰਨ ਤਾਂ ਜੋ ਉਹ ਉਸ ਮੂਰਤ ਨੂੰ ਪਵਿੱਤਰ ਕਰਕੇ ਥਾਪਣ ਜਿਹੜੀ ਨਬੂਕਦਨਸਰ ਰਾਜਾ ਨੇ ਖੜੀ ਕੀਤੀ ਸੀ। ਤਾਂ ਸ਼ਹਿਜ਼ਾਦੇ, ਦੀਵਾਨ, ਸਰਦਾਰ, ਨਿਊਣਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਚੱਠ ਲਈ ਜਿਹੜੀ ਨਬੂਕਦਨਸਰ ਨੇ ਖੜੀ ਕੀਤੀ ਕਿਹੜੇ ਇਕੱਠੇ ਹੋਏ। ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨਸਰ ਨੇ ਖੜੀ ਕੀਤੀ ਸੀ ਖਲੋ ਗਏ। ਤਦ ਇੱਕ ਚੰਡੋਰੀਏ ਨੇ ਉੱਚੀ ਹਾਕ ਦੇ ਕੇ ਪੁਕਾਰਿਆ ਹੈ, ਲੋਕੋ, ਹੈ ਕੌਮੋ, ਹੈ ਭਾਖਿਓ, ਤੁਹਾਨੂੰ ਇਹ ਹੁਕਮ ਹੈ ਭਾਈ, ਜਿਸ ਵੇਲੇ ਤੁਰੀ, ਬਾਂਸਰੀ, ਤਾਉਸ, ਸਾਰੰਗੀ, ਬਰਬਤ, ਬੀਨ ਤੇ ਹਰ ਤਰ੍ਹਾਂ ਦੇ ਬਾਜਿਆਂ ਦੀ ਆਵਾਜ਼ ਸੁਣੋ। ਤਦ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਹਨੂੰ ਨਬੂਕਦਨਸਰ ਰਾਜਾ ਨੇ ਖੜਾ ਕੀਤਾ ਹੈ ਡਿੱਗ ਕੇ ਮੱਥਾ ਟੇਕੋ ਅਤੇ ਜਿਹੜਾ ਕੋਈ ਡਿੱਗ ਕੇ ਮੱਥਾ ਨਾ ਟੇਕੇ ਉਸੇ ਘੜੀ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ। ਇਸ ਲਈ ਜਿਸ ਵੇਲੇ ਸਭਨਾਂ ਲੋਕਾਂ ਨੇ ਤੂਰੀ, ਬਾਂਸਰੀ, ਤਾਉਸ, ਸਰੰਗੀ, ਬਰਬਤ ਔਰ ਹਰ ਪ੍ਰਕਾਰ ਦੇ ਬਾਜਿਆਂ ਦੀ ਆਵਾਜ਼ ਸੁਣੀ, ਤਦ ਹਰੇ ਲੋਕਾਂ ਨੇ ਤੇ ਭਾਖਿਆਂ ਨੇ ਡਿੱਗ ਕੇ ਉਸ ਸੋਨੇ ਦੀ ਮੂਰਤ ਅੱਗੇ ਜਿਹੜੀ ਨਬੂਕਦਨਸਰ ਰਾਜਾ ਨੇ ਖੜੀ ਕੀਤੀ ਸੀ ਮੱਥਾ ਟੇਕਿਆ। ਤਾਂ ਉਸ ਵੇਲੇ ਕਈ ਕਸਦੀਆਂ ਨੇ ਨੇੜੇ ਆ ਕੇ ਯਹੂਦੀਆਂ ਉੱਤੇ ਦੋਸ਼ ਲਾਇਆ। ਉਹਨਾਂ ਨੇ ਨਬੂਕਦਨਸਰ ਰਾਜਾ ਨੂੰ ਆਖਿਆ ਕਿ ਹੇ ਮਹਾਰਾਜ, ਸਦਾ ਤਾਈਂ ਜਿਉਂਦੇ ਰਹੋ। ਹੇ ਮਹਾਰਾਜ, ਤੁਸੀਂ ਇੱਕ ਆਗਿਆ ਦਿੱਤੀ ਸੀ ਭਾਈ, ਹਰ ਇੱਕ ਆਦਮੀ ਜੋ ਤੂਰੀ, ਬਾਂਸਰੀ, ਤਾਉਸ, ਸਰੰਗੀ, ਬਰਬਤ, ਬਿਨ ਤੇ ਹਰ ਪ੍ਰਕਾਰ ਦੇ ਬਾਜਿਆਂ ਦੀ ਆਵਾਜ਼ ਸੁਣੇ ਤਾਂ ਡਿੱਗ ਕੇ ਸੋਨੇ ਦੀ ਮੂਰਤ ਮੱਥਾ ਟੇਕੇ ਅਤੇ ਜੋ ਕੋਈ ਡਿੱਗ ਕੇ ਮੱਥਾ ਨਾ ਟੇਕੇ ਉਹ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ। ਹੁਣ ਕਈ ਯਹੂਦੀ ਹਨ ਜਿਨ੍ਹਾਂ ਨੂੰ ਤੁਸੀਂ ਬਾਬਲ ਦੇ ਸੂਬੇ ਦੇ ਵਿਹਾਰ ਉੱਤੇ ਥਾਪਿਆ, ਅਰਥਾਤ ਸ਼ਦਰਕ, ਮੇਸ਼ਕ ਤੇ ਅਬਦਨਗੋ। ਇਨ੍ਹਾਂ ਮਨੁੱਖਾਂ ਨੇ ਮਹਾਰਾਜ ਤੁਹਾਡਾ ਆਦਰ ਨਹੀਂ ਕੀਤਾ, ਨਾ ਤਾਂ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ, ਨਾ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਹਦਾ ਤੁਸੀਂ ਖੜਾ ਕੀਤਾ ਮੱਥਾ ਟੇਕਦੇ ਹਨ। ਤਦ ਨਬੂਕਦਨਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਕਿ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਹਾਜ਼ਰ ਕਰੋ। ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਦੇ ਦਰਬਾਰ ਹਾਜ਼ਰ ਕੀਤਾ। ਨਬੂਕਦਨਸਰ ਨੇ ਉਹਨਾਂ ਨੂੰ ਆਖਿਆ, ਹੇ ਸ਼ਦਰਕ, ਮੇਸ਼ਕ ਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤੇ ਦੀ ਸੇਵਾ ਨਹੀਂ ਕਰਦੇ ਹੋ ਅਤੇ ਨਾ ਉਸ ਸੋਨੇ ਦੀ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਮੱਥਾ ਟੇਕਦੇ ਹੋ? ਹੁਣ ਜੇ ਤੁਸੀਂ ਤਿਆਰ ਹੋ ਭਾਈ, ਜਿਸ ਵੇਲੇ ਤੁਸੀਂ ਤੂਰੀ, ਬਾਂਸਰੀ, ਤਾਉਸ, ਸਰੰਗੀ, ਬਰਬਤ, ਬਿਨ ਤੇ ਹਰ ਪ੍ਰਕਾਰ ਦੇ ਬਾਜਿਆਂ ਦੀ ਆਵਾਜ਼ ਸੁਣੋ ਤਾਂ ਤੁਸੀਂ ਡਿੱਗ ਕੇ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੇ ਤਾਂ ਚੰਗਾ, ਪਰ ਜਾ ਕਰੀ ਤੁਸੀਂ ਮੱਥਾ ਨਾ ਟੇਕੇ ਤਾਂ ਤੁਸੀਂ ਉਸ ਘੜੀ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ। ਅਤੇ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ? ਤਾਂ ਸ਼ਦਰਕ, ਮੇਸ਼ਕ ਤੇ ਅਬਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਨਹੀਂ ਸਮਝਦੇ ਹਾਂ। ਸਾਡਾ ਪਰਮੇਸ਼ਰ ਜੀ ਦੀ ਅਸੀਂ ਸੇਵਾ ਕਰਦੇ ਹਾਂ, ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਮੈਂ ਮਹਾਰਾਜ ਜੀ ਉਹੀ ਸਾਨੂੰ ਤੁਹਾਡੇ ਕੋਲੋਂ ਛੁਡਾਵੇਗਾ। ਨਹੀਂ ਤਾਂ ਹੈ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹਨੂੰ ਤੁਸੀਂ ਖੜਾ ਕੀਤਾ ਹੈ ਮੱਥਾ ਟੇਕਾਂਗੇ। ਤਦ ਨਬੂਕਦਨਸਰ ਨੇ ਆਪਣੇ ਆਪ ਵਿੱਚ ਤਾਉ ਖਾਧਾ ਅਤੇ ਉਹਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ ਤੋਂ ਅਬਦਨਗੋ ਤੇ ਬਦਲ ਗਿਆ। ਤਾਂ ਉਹਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ ਦੁੱਗਣਾ ਹੋਰ ਤਾਉ ਦਿਓ ਅਤੇ ਉਹ ਨੇ ਆਪਣੇ ਫੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਬੰਨ੍ਹ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ
ਦਿਨ ਤਦ ਉਹ ਆਦਮੀ ਆਪਣੇ ਝੱਗਿਆਂ, ਖਟੂਣੀਆਂ ਅਤੇ ਪੱਗਾਂ ਤੇ ਲੀੜਿਆਂ ਸਣੇ ਬੰਨੇ ਗਏ ਅਤੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਗਏ। ਇਸ ਲਈ ਭਾਈ ਰਾਜੇ ਦਾ ਹੁਕਮ ਵੱਡੀ ਤਕੀਦ ਨਾਲ ਸੀ ਅਤੇ ਭੱਠੀ ਦਾ ਤਾਉ ਅਤ ਵਧੀਕ ਸੀ ਅਤੇ ਇਸੇ ਕਾਰਨ ਅੱਗ ਦੀ ਲੋ ਨੇ ਸ਼ਦਰਕ, ਮੇਸ਼ਕ ਤੋਂ ਅਬਦਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸੁੱਟਿਆ ਅਤੇ ਇਹ ਤਿੰਨੇ ਮਨੁੱਖ ਅਰਥਾਤ ਸ਼ਦਰਕ, ਮੇਸ਼ਕ ਤੇ ਅਬਦਨਗੋ ਵਧੇ ਹੋਏ ਅੱਗ ਦੀ ਬਲਦੀ ਭੱਠੀ ਵਿੱਚ ਪੈ ਗਏ। ਤਾਂ ਨਬੂਕਦਨਸਰ ਰਾਜਾ ਹੱਕਾ ਬੱਕਾ ਹੋ ਕੇ ਝਟ ਖਲੋ ਗਿਆ। ਉਹ ਬੋਲ ਕੇ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ ਕਿ ਅਸਾਂ 3 ਬੰਦਿਆਂ ਨੂੰ ਬਣਵਾ ਕੇ ਅੱਗ ਵਿੱਚ ਨਹੀਂ ਸੁੱਟਵਾਇਆ। ਉਹਨਾਂ ਨੇ ਉੱਤਰ ਦੇ ਕੇ ਇਹ ਰਾਜਨ ਸੱਚ ਹੈ। ਤਾਂ ਉਸ ਨੇ ਉੱਤਰ ਦੇ ਕੇ ਆਖਿਆ, ਭਾਈ ਵੇਖੋ, ਮੈਂ 4 ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਦੇ ਹਾਂ ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ ਅਤੇ ਚੌਥੇ ਦਾ ਸਰੂਪ ਦਿਉਤਿਆਂ ਦੇ ਪੁੱਤਰ ਦਾ ਹੈ। ਫਿਰ ਨਬੂਕਦਨਸਰ ਨੇ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ। ਉਹ ਬੋਲਿਆ, ਇਹ ਸ਼ਦਰਕ, ਮੇਸ਼ਕ ਤੇ ਅਬਦਨਗੋ, ਅਤ ਮਹਾਨ ਪਰਮੇਸ਼ਰ ਦੇ ਬੰਦਿਓ, ਬਾਹਰ ਨਿਕਲੋ। ਬਾਹਰ ਨਿਕਲ ਕੇ ਇੱਧਰ ਆਓ। ਤਾਂ ਸ਼ਦਰਕ, ਮੇਸ਼ਕ ਤੇ ਅਬਦਨਗੋ ਅੱਗ ਵਿੱਚ ਨਿਕਲ ਆਏ ਅਤੇ ਸ਼ਹਿਜ਼ਾਦੀਆਂ, ਦੀਵਾਨਾਂ, ਸਰਦਾਰਾਂ ਤੇ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਹਨਾਂ ਦੇ ਸਰੀਰਾਂ ਉੱਤੇ ਕੁਝ ਵਸ ਨਹੀਂ ਚੱਲਿਆ। ਨਾ ਉਹਨਾਂ ਦੇ ਸਿਰ ਦੇ ਵਾਲ ਝੁਲਸੇ, ਨਾ ਉਹਨਾਂ ਦੇ ਝੱਗਿਆਂ ਵਿੱਚ ਕੁਝ ਫਰਕ ਪਿਆ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਉਹ ਆਉਂਦੀ ਸੀ। ਨਬੂਕਦਨਸਰ ਨੇ ਪੁਕਾਰ ਕੇ ਆਖਿਆ ਕਿ ਸ਼ਦਰਕ, ਮੇਸ਼ਕ ਤੋਂ ਅਬਦਨਗੋ ਦਾ ਪਰਮੇਸ਼ਰ ਮੁਬਾਰਕ ਹੋਵੇ, ਜਿਸ ਵੇਲੇ ਆਪਣੇ ਦੂਤ ਘੱਲਿਆ ਤੇ ਆਪਣੇ ਬੰਦਿਆਂ ਨੂੰ ਛੁਡਾ ਲਿਆ, ਜਿਨ੍ਹਾਂ ਨੇ ਉਹਦੇ ਉੱਤੇ ਨਿਜਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰਾਂ ਨੂੰ ਨਜ਼ਰ ਕੀਤਾ ਕਿ ਆਪਣੇ ਪਰਮੇਸ਼ਰ ਦੇ ਬਿਨਾਂ ਹੋਰ ਕਿਸੇ ਦੇਵਤੇ ਦੀ ਸੇਵਾ ਜਾਂ ਬੰਦਗੀ ਨਾ ਕਰੋ। ਇਸ ਕਰਕੇ ਮੈਂ ਇਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਲੋਕ ਜਾਂ ਕੌਮਾਂ ਭਾਖਿਆ ਸ਼ਦਰਕ, ਮੇਸ਼ਕ ਅਤੇ ਅਬਦਨਗੋ ਦੇ ਪਰਮੇਸ਼ਰ ਦੇ ਵਿਰੁੱਧ ਕੋਈ ਬੁਰੀ ਗੱਲ ਆਖਣਗੀਆਂ ਤਾਂ ਉਹਨਾਂ ਦੇ ਟੁਕੜੇ ਟੁਕੜੇ ਕੀਤੇ ਜਾਣਗੇ ਅਤੇ ਉਹਨਾਂ ਦੇ ਘਰ ਪੂਰੇ ਢੇਰ ਹੋ ਜਾਣਗੇ, ਕਿਉਂ ਜੋ ਹੋਰ ਕੋਈ ਦਿਉਤਾ ਨਹੀਂ ਜਿਹੜਾ ਇਸ ਪ੍ਰਕਾਰ ਬਚਾ ਸਕੇ। ਫਿਰ ਤਾਂ ਰਾਜੇ ਨੇ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਬਾਬਲ ਦੇ ਸੂਬੇ ਵਿੱਚੋਂ ਉੱਚਾ ਕੀਤਾ। ਆਮੀਨ। ਦਾਨੀਏਲ ਦੀ ਪੋਥੀ ਅਧਿਆਇ 4। ਨਬੂਕਦਨਸਰ ਰਾਜਾ ਦੀ ਵੱਲੋਂ ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁੱਲ ਧਰਤੀ ਵਿੱਚ ਵਸਦੀਆਂ ਹਨ, ਤੁਹਾਡੀ ਸ਼ਾਂਤੀ ਵਾਫਰ ਹੋਵੇ। ਮੈਂ ਇਹ ਅੱਛਾ ਸਮਝਿਆ ਭਾਈ ਉਹਨਾਂ ਨਿਸ਼ਾਨਿਆਂ ਤੇ ਅਚੰਭਿਆਂ ਨੂੰ ਪ੍ਰਗਟ ਕਰਾਂ ਜਿਹੜੇ ਅਤ ਮਹਾਨ ਪਰਮੇਸ਼ਰ ਨੇ ਮੇਰੇ ਨਾਲ ਕਰਕੇ ਵਿਖਾਏ। ਉਹਦੀਆਂ ਨਿਸ਼ਾਨੀਆਂ ਕਿਹੋ ਜਿਹੀਆਂ ਵੱਡੀਆਂ ਅਤੇ ਉਹਦੇ ਅਚੰਭੇ ਕਿਹੋ ਜਿਹੇ ਸ਼ਕਤੀਵਾਨ ਹਨ। ਉਹਦਾ ਰਾਜ ਦੀਪਕ ਰਾਜ ਹੈ ਅਤੇ ਉਹਦੀ ਸਰਦਾਰੀ ਪੀੜ੍ਹੀਓਂ ਪੀੜ੍ਹੀ ਤੀਕ। ਮੈਂ ਨਬੂਕਦਨਸਰ ਆਪਣੇ ਘਰ ਵਿੱਚ ਆਰਾਮ ਨਾਲ ਅਤੇ ਆਪਣੇ ਮਹਿਲ ਵਿੱਚ ਭਾਗਵਾਨ ਸਾਂ। ਮੈਂ ਇੱਕ ਸੁਪਨਾ ਡਿੱਠਾ ਜਿਹਦੇ ਕਾਰਨ ਮੈਂ ਡਰਿਆ ਅਤੇ ਉਹਨਾਂ ਖਿਆਲਾਂ ਦੇ ਸਬਬੋਂ ਜੋ ਮੈਂ ਆਪਣੇ ਪਲੰਗ ਉੱਤੇ ਕੀਤੇ ਅਤੇ ਆਪਣੇ ਸਿਰ ਦੀਆਂ ਦ੍ਰਿਸ਼ਟਾਂ ਤੋਂ ਮੈਂ ਘਾਬਰ ਗਿਆ ਅਤੇ ਇਸ ਲਈ ਮੈਂ ਆਗਿਆ ਦਿੱਤੀ ਕਿ ਬਾਬਲ ਦੇ ਸਾਰੇ ਗਿਆਨੀਆਂ ਮੇਰੇ ਦਰਬਾਰ ਹਾਜ਼ਰ ਕੀਤੇ ਜਾਣ ਤਾਂ ਜੋ ਸੁਪਨੇ ਦਾ ਮੈਨੂੰ ਅਰਥ ਦੱਸਣ। ਤਦ ਜਾਦੂਗਰ, ਜੋਤਸ਼ੀ, ਕਸਦੀ ਤੇ ਅੰਗਮ ਗਿਆਨੀ ਹਾਜ਼ਰ ਹੋਏ ਤਾਂ ਮੈਂ ਸੁਪਨਾ ਉਹਨਾਂ ਦੇ ਅੱਗੇ ਸੁਣਾਇਆ, ਪਰ ਉਹਨਾਂ ਨੇ ਮੈਨੂੰ ਉਹਦਾ ਅਰਥ ਨਾ ਦੱਸਿਆ। ਓੜਕ ਨੂੰ ਦਾਨੀਏਲ ਜਿਹੜਾ ਮੇਰੇ ਦਿਉਤੇ ਦੇ ਨਾਉ ਦੇ ਅਨੁਸਾਰ ਬੇਲਸ਼ੱਸਰ ਹੈ, ਮੇਰੇ ਦਰਬਾਰ ਆਇਆ ਤੇ ਉਸ ਵਿੱਚ ਪਵਿੱਤਰ ਦਿਉਤਾ ਦਾ ਆਤਮਾ ਹੈ। ਸੋ ਮੈਂ ਉਹਦੇ ਅੱਗੇ ਸੁਪਨਾ ਸੁਣਾਇਆ ਤੇ ਆਖਿਆ, ਹੇ ਬੇਲਸ਼ੱਸਰ, ਜਾਦੂਗਰਾਂ ਦੇ ਸਰਦਾਰ, ਇਸ ਲਈ ਜੋ ਮੈਂ ਜਾਣਦਾ ਹਾਂ ਕਿ ਪਵਿੱਤਰ ਦਿਉਤਿਆਂ ਦਾ ਆਤਮਾ ਤੇਰੇ ਵਿੱਚ ਹੈ ਅਤੇ ਤੂੰ ਕਿਸੇ ਭੇਤ ਦੇ ਸ਼ਬਦੋਂ ਨਹੀਂ ਘਬਰਾਉਂਦਾ। ਤੂੰ ਮੇਰੇ ਸੁਪਨੇ ਦੀਆਂ ਦ੍ਰਿਸ਼ਟਾਂ ਜੋ ਮੈਂ ਡਿੱਠੀਆਂ ਅਤੇ ਉਹਨਾਂ ਦਾ ਅਰਥ ਮੈਨੂੰ ਦੱਸ। ਮੇਰੇ ਸਿਰ ਦੀਆਂ ਦ੍ਰਿਸ਼ਟਾਂ ਜੋ ਮੈਂ ਆਪਣੇ ਪਲੰਗ ਉੱਤੇ ਡਿੱਠੇ ਆਇਓ ਹਨ, ਜਾਂ ਮੈਂ ਨਜ਼ਰ ਕੀਤੀ ਤਾਂ ਕਿ ਵੇਖਦਾ ਹਾਂ ਕਿ ਧਰਤੀ ਦੇ ਵਿਚਕਾਰ ਇੱਕ ਰੁੱਖ ਸੀ ਜਿਹਦੀ ਉਚਾਈ ਬਹੁਤ ਵੱਡੀ ਸੀ। ਉਹ ਰੁੱਖ ਵਧੀਆ ਤੇ ਤਕੜਾ ਹੋ ਗਿਆ ਅਤੇ ਉਹਦੀ ਚੋਟੀ ਕਾਸ਼ ਤੀਕ ਅੱਪੜ ਪਈ। ਉਹ ਧਰਤੀ ਦੇ ਕੰਢਿਆਂ ਤੀਕ ਵਿਖਾਈ ਦੇਣ ਲੱਗਾ। ਉਹਦੇ ਪੱਤੇ ਸੋਹਣੇ ਅਤੇ ਉਹਦਾ ਫਲ ਬਹੁਤਾ ਸੀ ਤੇ ਉਹਦੇ ਵਿੱਚ ਸਭਨਾਂ ਲਈ ਭੋਜਨ ਸੀ। ਜੰਗਲੀ ਜਨੌਰ ਉਹਦੀ ਛਾਂ ਵਿੱਚ ਅਤੇ ਆਕਾਸ਼ ਦੇ ਪੰਛੀ ਵਿੱਚ ਉਹਦੀਆਂ ਟਹਿਣੀਆਂ ਉੱਤੇ ਬਸੇਰਾ ਕਰਦੇ ਸਨ ਅਤੇ ਸਾਰੇ ਬਸ਼ਰ
ਉਸ ਤੋਂ ਪਾਲੇ ਜਾਂਦੇ ਸਨ। ਮੈਂ ਆਪਣੇ ਪਲੰਗ ਉੱਤੇ ਆਪਣੇ ਸਿਰ ਦੀਆਂ ਦ੍ਰਿਸ਼ਟਾਂ ਵਿੱਚ ਨਜ਼ਰ ਕੀਤੀ ਤਾਂ ਕਿ ਵੇਖਦਾ ਹਾਂ ਭਾਈ ਇੱਕ ਰਾਖਾ ਇੱਕ ਪਵਿੱਤਰ ਜਨ ਆਕਾਸ਼ੋਂ ਉਤਰਿਆ। ਉਹਨੇ ਉੱਚੀ ਹਾਕ ਮਾਰ ਕੇ ਉਹ ਆਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਤਾਂ ਉਹਦੀਆਂ ਟਹਿਣੀਆਂ ਛਾਂ ਵਿੱਚ ਸੁੱਟੋ ਅਤੇ ਉਹਦੇ ਪੱਤੇ ਝਾੜ ਲਓ ਅਤੇ ਉਹਦਾ ਫਲ ਖਿਲਾਰ ਦਿਓ। ਜਨੌਰ ਉੱਤੇ ਬੈਠੋ ਤੇ ਪੰਛੀ ਉਹਦੀਆਂ ਟਹਿਣੀਆਂ ਦੇ ਉੱਤੇ ਚਲੇ ਜਾਣ ਪਰ ਉਹਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ। ਸਗੋਂ ਲੋਹੇ ਤੇ ਪਿੱਤਲ ਦੇ ਸਨਮਾਂ ਨਾਲ ਬਣਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਅਤੇ ਉਹ ਆਕਾਸ਼ ਦਾ ਤਰੇਲ ਨਾਲ ਤਰ ਹੋਵੇ ਅਤੇ ਉਹਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ। ਉਹਦਾ ਦਿਲ ਮਨੁੱਖ ਦਾ ਦਿਲ ਨਾ ਹੋ ਰਹੇ ਸਗੋਂ ਉਹਨੂੰ ਪਸ਼ੂ ਦਾ ਦਿਲ ਦਿੱਤਾ ਜਾਵੇ ਅਤੇ ਉਸਨੂੰ ਉਸ ਉੱਤੇ 7 ਸਮੇਂ ਬੀਤ ਜਾਣ। ਇਹ ਹੁਕਮ ਰੱਖਿਆ ਦੇ ਫੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਬਚਨ ਤੋਂ ਹੈ ਤਾਂ ਜੋ ਸਾਰੇ ਜੀਵ ਗਿਆਨ ਲੈਣ ਕਿ ਅਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਸ ਨੂੰ ਕਿਸੇ ਚਾਹੁੰਦਾ ਨੂੰ ਦਿੰਦਾ ਹੈ ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ। ਮੈਂ ਨਬੂਕਦਨਸਰ ਰਾਜਾ ਨੇ ਇਹ ਸੁਪਨਾ ਵੇਖਿਆ ਹੈ। ਤੂੰ ਇਹ ਬੈਲਤਸ਼ੱਸਰ ਹੋ ਦਾ ਅਰਥ ਕਿਉਂ ਜੋ ਮੇਰੇ ਰਾਜ ਦੇ ਸਭ ਗਿਆਨੀ ਮੈਨੂੰ ਇਹਦਾ ਅਰਥ ਦੱਸ ਨਹੀਂ ਸਕੇ ਪਰ ਤੂੰ ਦੱਸ ਸਕਦਾ ਹੈ ਕਿਉਂ ਜੋ ਪਵਿੱਤਰ ਦਿਉਤੇ ਦਾ ਆਤਮਾ ਤੇਰੇ ਵਿੱਚ ਹੈ। ਤਦ ਦਾਨੀਏਲ ਜਿਹਦਾ ਨਾਮ ਬੈਲਤਸ਼ੱਸਰ ਹੈ ਕੁਝ ਚਿਰ ਤੱਕ ਚੁੱਪ ਰਿਹਾ ਅਤੇ ਆਪਣੇ ਖਿਆਲਾਂ ਤੋਂ ਘਬਰਾਇਆ। ਰਾਜੇ ਨੇ ਉੱਤਰ ਦੇ ਕੇ ਉਹਨੂੰ ਆਖਿਆ ਇਹ ਬੈਲਤਸ਼ੱਸਰ ਸੁਪਨੇ ਤੈਂ ਉਹਦੇ ਅਰਥ ਤੋਂ ਨਾ ਘਬਰਾ। ਬੈਲਤਸ਼ੱਸਰ ਉੱਤਰ ਦੇ ਕੇ ਆਖਿਆ ਹੈ ਮੇਰੇ ਪ੍ਰਿਥਵੀਨਾਥ ਸੁਪਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ। ਉਹ ਰੁੱਖ ਜੋ ਤੁਸਾਂ ਡਿੱਠਾ ਕਿ ਯਹੋਵਾ ਵਧੀਆ ਤੇ ਤਕੜਾ ਹੋਇਆ ਜਿਹਦੀ ਚੋਟੀ ਆਕਾਸ਼ ਤਾਈਂ ਆਪਣੀ ਉਹਦੀ ਧਰਤੀ ਦੇ ਕੰਢਿਆਂ ਤੱਕ ਵਿਖਾਈ ਦਿੰਦਾ ਸੀ ਜਿਸ ਦੇ ਪੱਤੇ ਸੋਹਣੇ ਸਨ ਅਤੇ ਫਲ ਬਹੁਤਾ ਸੀ ਜਿਹਦੇ ਫਲ ਵਿੱਚ ਸਭਨਾਂ ਲਈ ਭੋਜਨ ਸੀ ਜਿਹਦੇ ਹੇਠ ਜੰਗਲੀ ਜਨਾਵਰ ਬਹਿੰਦੇ ਅਤੇ ਜਿਹਦੇ ਟਹਿਣੀਆਂ ਵਿੱਚ ਆਕਾਸ਼ ਦੇ ਪੰਛੀ ਬਸੇਰਾ ਕਰਦੇ ਸਨ। ਹੇ ਰਾਜਨ ਉਹ ਤੁਸੀਂ ਹੀ ਹੋ ਜਿਹੜੇ ਵੱਧੇ ਤੇ ਤਕੜੇ ਹੋਏ ਕਿਉਂ ਜੋ ਤੁਹਾਡੀ ਬਜ਼ੁਰਗੀ ਬੜੀ ਹੋਈ ਹੈ ਤੇ ਆਕਾਸ਼ ਤਾਈਂ ਅੜਪ ਪਈ ਹੈ ਤੇ ਤੁਹਾਡਾ ਰਾਜ ਧਰਤੀ ਦੇ ਕੰਢਿਆਂ ਤੱਕ ਪਹੁੰਚਾ ਹੈ ਅਤੇ ਜੋ ਮਹਾਰਾਜ ਨੇ ਰਾਖੇ ਇੱਕ ਪਵਿੱਤਰ ਜਨ ਨੂੰ ਆਕਾਸ਼ੋਂ ਉਤਰਦੇ ਅਤੇ ਇਹ ਆਖਦੇ ਵੇਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਅਤੇ ਉਹਦਾ ਸਤਿਆਨਾਸ਼ ਕਰ ਸੁੱਟੋ ਤਾਂ ਵੀ ਜ਼ਮੀਨ ਵਿੱਚ ਉਹਦੀਆਂ ਜੜ੍ਹਾਂ ਮੁੱਢ ਛੱਡ ਦਿਓ। ਸਗੋਂ ਉਹਦਾ ਲੋਹੇ ਤੇ ਪਿੱਤਲ ਦੇ ਸਮਾਂ ਨਾਲ ਬਣਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਕਿਉਂ ਉਹ ਆਕਾਸ਼ ਦੀ ਤਰੇਲ ਨਾਲ ਤਰ ਹੋਵੇ ਅਤੇ ਜਦ ਤੱਕ 7 ਸਮੇਂ ਉਹਦੇ ਉੱਤੇ ਨਾ ਬੀਤਣ ਉਹਦਾ ਹਿੱਸਾ ਖੇਤ ਦੇ ਪਸ਼ੂਆਂ ਨਾਲ ਹੋਵੇ। ਇਹ ਰਾਜਨ ਉਹਦਾ ਤੈਂ ਅਤੇ ਮਹਾਨ ਦਾ ਹੁਕਮ ਜੋ ਮਹਾਰਾਜ ਤੇਰੇ ਪ੍ਰਿਥਵੀ ਲਈ ਹੋਇਆ ਹੈ ਇਹੋ ਹੈ ਭਾਈ ਤੁਸੀਂ ਮਨੁੱਖਾਂ ਵਿੱਚੋਂ ਹੱਕੇ ਜਾਓਗੇ ਅਤੇ ਖੇਤ ਦੇ ਪਸ਼ੂਆਂ ਵਿੱਚ ਵਸੋਗੇ ਅਤੇ ਤੁਹਾਨੂੰ ਘਾਹ ਖਵਾਇਆ ਜਾਵੇਗਾ ਖਵਾਈਦਾ ਹੈ ਅਤੇ ਆਕਾਸ਼ ਦੀ ਤਰੇਲ ਨਾਲ ਤਰ ਕੀਤੇ ਜਾਓਗੇ ਅਤੇ ਤੁਹਾਡੇ ਉੱਤੇ 7 ਸਮੇਂ ਬੀਤ ਜਾਣਗੇ। ਤਦ ਤੁਸੀਂ ਜਾਣੋਗੇ ਕਿ ਅਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਤੇ ਜੇ ਨੂੰ ਚਾਹੁੰਦਾ ਹੈ ਉਹ ਦਿੰਦਾ ਹੈ ਅਤੇ ਜੋ ਉਹਨਾਂ ਨੇ ਹੁਕਮ ਕੀਤਾ ਕਿ ਰੁੱਖ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ। ਅਰਥ ਇਹ ਹੈ ਭਾਈ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਰਾਜ ਦਾ ਅਧਿਕਾਰ ਅਸਮਾਨ ਨੂੰ ਹੁੰਦਾ ਹੈ ਤਾਂ ਤੁਹਾਡਾ ਰਾਜ ਤੁਹਾਡੇ ਲਈ ਫੇਰ ਪੱਕਾ ਕੀਤਾ ਜਾਵੇਗਾ। ਇਸੇ ਕਾਰਨ ਹੈ ਰਾਜਨ ਮੇਰੀ ਸਲਾਹ ਤੁਹਾਡੇ ਮਨ ਪਸੰਦ ਹੋਵੇ ਤੁਸੀਂ ਆਪਣੇ ਪਾਪਾਂ ਨੂੰ ਧਰਮ ਨਾਲ ਅਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਇਆ ਕਰਨ ਨਾਲ ਟਾਲ ਦਿਓ। ਸ਼ਾਇਦ ਇਹ ਤੁਹਾਡਾ ਸੁੱਖ ਚਿਰ ਤੱਕ ਬਣਿਆ ਹੋਇਆ। ਇਹ ਸਭ ਕੁਝ ਨਬੂਕਦਨਸਰ ਰਾਜਾ ਉੱਤੇ ਬੀਤੇ 12 ਮਹੀਨਿਆਂ ਦੇ ਪਿੱਛੋਂ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ ਤਾਂ ਰਾਜੇ ਨੇ ਆਖਿਆ ਕਿ ਇਹ ਉਹ ਵੱਡਾ ਬਾਬਲ ਨਹੀਂ ਜਿਹਨੂੰ ਮੈਂ ਆਪਣੀ ਸ਼ਕਤੀ ਦੇ ਬਲ ਨਾਲ ਮਹਾਰਾਜੇ ਦੇ ਵਾਸ ਲਈ ਬਣਾਇਆ ਹੈ। ਭਾਈ ਮੇਰੀ ਮਹਿਮਾ ਦੀ ਬੜਾਈ ਹੋਵੇ। ਰਾਜਾ ਇਹ ਗੱਲ ਕਰ ਹੀ ਰਿਹਾ ਸੀ ਕਿ ਆਕਾਸ਼ੋਂ ਇੱਕ ਆਵਾਜ਼ ਆਈ ਕਿ ਹੇ ਨਬੂਕਦਨਸਰ ਰਾਜਾ ਤੇਰੇ ਵਿਖੇ ਇਹ ਹੁਕਮ ਹੋ ਚੁੱਕਿਆ ਹੈ ਕਿ ਰਾਜ ਤੇਥੋਂ ਲੈ ਲਿਆ ਗਿਆ ਹੈ। ਤੂੰ
ਮਨੁੱਖਾਂ ਵਿੱਚੋਂ ਹੱਕਿਆ ਜਾਵੇਗਾ ਤੇ ਤੇਰਾ ਵਾਸ ਖੇਤ ਦੇ ਪਸ਼ੂਆਂ ਨਾਲ ਹੋਵੇਗਾ ਤੇ ਤੈਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਇਆ ਹੈ ਤੇ 7 ਸਮੇਂ ਤੇਰੇ ਉੱਤੇ ਬੀਤਣਗੇ। ਤਾਂ ਤੈਨੂੰ ਪਤਾ ਲੱਗੇਗਾ ਕਿ ਅਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਹਨੂੰ ਚਾਹੁੰਦਾ ਹੈ ਉਹ ਦਿੰਦਾ ਹੈ। ਉਸੇ ਘੜੀ ਉਹ ਗੱਲ ਨਬੂਕਦਨਸਰ ਤੇ ਪੂਰੀ ਹੋਈ। ਉਹ ਮਨੁੱਖਾਂ ਵਿੱਚੋਂ ਹੱਕਿਆ ਗਿਆ ਤੇ ਬਲਦਾਂ ਵਾਂਗੂ ਘਾਹ ਖਾਣ ਲੱਗ ਪਿਆ ਤੇ ਉਹ ਦੇਹੀ ਆਕਾਸ਼ ਦੀ ਤਰੇਲ ਨਾਲ ਤਰ ਹੋਈ। ਇੱਥੋਂ ਤੱਕ ਉਹ ਦੇ ਵਾਲ ਉਕਾਬਾਂ ਦੇ ਪਰਾਂ ਵਾਂਗੂ ਅਤੇ ਉਹਦੇ 9 ਪੰਛੀਆਂ ਦੇ ਨੋਹਾਂ ਵਰਗੇ ਵੱਧ ਗਏ। ਉਹਨਾਂ ਦਿਨਾਂ ਦੇ ਬੀਤਣ ਉੱਤੇ ਮੈਂ ਨਬੂਕਦਨਸਰ ਨੇ ਆਪਣੀਆਂ ਅੱਖੀਆਂ ਆਕਾਸ਼ ਵੱਲ ਚੁੱਕੀਆਂ ਅਤੇ ਮੇਰੀ ਸਮਝ ਫੇਰ ਮੇਰੇ ਵਿੱਚ ਮੁੜ ਆਈ। ਮੈਂ ਅਤ ਮਹਾਨ ਦਾ ਧੰਨਵਾਦ ਕੀਤਾ ਤੇ ਉਹਦਾ ਜੋ ਸਦਾ ਜਿਉਂਦਾ ਹੈ ਬੜਾਈ ਤੇ ਆਦਰ ਕੀਤਾ। ਜੇ ਦੀ ਸਰਦਾਰੀ ਸਦੀਪਕ ਸਰਦਾਰੀ ਅਤੇ ਜੇ ਦਾ ਰਾਜ ਪੀੜ੍ਹੀਓਂ ਪੀੜ੍ਹੀ ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ ਅਤੇ ਉਹ ਸਵਰਗ ਦੀਆਂ ਫੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ ਅਤੇ ਕੋਈ ਨਹੀਂ ਜੋ ਉਹਦੇ ਹੱਥ ਨੂੰ ਰੋਕ ਸਕੇ ਜਾਂ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈ। ਉਸ ਵੇਲੇ ਮੇਰੀ ਸਮਝ ਮੇਰੇ ਵਿੱਚ ਫੇਰ ਮੁੜ ਆਈ ਅਤੇ ਮੇਰੇ ਰਾਜ ਦੇ ਪ੍ਰਤਾਪ ਲਈ ਮੇਰਾ ਆਦਰ ਅਤੇ ਮੇਰਾ ਦਬਕਾ ਫੇਰ ਮੇਰੇ ਵਿੱਚ ਆ ਗਿਆ ਅਤੇ ਮੇਰੇ ਸਲਾਹਕਾਰਾਂ ਤੇ ਪ੍ਰਧਾਨਾਂ ਨੇ ਮੈਨੂੰ ਫੇਰ ਲੱਭ ਲਿਆ ਅਤੇ ਮੈਂ ਆਪਣੇ ਰਾਜ ਵਿੱਚ ਕਾਇਮ ਹੋ ਗਿਆ ਤੇ ਚੰਗਾ ਪ੍ਰਤਾਪ ਮੈਨੂੰ ਮਿਲਦਾ ਜਾਂਦਾ ਸੀ। ਹੁਣ ਮੈਨੂੰ ਨਬੂਕਦਨਸਰ ਆਕਾਸ਼ ਦੇ ਮਹਾਰਾਜ ਦੀ ਵਡਿਆਈ ਤੇ ਮਹਿਮਾ ਤੇ ਆਦਰ ਕਰਾਂਦਾ ਹਾਂ ਜੋ ਉਹ ਆਪਣੇ ਸਭਨਾ ਕੰਮਾਂ ਵਿੱਚ ਤੇ ਆਪਣੇ ਸਾਰੇ ਰਾਹਾਂ ਵਿੱਚ ਨਿਯਮਕਾਰ ਹੈ ਅਤੇ ਜਿਹੜੇ ਘਮੰਡ ਨਾਲ ਚੱਲਦੇ ਹਨ ਉਹਨਾਂ ਨੂੰ ਨੀਵਾਂ ਕਰ ਸਕਦਾ ਹੈ। ਆਮੀਨ। ਦਾਨੀਏਲ ਦੀ ਪੋਥੀ ਅਧਿਆਇ 5। ਬੇਲਸ਼ੱਸਰ ਰਾਜਾ ਨੇ ਆਪਣੇ 1000 ਪ੍ਰਧਾਨਾਂ ਦੀ ਵੱਡੀ ਦਾਉਦ ਕੀਤੀ ਅਤੇ ਉਸ 1000 ਦੇ ਸਾਹਮਣੇ ਨਸ਼ਾ ਪੀਤਾ। ਬੇਲਸ਼ੱਸਰ ਨੇ ਨਸ਼ਾ ਚੱਖਦੇ ਹੋਏ ਆਗਿਆ ਦਿੱਤੀ ਕਿ ਸੋਨੇ ਚਾਂਦੀ ਦੇ ਭਾਂਡੇ ਜਿਹੜੇ ਨਬੂਕਦਨਸਰ ਉਹਦੇ ਪਿਤਾ ਨੇ ਯਰੂਸ਼ਲਮ ਦੀ ਹੈਕਲ ਵਿੱਚੋਂ ਕੱਢ ਸਨ ਲਿਆਂਦੇ ਜਾਣ ਤਾਂ ਜੋ ਰਾਜਾ ਨੇ ਉਹਦੇ ਪ੍ਰਧਾਨਾਂ ਤੋਂ ਉਹਦੇ ਦੀਆਂ ਰਾਣੀਆਂ ਤੇ ਉਹਦੀਆਂ ਰਖੇਲਾਂ ਉਹਨਾਂ ਵਿੱਚੋਂ ਨਸ਼ਾ ਪੀਣ ਤੋਂ ਉਹ ਸੋਨੇ ਦੇ ਭਾਂਡਿਆਂ ਨੂੰ ਜਿਹੜੇ ਪਰਮੇਸ਼ਰ ਦੇ ਭਵਨ ਦੀ ਹੈਕਲ ਵਿੱਚੋਂ ਜੋ ਯਰੂਸ਼ਲਮ ਵਿੱਚੋਂ ਹੈ ਕੱਢੇ ਗਏ ਸਨ ਲਿਆਏ ਅਤੇ ਰਾਜੇ ਅਤੇ ਉਹਦੇ ਪ੍ਰਧਾਨਾਂ ਉਹਦੀਆਂ ਰਾਣੀਆਂ ਤੇ ਉਹਦੀਆਂ ਰਖੇਲਾਂ ਨੇ ਉਹਨਾਂ ਵਿੱਚੋਂ ਪੀਤੀ। ਉਹਨਾਂ ਨੇ ਸ਼ਰਾਬ ਪੀਤੀ ਅਤੇ ਸੋਨੇ ਚਾਂਦੀ ਪਿੱਤਲ ਲੋਹੇ ਕਾਠ ਅਤੇ ਪੱਥਰ ਤੇ ਦਿਉਤਿਆਂ ਦੀ ਵਡਿਆਈ ਕੀਤੀ। ਉਸੇ ਘੜੀ ਵਿੱਚ ਮਨੁੱਖ ਦੀ ਹੱਥ ਦੀਆਂ ਉਂਗਲੀਆਂ ਪ੍ਰਗਟ ਹੋਈਆਂ ਅਤੇ ਉਹਨਾਂ ਦੇ ਸਮਾਧਾਨ ਦੇ ਅੱਗੇ ਰਾਜੇ ਦੇ ਮਹਿਲ ਦੀ ਚੁਣੇ ਕੱਚ ਕੰਧ ਉੱਤੇ ਲਿਖਿਆ ਅਤੇ ਰਾਜ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਵੇਖਿਆ ਤਾਂ ਰਾਜੇ ਨੇ ਚਿਹਰਾ ਬਦਲ ਗਿਆ ਤੇ ਉਹਦਾ ਦੀਆਂ ਚਿੰਤਾ ਨੇ ਉਹਨੂੰ ਉਧਰ ਦਿੱਤਾ ਟਿਕ ਕਿ ਉਹ ਦੇ ਲੱਕ ਦੇ ਜੋੜ ਢੀਲੇ ਪੈ ਗਏ ਅਤੇ ਉਹ ਗੱਡੇ ਇੱਕ ਦੂਏ ਨਾਲ ਟਕਰਾਉਣ ਲੱਗ ਪਏ। ਰਾਜੇ ਨੇ ਉੱਚੀ ਆਵਾਜ਼ ਨਾਲ ਚਲਾ ਕੇ ਆਖਿਆ ਕਿ ਜੋਤਸ਼ੀਆਂ ਕਸਦੀਆਂ ਤੇ ਅਗੰਮ ਗਿਆਨੀਆਂ ਨੂੰ ਸਾਹਮਣੇ ਕਰੋ। ਰਾਜੇ ਨੇ ਬਾਬਲ ਦੇ ਗਿਆਨੀਆਂ ਨੂੰ ਆਖਿਆ ਭਈ ਜੋ ਕੋਈ ਇਸ ਲਿਖਤ ਨੂੰ ਪੜ੍ਹੇ ਅਤੇ ਇਸ ਦਾ ਅਰਥ ਮੈਨੂੰ ਦੱਸੇ ਉਹ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਏਗਾ ਅਤੇ ਉਹ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਏਗਾ ਅਤੇ ਰਾਜ ਵਿੱਚ 3 ਦਰਜੇ ਦਾ ਹਾਕਮ ਬਣੇਗਾ। ਤਦ ਰਾਜੇ ਦੇ ਸਾਰੇ ਗਿਆਨੀਆਂ ਸਾਹਮਣੇ ਆਏ ਪਰ ਨਾ ਉਸ ਲਿਖਤ ਨੂੰ ਪੜ੍ਹ ਸਕੇ ਨਾ ਰਾਜੇ ਨੂੰ ਉਸ ਦਾ ਅਰਥ ਦੱਸ ਸਕੇ। ਤਾਂ ਬੇਲਸ਼ੱਸਰ ਰਾਜਾ ਬਹੁਤ ਘਬਰਾ ਗਿਆ ਤੇ ਉਹਦਾ ਚਿਹਰਾ ਬਦਲ ਗਿਆ ਤੇ ਉਹ ਦੇ ਪ੍ਰਧਾਨ ਹੱਕੇ ਬੱਕੇ ਰਹਿ ਗਏ। ਫਿਰ ਰਾਜੇ ਤੇ ਉਹਦੇ ਪ੍ਰਧਾਨਾਂ ਦੀਆਂ ਗੱਲਾਂ ਸੁਣ ਕੇ ਰਾਜੇ ਦੀ ਮਾਤਾ ਦਾਊਦ ਦੇ ਘਰ ਵਿੱਚ ਆਈ ਅਤੇ ਮਹਾਰਾਣੀ ਆਖਣ ਲੱਗੀ, ਹੇ ਮਹਾਰਾਜਾ ਜੁਗੋ ਜੁਗ ਜਿਉਂਦਾ ਰਹੋ। ਤੇਰੀ ਚਿੰਤਾ ਤੈਨੂੰ ਹੱਕਾ ਬੱਕਾ ਨਾ ਕਰਨ ਅਤੇ ਨਾ ਤੇਰਾ ਚਿਹਰਾ ਬਦਲੇ। ਤੇਰਾ ਰਾਜ ਵਿੱਚ ਇੱਕ ਮਨੁੱਖ ਹੈ ਜਿਸ ਵਿੱਚ ਪਵਿੱਤਰ ਦੇਵਤਾ ਦਾ ਆਤਮਾ ਹੈ ਅਤੇ ਤੇਰਾ ਪਿਤਾ ਦੇ ਦਿਨਾਂ ਵਿੱਚ ਚਾਨਣ ਤੇ ਸਮਝ ਤੇ ਬੁੱਧ ਦੇਵਤਿਆਂ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਸੀ ਜਿਹਨੂੰ ਤੇਰੇ ਪਿਤਾ ਮਹਾਰਾਜਾ ਨਬੂਕਦਨਸਰ ਨੇ ਨਾ ਤੇਰੇ ਪਿਤਾ ਮਹਾਰਾਜਾ ਨੇ ਜਾਦੂਗਰ ਜੋਤਸ਼ੀਆਂ ਕਸਦੀਆਂ ਤੇ ਅਗੰਮ ਗਿਆਨੀਆਂ ਦਾ ਸਰਦਾਰ ਬਣਾਇਆ ਹੋਇਆ ਸੀ।
ਕਿਉਂ ਜੋ ਉਸ ਵਿੱਚ ਚੰਗਾ ਆਤਮਾ ਤੇ ਗਿਆਨ ਤੇ ਸਮਝ ਤੇ ਸੁਪਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਤੇ ਔਖੀਆਂ ਗੱਲਾਂ ਦੇ ਭੇਤ ਖੋਲ੍ਹਣ ਤੇ ਵਹਿਮਾਂ ਨੂੰ ਹੱਲ ਕਰਨ ਦੀ ਸਮਰੱਥਾ ਸੀ। ਉਸੇ ਦਾਨੀਏਲ ਜੇ ਦਾ ਨਾਉ ਰਾਜੇ ਦੇ ਬੇਲਸ਼ੱਸਰ ਰੱਖਿਆ ਸੀ। ਹੁਣ ਦਾਨੀਏਲ ਨੂੰ ਸਦਵਾ ਲੈ ਤੇ ਉਹ ਅਰਥ ਦੱਸੇਗਾ। ਤਾਂ ਦਾਨੀਏਲ ਰਾਜੇ ਦੇ ਦਰਬਾਰ ਲਿਆਂਦਾ ਗਿਆ। ਤਦ ਰਾਜੇ ਨੇ ਦਾਨੀਏਲ ਨੂੰ ਇਹੋ ਆਖਿਆ ਕਿ ਤੂੰ ਉਹ ਦਾਨੀਏਲ ਹੈ ਜੋ ਯਹੂਦਾ ਦੇ ਕੈਦੀਆਂ ਵਿੱਚੋਂ ਹੈ, ਜਿਨ੍ਹਾਂ ਨੂੰ ਮਹਾਰਾਜਾ ਮੇਰੇ ਪਿਤਾ ਯਹੂਦਾ ਦੀ ਥਾਂ ਲਿਆਇਆ ਸੀ। ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਕਿ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ ਤੇ ਚਾਨਣ ਤੇ ਸਮਝ ਤੇ ਚੰਗੀ ਬੁੱਧ ਤੇਰੇ ਵਿੱਚ ਹੈ, ਤੇ ਉਹ ਹੁਣ ਗਿਆਨੀਆਂ ਤੇ ਜੋਤਸ਼ੀਆਂ ਮੇਰੇ ਸਾਹਮਣੇ ਕੀਤੇ ਗਏ ਸਨ। ਇਸ ਕਰਕੇ ਜੋ ਉਸ ਲਿਖਤ ਨੂੰ ਪੜ੍ਹਨ ਅਤੇ ਉਹਦਾ ਅਰਥ ਮੇਰੇ ਉੱਤੇ ਪ੍ਰਗਟ ਕਰਨ, ਪਰ ਉਹ ਉਹਦਾ ਅਰਥ ਪ੍ਰਗਟ ਨਾ ਕਰ ਸਕੇ। ਅਤੇ ਉਹ ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਜੋ ਤੂੰ ਅਰਥ ਦੱਸ ਸਕਦਾ ਹੈ ਅਤੇ ਭਰਮ ਹਟਾ ਦਿੰਦਾ ਹੈ। ਹੁਣ ਜੇ ਤੂੰ ਉਸ ਲਿਖਤ ਨੂੰ ਪੜ੍ਹੇ ਅਤੇ ਉਹਦਾ ਅਰਥ ਮੈਨੂੰ ਦੱਸੇ, ਤਾਂ ਤੈਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਏਗਾ ਅਤੇ ਤੇਰੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਏਗਾ ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਏਗਾ। ਤਦ ਦਾਨੀਏਲ ਨੇ ਉੱਤਰ ਦੇ ਕੇ ਆਖਿਆ, ਰਾਜੇ ਦੇ ਸਾਹਮਣੇ ਆਖਿਆ, ਤੇਰੇ ਇਨਾਮ ਤੇਰੇ ਕੋਲ ਹੀ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇ। ਤਾਂ ਵੀ ਰਾਜੇ ਦੇ ਲਈ ਇਸ ਲਿਖਤ ਨੂੰ ਪੜਾਂਗਾ ਅਤੇ ਉਹਦਾ ਅਰਥ ਦੱਸਾਂਗਾ। हे ਰਾਜਾ ਅਤੇ ਮਹਾਨ ਪਰਮੇਸ਼ਰ ਦੇ ਨਬੂਕਦਨਸਰ ਨੇ ਆਪਣੇ ਪਿਤਾ ਨੂੰ ਰਾਜ, ਬਜ਼ੁਰਗੀ, ਮਹਿਮਾ ਤੇ ਪ੍ਰਤਾਪ ਨੂੰ ਦਿੱਤਾ ਅਤੇ ਉਸ ਬਜ਼ੁਰਗੀ ਦੇ ਕਾਰਨ ਜੋ ਇਸ ਨੂੰ ਦਿੱਤੀ, ਸਾਰੇ ਲੋਕ ਅਤੇ ਕੌਮਾਂ ਅਤੇ ਭਾਖੀਆਂ ਉਹਦੇ ਸਾਹਮਣੇ ਕੰਬੀਆਂ ਅਤੇ ਡਰੀਆਂ। ਜਿਹਨੂੰ ਚਾਹਿਆ ਉਹਨੂੰ ਉਸਦੇ ਮਾਰ ਸੁੱਟਿਆ ਅਤੇ ਜਿਹਨੂੰ ਚਾਹਿਆ ਉਹਨੂੰ ਉਸਨੇ ਜਿਉਂਦਾ ਛੱਡਿਆ। ਜਿਹਨੂੰ ਚਾਹਿਆ ਉਸਨੂੰ ਵਧਾਇਆ ਤੇ ਚਾਹਿਆ ਉਸਨੂੰ ਘਟਾਇਆ। ਪਰ ਜਦੋਂ ਉਸਦਾ ਸੁਭਾ ਹੰਕਾਰੀ ਹੋਇਆ ਤੇ ਉਹਦਾ ਆਤਮਾ ਕਰੜਾ ਹੋ ਕੇ ਇੱਥੋਂ ਤੀਕਰ ਹੀ ਕਿ ਉਹ ਘਮੰਡ ਕਰਦਾ ਰਿਹਾ, ਤਾਂ ਉਹ ਆਪਣੇ ਰਾਜ ਸਿੰਘਾਸਨ ਤੋਂ ਲਿਆਇਆ ਗਿਆ ਅਤੇ ਯਹੂਦਾ ਦੀ ਪੱਤ ਪ੍ਰਤੀਤ ਖੁੱਸ ਗਈ ਅਤੇ ਉਹ ਮਨੁੱਖ ਵੰਸ਼ੀਆਂ ਵਿੱਚੋਂ ਧੱਕਿਆ ਗਿਆ ਅਤੇ ਉਸ ਦਾ ਮਨ ਪਸ਼ੂਆਂ ਵਿੱਚ ਜਿਹਾ ਬਣਿਆ ਅਤੇ ਉਜਾੜ ਦੀਆਂ ਤੇ ਖੋਤਿਆਂ ਨਾਲੋਂ ਵੱਸਦਾ ਸੀ ਅਤੇ ਉਹ ਬਲਦਾਂ ਵਾਂਗੂ ਘਾਹ ਚਰਾਉਂਦਾ ਸਨ ਅਤੇ ਉਹਦਾ ਸਰੀਰ ਆਕਾਸ਼ ਦੀ ਤਰੇਲ ਨਾਲ ਗਿੱਲਾ ਹੋਇਆ ਇੱਥੋਂ ਤੀਕਰ ਜੋ ਕੁਝ ਨਹੀਂ ਜਾਤਾ। ਭਾਈ ਮਹਾਨ ਪਰਮੇਸ਼ਰ ਮਨੁੱਖਾਂ ਦੇ ਰਾਜ ਤੇ ਕਰਦਾ ਹੈ ਅਤੇ ਜਿਹਨੂੰ ਚਾਹੇ ਉਹ ਤੇ ਉਸਦੇ ਉੱਤੇ ਅਟਲ ਕਰਦਾ ਹੈ। ਪਰ हे ਬੇਲਸ਼ੱਸਰ, ਜੋ ਉਹਦਾ ਪੁੱਤਰ ਹੈ, ਭਾਵੇਂ ਜੇ ਤੂੰ ਇਸ ਸਾਰੀ ਗੱਲ ਨੂੰ ਜਾਣ ਲਿਆ, ਤਦ ਵੀ ਤੈਂ ਆਪਣੇ ਮਨ ਨੂੰ ਨਿਮਾਣਾ ਕੀਤਾ, ਸਗੋਂ ਆਕਾਸ਼ਾਂ ਦੇ ਪ੍ਰਭੂ ਦੇ ਸਨਮੁਖ ਆਪਣੇ ਆਪ ਨੂੰ ਅਕੜਾਇਆ ਅਤੇ ਉਹ ਦੇ ਘਰ ਦੇ ਭਾਂਡਿਆਂ ਉਹ ਤੇਰੇ ਅੱਗੇ ਲਿਆਏ ਅਤੇ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਆਪਣੀ ਰਖੇਲੀਆਂ ਦੇ ਨਾਲ ਉਹ ਵਿੱਚ ਨਸ਼ਾ ਪੀਤਾ ਅਤੇ ਚਾਂਦੀ ਅਰ ਸੋਨੇ ਅਤੇ ਪਿੱਤਲ, ਲੋਹੇ ਅਤੇ ਲੱਕੜੀ ਅਰ ਪੱਥਰ ਦੇ ਦਿਓਤਿਆਂ ਦੀ ਜੋ ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਜਾਣਦੇ, ਉਹਨਾਂ ਦੀ ਵਡਿਆਈ ਕੀਤੀ ਅਤੇ ਉਸ ਪਰਮੇਸ਼ਰ ਦਾ ਜਿਹਦੇ ਹੱਥ ਵਿੱਚ ਤੇਰਾ ਦਮ ਤੇਰੇ ਸਾਰੇ ਰਾਹ ਹਨ, ਉਹਦਾ ਆਦਰ ਨਾ ਕੀਤਾ। ਸੋ ਉਹਦੀ ਵੱਲੋਂ ਉਸਦਾ ਹੱਥ ਸਿਰਾ ਭੇਜਿਆ ਗਿਆ ਅਤੇ ਲਿਖਤ ਲਿਖੀ ਗਈ ਅਤੇ ਲਿਖਤ ਜੋ ਲਿਖੀ ਗਈ ਸੋ ਇਹ ਮੰਨੇ ਤਕੇਲ ਉਫਰੀਸਨ ਅਤੇ ਮੰਨੇ ਪਦ ਦਾ ਇਹ ਅਰਥ ਹੈ, ਪਰਮੇਸ਼ਰ ਨੇ ਤੇਰੇ ਰਾਜਾ ਦਾ ਲੇਖਾ ਕੀਤਾ ਅਤੇ ਉਹਦਾ ਛੇਕੜ ਕਰ ਦਿੱਤਾ। ਤਕੇਲ ਦਾ ਇਹ ਅਰਥ ਹੈ ਜੋ ਟੁਕੜੀ ਵਿੱਚ ਤੋਲਿਆ ਗਿਆ ਤੇ ਘੱਟ ਨਿਕਲਿਆ। ਪ੍ਰੇਸ ਦਾ ਇਹ ਅਰਥ ਹੈ ਜੋ ਤੇਰਾ ਰਾਜ ਵੰਡਿਆ ਗਿਆ ਅਤੇ ਮਾਦੀਆਂ ਅਰ ਫਾਰਸੀਆਂ ਨੂੰ ਦਿੱਤਾ ਗਿਆ। ਤਦ ਬੇਲਸ਼ੱਸਰ ਨੇ ਆਗਿਆ ਦਿੱਤੀ ਅਤੇ ਉਹਨਾਂ ਨੇ ਦਾਨੀਏਲ ਨੂੰ ਕੀਮਤੀ ਚੋਗਾ ਪਹਿਨਾਇਆ ਅਤੇ ਸੋਨੇ ਦਾ ਕੈਂਠਾ ਉਸਦੇ ਗਲ ਵਿੱਚ ਪਾਇਆ ਅਤੇ ਉਸਦੇ ਲਈ ਢੰਡੋਰਾ ਫਿਰਾਇਆ। ਭਾਈ ਉਹਦਾ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਗਿਆ ਹੈ। ਉਸ ਰਾਤ ਨੂੰ ਬੇਲਸ਼ੱਸਰ ਜੋ ਕਸਦੀਆਂ ਦਾ ਰਾਜਾ ਸੀ ਵੱਢਿਆ ਗਿਆ ਅਤੇ ਤਾਰਾਮਾਤੀ ਨੇ ਪਾਠਾਂ
ਵਰ੍ਹਿਆਂ ਦੀ ਉਮਰ ਵਿੱਚ ਰਾਜ ਲੈ ਲਿਆ। ਦਾਨੀਏਲ ਦੀ ਪੋਥੀ ਅਧਿਆਇ 6। ਦਾਰਾ ਨੂੰ ਚੰਗਾ ਲੱਗਾ ਜੋ ਉਸ ਰਾਜ ਉੱਤੇ 120 ਮਨਸਬਦਾਰ ਠਹਿਰਾਏ ਜੋ ਕੁੱਲ ਰਾਜ ਉੱਤੇ ਸਰਦਾਰੀ ਕਰਨ, ਅਤੇ ਉਹਨਾਂ ਉੱਤੇ 3 ਪ੍ਰਧਾਨ ਜਿਨ੍ਹਾਂ ਵਿੱਚੋਂ ਇੱਕ ਦਾਨੀਏਲ ਸੀ। ਇਸ ਕਰਕੇ ਜੋ ਮਨਸਬਦਾਰ ਉਹਨਾਂ ਨੂੰ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ। ਇਸ ਚੰਗਾ ਆਤਮਾ ਦਾਨੀਏਲ ਵਿੱਚ ਸੀ। ਇਸੇ ਕਰਕੇ ਉਸਨੂੰ ਮਨਸਬਦਾਰਾਂ ਤੇ ਪ੍ਰਧਾਨਾਂ ਨਾਲੋਂ ਵਡਿਆਈ ਮਿਲੀ, ਅਤੇ ਰਾਜੇ ਨੇ ਚਾਹਿਆ ਭਾਈ ਉਹ ਸਾਰੇ ਰਾਜ ਉੱਤੇ ਮੁਖਤਿਆਰ ਕਰੇ। ਤਦ ਉਹਨਾਂ ਮਨਸਬਦਾਰਾਂ ਤੇ ਪ੍ਰਧਾਨਾਂ ਨੇ ਚਾਹਿਆ ਭਾਈ ਕਿਵੇਂ ਨਾ ਕਿਵੇਂ ਰਾਜ ਕਾਜ ਦੇ ਕਾਰਨ ਦਾਨੀਏਲ ਉੱਤੇ ਕੋਈ ਦੋਸ਼ ਲਾਈਏ, ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਨਾ ਲੱਭਾ, ਕਿਉਂ ਜੋ ਉਹ ਵਫਾਦਾਰ ਸੀ ਅਤੇ ਉਹ ਵਿੱਚ ਔਗਣ ਜਾਂ ਖੋਟ ਨਾ ਲੱਭਾ। ਤਾਂ ਉਹਨਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਦਾਨੀਏਲ ਨੂੰ ਉਹਦੇ ਪਰਮੇਸ਼ਰ ਦੀ ਵਿਵਸਥਾ ਦੀ ਬਿਨਾਂ ਹੋਰ ਕਿਸੇ ਗੱਲ ਵਿੱਚ ਦੋਸ਼ੀ ਨਾ ਲਵਾਵਾਂਗੇ। ਤਾਂ ਇਹ ਪ੍ਰਧਾਨ ਤੇ ਮਨਸਬਦਾਰ ਇਕੱਠੇ ਹੋ ਕੇ ਰਾਜਾ ਕੋਲ ਆਏ ਅਤੇ ਉਹ ਨੂੰ ਇਹੋ ਆਖਿਆ, ਹੇ ਦਾਰਾ ਮਹਾਰਾਜ, ਜੁਗੋ ਜੁਗ ਜਿਉਂਦੇ ਰਹੋ। ਰਾਜ ਦੇ ਸਾਰੇ ਪ੍ਰਧਾਨਾਂ, ਦੀਵਾਨਾਂ, ਮਨਸਬਦਾਰਾਂ, ਸਲਾਹਕਾਰਾਂ ਤੇ ਸਰਦਾਰਾਂ ਨੇ ਆਪੋ ਆਪਣੇ ਵਿੱਚ ਸਲਾਹ ਕੀਤੀ ਹੈ ਕਿ ਇੱਕ ਸ਼ਾਹੀ ਵਿਧੀ ਠਹਿਰਾਇਆ ਜਾਵੇ ਅਤੇ ਮਨਾਹੀ ਦਾ ਇੱਕ ਪੱਕਾ ਕਾਨੂੰਨ ਬਣਾਇਆ ਜਾਵੇ। ਭਾਈ ਜਿਹੜਾ ਕੋਈ 30 ਦਿਹਾੜੀਆਂ ਇੱਕ ਤੋਂ ਹੱਥੋਂ ਬਾਜ਼ ਹੈ, ਰਾਜਨ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੂਰੇ ਵਿੱਚ ਸੁੱਟਿਆ ਜਾਵੇ। ਹੁਣ ਇਹ ਰਾਜਨ ਇਸ ਵਿਧ ਨੂੰ ਤੋਰੇ ਅਤੇ ਲਿਖਤ ਉੱਤੇ ਆਪਣੀ ਸਹੀ ਪਾ ਦਿਓ ਜੋ ਨਾ ਬਦਲੀ, ਜਿਵੇਂ ਮਾਦਿਆਂ ਅਤੇ ਫਾਰਸੀਆਂ ਦੀ ਮਨਾਹੀ ਦੇ ਪੱਕੇ ਕਾਨੂੰਨ ਦੇ ਅਨੁਸਾਰ ਜੋ ਬਦਲਦਾ ਨਹੀਂ। ਸੋ ਦਾਰਾ ਰਾਜਾ ਨੇ ਉਸ ਲਿਖਤ ਅਤੇ ਉਸ ਵਿਧੀ ਉੱਤੇ ਸਹੀ ਪਾਇਆ। ਜਦ ਦਾਨੀਏਲ ਨੂੰ ਮਾਲੂਮ ਹੋਇਆ ਕਿ ਉਸ ਲਿਖਤ ਉੱਤੇ ਸਹੀ ਪੈ ਗਿਆ ਹੈ ਤਾਂ ਉਸ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ ਕੇ ਜਿਹੜੀ ਯਰੂਸ਼ਲਮ ਵੱਲ ਸੀ ਅਤੇ 3 ਦਿਨ ਵਿੱਚ ਬਾਰੀ ਗੋਡੇ ਨਿਭਾ ਕੇ ਪਰਮੇਸ਼ਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ। ਤਾਂ ਇਹ ਲੋਕ ਇਕੱਠੇ ਹੋਏ ਅਤੇ ਦਾਨੀਏਲ ਨੂੰ ਆਪਣੇ ਪਰਮੇਸ਼ਰ ਦੇ ਸਾਹਮਣੇ ਬੇਨਤੀਆਂ ਅਤੇ ਤਰਲੇ ਕਰਦਿਆਂ ਪਾਇਆ। ਫਿਰ ਉਹ ਨੇੜੇ ਆਏ ਅਤੇ ਤਿੰਨੇ ਤੇ ਰਾਜੇ ਦੇ ਸਾਹਮਣੇ ਰਾਜੇ ਦੇ ਪੱਕੇ ਕਾਨੂੰਨ ਲਈ ਆਖਿਆ, ਭਾਈ ਹੇ ਰਾਜਨ, ਕੀ ਤੁਸੀਂ ਉਸ ਵਿਧੀ ਉੱਤੇ ਸਹੀ ਨਹੀਂ ਪਾਇਆ? ਭਾਈ ਜਿਹੜਾ ਕੋਈ 30 ਦਿਨਾਂ ਤੱਕ ਤੁਹਾਥੋਂ ਬਾਝ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੂਰੇ ਵਿੱਚ ਸੁੱਟਿਆ ਜਾਵੇਗਾ। ਰਾਜੇ ਨੇ ਉੱਤਰ ਦੇ ਕੇ ਆਖਿਆ ਕਿ ਇਹ ਗੱਲ ਸੱਚ ਹੈ। ਮਾਦਿਆਂ ਅਤੇ ਫਾਰਸੀਆਂ ਦੇ ਕਾਨੂੰਨ ਅਨੁਸਾਰ ਜੋ ਬਦਲਦੇ ਨਹੀਂ। ਉਹਨਾਂ ਨੇ ਉੱਤਰ ਦਿੱਤਾ ਅਤੇ ਰਾਜੇ ਦੇ ਅੱਗੇ ਬੇਨਤੀ ਕੀਤੀ, ਭਾਈ ਹੇ ਰਾਜਨ ਉੱਤੇ ਰਾਜਨ ਉਹ ਦਾਨੀਏਲ ਜੋ ਯਹੂਦੀਆਂ ਦੇ ਅਸੀਰਾਂ ਵਿੱਚੋਂ ਹੈ, ਉਹ ਤੁਹਾਨੂੰ ਨਹੀਂ ਮੰਨਦਾ ਅਤੇ ਨਾ ਹੀ ਉਸ ਕਾਨੂੰਨ ਨੂੰ ਜੇ ਦੇ ਉੱਤੇ ਤੁਸਾਂ ਸਹੀ ਪਾਈ ਹੈ, ਪਰ ਹਰ ਰੋਜ਼ 3 ਵਾਰੀ ਬੇਨਤੀ ਕਰਦਾ ਹੈ। ਜਦ ਰਾਜੇ ਨੇ ਇਹ ਗੱਲ ਸੁਣੀ ਤਦ ਆਪਣੇ ਆਪ ਵਿੱਚ ਵੱਡਾ ਛਿੱਥਾ ਹੋਇਆ ਅਤੇ ਉਸਨੇ ਮਨ ਵਿੱਚ ਚਾਹਿਆ ਭਾਈ ਦਾਨੀਏਲ ਨੂੰ ਛੁਡਾਵੇ ਅਤੇ ਸੂਰਜ ਦੇ ਅਸਤਨ ਤੱਕ ਉਹ ਦੇ ਛੁਡਾਉਣ ਲਈ ਯਤਨ ਕਰਦਾ ਰਿਹਾ। ਫਿਰ ਉਹ ਮਨੁੱਖ ਰਾਜੇ ਦੇ ਸਾਹਮਣੇ ਇਕੱਠੇ ਹੋਏ ਅਤੇ ਰਾਜੇ ਨੂੰ ਆਖਣ ਲੱਗੇ, ਹੇ ਰਾਜਨ, ਤੁਸੀਂ ਜਾਣ ਲਓ ਕਿ ਮਾਦੀਆਂ ਅਤੇ ਫਾਰਸੀਆਂ ਦਾ ਇਹ ਕਾਨੂੰਨ ਕਿਉਂ ਜੋ ਮਨਾਹੀ ਦਾ ਪੱਕਾ ਕਾਨੂੰਨ ਪਾਤੇ ਪਾਤਸ਼ਾਹੀ ਵਿਧੀ ਰਾਜਾ ਠਹਿਰਾਵੇ ਸੋ ਬਦਲਦੀ ਨਾ ਜਾਵੇ। ਤਾਂ ਰਾਜੇ ਨੇ ਆਗਿਆ ਕੀਤੀ ਅਤੇ ਉਹ ਦਾਨੀਏਲ ਨੂੰ ਲੈ ਆਇਆ ਅਤੇ ਉਸ ਨੂੰ ਸ਼ੇਰਾਂ ਦੇ ਘੂਰੇ ਵਿੱਚ ਸੁੱਟ ਦਿੱਤਾ। ਪਰ ਰਾਜੇ ਨੇ ਦਾਨੀਏਲ ਨੂੰ ਆਖਿਆ ਸੀ ਕਿ ਤੇਰਾ ਪਰਮੇਸ਼ਰ ਜਿਹਦੀ ਉਪਾਸਨਾ ਤੂੰ ਸਦਾ ਕਰਦਾ ਹੈ ਉਹ ਤੈਨੂੰ ਛੁਡਾਊ। ਅਤੇ ਇੱਕ ਪੱਥਰ ਲਿਆਂਦਾ ਗਿਆ ਅਤੇ ਉਸ ਘੂਰੇ ਦੇ ਮੂੰਹ ਉੱਤੇ ਰੱਖਿਆ ਗਿਆ ਅਤੇ ਰਾਜੇ ਨੇ ਆਪਣੀ ਅਤੇ ਪ੍ਰਧਾਨਾਂ ਦੀ ਮੋਹਰ ਉਹਦੇ ਉੱਤੇ ਲਾ ਦਿੱਤੀ। ਇਸ ਲਈ ਭਾਈ ਜੋ ਗੱਲ ਦਾਨੀਏਲ ਲਈ ਠਹਿਰਾਈ ਗਈ ਹੈ ਨਾ ਬਦਲੇ। ਤਦ ਰਾਜਾ ਆਪਣੇ ਮਹਿਲ ਵਿੱਚ ਗਿਆ ਅਤੇ ਉਸਨੇ ਸਾਰੀ ਰਾਤ ਵਰਤ ਰੱਖਿਆ ਅਤੇ ਉਸ ਦੇ ਅੱਗੇ ਕੋਈ ਛੂਹਣ ਵਾਲੀ ਚੀਜ਼ ਨਾ ਲਿਆਂਦੀ ਗਈ ਅਤੇ ਉਸ ਦੀ ਨੀਂਦ ਜਾਂਦੀ ਰਹੀ। ਤਾਂ ਰਾਜਾ ਮੂੰਹ ਹਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੇ ਘੂਰੇ ਵੱਲ ਗਿਆ ਅਤੇ ਜਦੋਂ ਉਹ ਘੂਰੇ ਮੁੱਢ ਦਾਨੀਏਲ ਕੋਲ ਜਾ ਪੁੱਜਾ ਤਾਂ ਚਿੰਤਾ ਦੀ ਆਵਾਜ਼ ਨਾਲ ਪੁਕਾਰਿਆ। ਰਾਜੇ ਨੇ ਦਾਨੀਏਲ ਨੂੰ ਆਖਿਆ, ਹੇ ਦਾਨੀਏਲ, ਜਿਉਂਦੇ ਪਰਮੇਸ਼ਰ ਦੇ ਉਪਾਸਕ, ਕੀ ਤੇਰਾ ਪਰਮੇਸ਼ਰ ਜਿਹਦੀ ਉਪਾਸਨਾ ਤੂੰ ਸਦਾ ਕਰਦਾ ਹੈ ਤੈਨੂੰ ਸ਼ੇਰਾਂ ਦੀ ਕੀ ਛੁਡਾਉਣ ਯੋਗ ਹੋਇਆ? ਤਦ ਦਾਨੀਏਲ ਨੇ ਰਾਜੇ ਨੂੰ ਆਖਿਆ, ਹੇ ਰਾਜਨ, ਜੁਗੋ ਜੁਗ ਜੀ ਮੇਰੇ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਹੈ ਅਤੇ ਇੱਥੋਂ ਤੱਕ ਕਿ ਉਹਨਾਂ ਨੇ ਮੈਨੂੰ ਰੱਤੀ ਭਰ ਵੀ ਦੁੱਖ ਨਹੀਂ ਦਿੱਤਾ। ਇਸ
ਕਰਕੇ ਜੋ ਉਸ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਈ ਗਈ ਅਤੇ ਤੇਰੇ ਅੱਗੇ ਵੀ ਇਹ ਰਾਜ ਮੈਂ ਦੋਸ਼ ਨਹੀਂ ਕੀਤਾ। ਤਾਂ ਰਾਜਾ ਆਪਣੇ ਆਪ ਵਿੱਚ ਉਹਦੇ ਲਈ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਏਲ ਨੂੰ ਉਸ ਕੂਰੇ ਤੋਂ ਕੱਢੋ। ਸੋ ਦਾਨੀਏਲ ਉਸ ਕੂਰੇ ਤੋਂ ਕੱਢਿਆ ਗਿਆ ਅਤੇ ਉਸ ਦੇ ਉੱਤੋਂ ਰੱਤੀ ਵੀ ਔਖ ਨਾ ਲੱਭਾ। ਇਸ ਕਰਕੇ ਜੋ ਉਸਨੇ ਆਪਣੇ ਪਰਮੇਸ਼ਰ ਉੱਤੇ ਪ੍ਰਤੀਤ ਕੀਤੀ। ਤਾਂ ਰਾਜਾ ਨੇ ਹੁਕਮ ਦਿੱਤਾ, ਅਰੋਨਾ ਮਨੁੱਖਾਂ ਨੂੰ ਜਿਨ੍ਹਾਂ ਨੇ ਦਾਨੀਏਲ ਉੱਤੇ ਦੋਸ਼ ਲਾਇਆ ਸੀ ਲੈ ਆਇਆ ਅਤੇ ਉਹਨਾਂ ਨੂੰ ਉਹਨਾਂ ਦੇ ਬਾਲ ਬੱਚਿਆਂ ਅਤੇ ਤੀਵੀਆਂ ਸਣੇ ਸ਼ੇਰਾਂ ਦੇ ਕੂਰੇ ਵਿੱਚ ਸੁੱਟ ਦਿੱਤਾ। ਤਾਂ ਸ਼ੇਰਾਂ ਉਹਨਾਂ ਉੱਤੇ ਬਲਵਾਨ ਹੋਏ ਅਤੇ ਕੂਰੇ ਦੇ ਥੱਲੇ ਤੋੜੀ ਪੜਨ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਹਨਾਂ ਨੂੰ ਦੀਆਂ ਹੱਡੀਆਂ ਤੋੜ ਤਾੜ ਦਿੱਤਾ। ਰਾਜਾ ਨੇ ਸਾਰਿਆਂ ਲੋਕਾਂ ਤੇ ਕੌਮਾਂ ਅਤੇ ਭਾਸ਼ੀਆਂ ਨੂੰ ਜੋ ਸਾਰੇ ਸੰਸਾਰ ਵਿੱਚ ਵਸਦੇ ਹਨ ਲਿਖਤ ਕਰਨ ਲੱਗੀ ਕੱਲੀ ਕਿ ਤੁਹਾਡੀ ਸੁਖ ਸਾਂਦ ਵੱਧ ਮੈਂ ਇਹ ਆਗਿਆ ਕਰਦਾ ਹਾਂ ਭਾਈ ਮੇਰੇ ਸਾਰੇ ਦਾ ਸ਼ਾਹੀ ਰਾਜ ਵਿੱਚ ਲੋਕ ਦਾਨੀਏਲ ਦੇ ਪਰਮੇਸ਼ਰ ਅੱਗੇ ਕਵਣ ਅਤੇ ਡਰਨ। ਉਹ ਜਿਉਂਦਾ ਪਰਮੇਸ਼ਰ ਹੈ ਅਤੇ ਸਦਾ ਤਾਈਂ ਕਾਇਮ ਹੈ। ਉਹਦਾ ਰਾਜ ਅਟਲ ਹੈ ਅਤੇ ਉਹਦੀ ਪਾਤਸ਼ਾਹੀ ਆਖਰ ਤੀਕ ਰਹੇਗੀ। ਉਹ ਹੀ ਛੁਡਾਉਂਦਾ ਅਤੇ ਉਹੀ ਬਚਾਉਂਦਾ ਹੈ ਅਤੇ ਆਕਾਸ਼ ਅਤੇ ਧਰਤੀ ਵਿੱਚ ਉਹੀ ਨਿਸ਼ਾਨ ਅਰ ਅਚੰਭੇ ਕਰਦਾ ਹੈ। ਜਿਹਨੇ ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਹੈ ਸੋ ਇਹ ਦਾਨੀਏਲ ਦਾਰਾ ਦੇ ਰਾਜ ਅਤੇ ਕੋਰਸ ਫਾਰਸੀ ਦੇ ਰਾਜ ਵਿੱਚ ਭਾਗਵਾਨ ਹੋਇਆ ਹੈ। ਆਮੀਨ। ਦਾਨੀਏਲ ਦੀ ਪੁੱਥੀ ਅਧਿਆਇ 7। ਬਾਬਲ ਦੇ ਰਾਜਾ ਬੇਲਸ਼ੱਸਰ ਦੇ ਪਹਿਲੇ ਬਰੇ ਵਿੱਚ ਦਾਨੀਏਲ ਨੇ ਆਪਣੇ ਪਲੰਗ ਉੱਤੇ ਇੱਕ ਸੁਪਨਾ ਅਤੇ ਆਪਣੇ ਸਿਰ ਦੀਆਂ ਦ੍ਰਿਸ਼ਟਾਂ ਡਿਠੀਆਂ। ਤਦ ਉਹਨੇ ਉਸ ਸੁਪਨੇ ਨੂੰ ਲਿਖਿਆ ਅਤੇ ਉਹਨਾਂ ਗੱਲਾਂ ਦਾ ਸਾਰਾ ਹਾਲ ਕਥਨ ਕੀਤਾ। ਦਾਨੀਏਲ ਨੇ ਆਖਿਆ, ਭਾਈ ਰਾਤ ਨੂੰ ਮੈਂ ਇੱਕ ਦ੍ਰਿਸ਼ਟ ਡਿਠੀ ਅਤੇ ਕੀ ਵੇਖਦਾ ਹਾਂ ਜੋ ਆਕਾਸ਼ ਦੀਆਂ ਚਾਰੇ ਕੋਨਾਂ ਵੱਡੇ ਸਮੁੰਦਰ ਉੱਤੇ ਜ਼ੋਰ ਨਾਲ ਵਗੀਆਂ ਅਤੇ ਸਮੁੰਦਰ ਵਿੱਚੋਂ ਚਾਰ ਵੱਡੇ ਵੱਡੇ ਦਰਿੰਦੇ ਜੋ ਇੱਕ ਦੂਜੇ ਨਾਲ ਵੱਖੋ ਵੱਖ ਸਨ ਨਿਕਲੇ। ਪਹਿਲਾ ਸ਼ੇਰ ਬੱਬਰ ਵਰਗਾ ਸੀ ਅਤੇ ਕਾਬ ਜਿਹੇ ਖੰਭਾਂ ਵਾਲਾ ਸੀ। ਮੈਂ ਵੇਖਦਾ ਰਿਹਾ ਤਾਂ ਜਦੋਂ ਟਿੱਕਰ ਉਹਦੇ ਖੰਭ ਨਾਪੇ ਗਏ ਅਤੇ ਉਹ ਧਰਤੀ ਉੱਤੇ ਚੁੱਕਿਆ ਗਿਆ ਅਤੇ ਮਨੁੱਖ ਵਾਂਗੂ ਪੈਰਾਂ ਦੇ ਭਾਰ ਖੜਾ ਕੀਤਾ ਅਤੇ ਮਨੁੱਖ ਦਾ ਦਿਲ ਉਸ ਨੂੰ ਦਿੱਤਾ ਗਿਆ। ਤੇ ਫੇਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ ਉਹ ਇੱਕ ਪਾਸੇ ਵੱਲ ਖਲੋ ਗਿਆ ਤੇ ਉਹਦੇ ਮੂੰਹ ਵਿੱਚ ਉਹਦੀਆਂ ਦੰਦਾਂ ਦੇ ਵਿਚਕਾਰ 3 ਪਸਲੀਆਂ ਸਨ। ਉਹਨਾਂ ਨੇ ਉਸ ਨੂੰ ਆਖਿਆ ਕਿ ਉੱਠ ਔਰ ਢੇਰ ਸਾਰਾ ਮਾंस ਖਾ। ਉਹਦੇ ਪਿੱਛੋਂ ਮੈਂ ਡਿੱਠਾ ਤੇ ਕੀ ਵੇਖਦਾ ਹਾਂ ਕਿ ਇੱਕ ਹੋਰ ਦਰਿੰਦਾ ਚਿੱਤਰੇ ਵਰਗਾ ਉੱਠਿਆ ਜਿਹਦੀ ਕੰਡ ਉੱਤੇ ਪੰਛੀ ਜਿਹੇ 4 ਖੰਭ ਸਨ ਅਤੇ ਉਸ ਦਰਿੰਦੇ ਦੇ 4 ਸਿਰ ਸਨ ਅਤੇ ਉਹਨੂੰ ਰਾਜ ਦਿੱਤਾ ਗਿਆ। ਇਹਦੇ ਪਿੱਛੇ ਮੈਂ ਰਾਤ ਦੀਆਂ ਦ੍ਰਿਸ਼ਟੀਆਂ ਵਿੱਚ ਡਿੱਠਾ ਅਤੇ ਕੀ ਵੇਖਦਾ ਹਾਂ ਜੋ ਚੌਥਾ ਦਰਿੰਦਾ ਭਿਆਨਕ ਅਤੇ ਡਰਾਉਣਾ ਅਤੇ ਢਾਡਾ ਬਲਵਾਨ ਅਤੇ ਉਹਦੇ ਦੰਦ ਲੋਹੇ ਦੇ ਸਨ ਅਤੇ ਵੱਡੇ ਵੱਡੇ ਸਨ। ਉਹ ਨਿਗਲੀ ਜਾਂਦਾ ਅਤੇ ਟੋਟੇ ਟੋਟੇ ਕਰ ਦਿੰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਤਾੜਦਾ ਸੀ ਅਤੇ ਇਹ ਉਹਨਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸਦੇ ਪਹਿਲੇ ਸਨ ਵੱਖਰਾ ਸੀ ਅਤੇ ਉਹਦੇ 10 ਸਿੰਘ ਸਨ। ਮੈਂ ਉਹਨਾਂ ਸਿੰਘਾਂ ਨੂੰ ਧਿਆਨ ਲਾ ਕੇ ਦੇਖਿਆ ਅਤੇ ਕੀ ਵੇਖਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਘ ਨਿਕਲਿਆ ਜਿਹਦੇ ਅੱਗੇ ਪਹਿਲੀਆਂ ਵਿੱਚੋਂ 3 ਸਿੰਘ ਮੁੱਢੋਂ ਪੁੱਟੇ ਗਏ ਤੇ ਕੀ ਵੇਖਦਾ ਹਾਂ ਕਿ ਉਸ ਸਿੰਘ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਮੈਂ ਇੱਥੋਂ ਤੱਕ ਵੇਖਦਾ ਰਿਹਾ ਕਿ ਸਿੰਘਾਸਨ ਰੱਖੇ ਗਏ ਅਤੇ ਅਤ ਪ੍ਰਾਚੀਨ ਬੈਠ ਗਿਆ। ਉਹਦਾ ਬਸਤਰ ਬਰਫ਼ ਵਰਗਾ ਚਿੱਟਾ ਸੀ ਅਤੇ ਉਹਦੇ ਸਿਰ ਦੇ ਵਾਲ ਵਾਂਗਰ ਸੁਥਰੇ। ਉਹਦਾ ਸਿੰਘਾਸਨ ਅੱਗ ਦੀ ਲਾਟ ਵਰਗਾ ਸੀ ਅਤੇ ਉਸਦੀ ਪਹੀਏ ਬਲਦੀ ਅੱਗ ਵਰਗੇ ਸਨ। ਇੱਕ ਅੱਗ ਵਾਲੀ ਨਦੀ ਨਿਕਲੀ ਜੋ ਉਸਦੇ ਅੱਗੇ ਉਹਦੀ ਬਗਦੀ ਸੀ। ਹਜ਼ਾਰਾਂ ਦੀ ਹਜ਼ਾਰ ਉਹਦੀ ਟਹਿਲ ਕਰਦੇ ਸਨ ਅਤੇ ਲੱਖਾਂ ਦਰ ਲੱਖ ਉਹਦੇ ਅੱਗੇ ਖਲੋਤੇ ਸਨ। ਨਿਆਂ ਹੁੰਦਾ ਸੀ ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ। ਮੈਂ ਉਸ ਵੇਲੇ ਸਿੰਘ ਦੀ ਆਵਾਜ਼ ਦੇ ਕਾਰਨ ਜੋ ਵੱਡੇ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਡਿੱਠਾ ਹਾਂ। ਮੈਂ ਇੱਥੋਂ ਤੱਕ ਵੇਖਦਾ ਰਿਹਾ ਕਿ ਉਹ ਦਰਿੰਦਾ ਮਾਰਿਆ ਗਿਆ ਤੇ ਉਹਦਾ ਸਰੀਰ ਨਾਸ ਗਿਆ ਅਤੇ ਬਲਦੇ ਭਾਂਪੜ ਵਿੱਚ ਸੁੱਟਿਆ ਗਿਆ ਅਤੇ ਬਾਕੀ ਦਰਿੰਦਿਆਂ ਦਾ ਰਾਜ ਵੀ ਉਹਨਾਂ ਤੋਂ ਲਿਆ ਗਿਆ। ਪਰ ਇੱਕ ਵੇਲੇ ਅਤੇ ਇੱਕ ਸਮੇਂ ਤੋੜੀ ਉਹਨਾਂ ਨੂੰ ਜਿੰਦ ਦਿੱਤੀ ਗਈ। ਮੈਂ ਰਾਤ ਦੀਆਂ ਦ੍ਰਿਸ਼ਟੀਆਂ ਵਿੱਚ ਡਿੱਠਾ ਅਤੇ ਵੇਖ ਇੱਕ ਜਨਾ ਮਨੁੱਖ ਦੇ ਪੁੱਤਰ ਵਰਗਾ ਆਕਾਸ਼ ਦੇ ਬਦਲਾ ਸਨਿਆ ਗਿਆ ਅਤੇ ਅਤ ਪ੍ਰਾਚੀਨ ਤੀਕਾ ਪੜਿਆ ਉਹਨੂੰ ਦੇ ਕੇ ਲਿਆਏ
ਪਾਤਸ਼ਾਹੀ ਅਰ ਪ੍ਰਤਾਪ ਅਰ ਰਾਜ ਨੂੰ ਦਿੱਤਾ ਗਿਆ। ਭਾਈ ਸਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹਦੀ ਟਹਿਲ ਕਰਨ। ਉਹਦਾ ਰਾਜ ਸਦਾ ਦਾ ਰਾਜ ਹੈ ਜਿਹੜਾ ਮਿਟੇਗਾ ਨਾ, ਅਤੇ ਉਹਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ। ਮੈਂ ਦਾਨੀਏਲ ਆਪਣੇ ਸਰੀਰ ਦੇ ਵਿਚਕਾਰ ਆਪਣੀ ਆਤਮਾ ਵਿੱਚ ਉਦਾਸ ਹੋਇਆ ਤੇ ਮੇਰਾ ਦ੍ਰਿਸ਼ਟਾਂ ਨੇ ਮੈਨੂੰ ਉਦਰਾ ਦਿੱਤਾ, ਅਤੇ ਜਿਹੜੇ ਨੇੜੇ ਤੇੜੇ ਖਲੋਤੇ ਸਨ ਮੈਂ ਉਹਨਾਂ ਵਿੱਚੋਂ ਇੱਕ ਜਣੇ ਕੋਲ ਗਿਆ ਤੇ ਉਹਨੂੰ ਇਹਨਾਂ ਸਾਰੀਆਂ ਗੱਲਾਂ ਦੀ ਅਸਲੀਅਤ ਪੁੱਛੀ। ਉਸਨੇ ਮੈਨੂੰ ਦੱਸਿਆ ਅਤੇ ਇਹਨਾਂ ਗੱਲਾਂ ਦਾ ਅਰਥ ਮੈਨੂੰ ਸਮਝਾਇਆ। ਇਹ 4 ਵੱਡੇ ਦਰਿੰਦੇ 4 ਰਾਜੇ ਹਨ ਜੋ ਧਰਤੀ ਉੱਤੇ ਉੱਠਣਗੇ, ਪਰ ਮਹਾਨ ਦੇ ਸੰਤ ਰਾਜ ਲੈਣਗੇ ਅਤੇ ਜੁਗੋ ਜੁਗ ਤੱਕ ਉਸ ਰਾਜ ਦੇ ਮਾਲਕ ਹੋਣਗੇ। ਤਾਂ ਮੈਂ ਚਾਹਿਆ ਕਿ ਚੌਥੇ ਦਰਿੰਦੇ ਦੀ ਵਾਰਤਾ ਵੀ ਜਾਣਾ, ਜਿਹੜਾ ਉਹਨਾਂ ਸਭਨਾਂ ਨਾਲੋਂ ਵੱਖਰਾ ਸੀ, ਜੋ ਡਾਠਾ ਡਰਾਉਣਾ ਸੀ, ਜਿਹਦੇ ਦੰਦ ਲੋਹੇ ਦੇ ਅਤੇ ਨਹੁੰ ਪਿੱਤਲ ਦੇ, ਜੋ ਨਿਗਲਦਾ ਅਤੇ ਟੋਟੇ ਟੋਟੇ ਕਰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਿਤਾੜਦਾ ਸੀ, ਅਤੇ 10 ਸਿੰਘਾਂ ਦੀ ਜੋ ਉਸ ਦੇ ਸਿਰ ਉੱਤੇ ਸਨ, ਅਤੇ ਉਸ ਇੱਕ ਦੀ ਜੋ ਨਿਕਲਿਆ ਤੇ ਜਿਹਦੇ ਅੱਗੇ 3 ਡਿੱਗ ਪਏ ਸਨ। ਹਾਂ, ਸਿੰਘ ਦੀ ਜਿਹਦੀਆਂ ਅੱਖਾਂ ਸਨ ਅਤੇ ਇੱਕ ਮੂੰਹ ਜੋ ਵੱਡੇ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਅਤੇ ਸਾਥੀਆਂ ਨਾਲੋਂ ਵੱਧ ਡਰਾਉਣਾ ਸੀ। ਮੈਂ ਡਿੱਠਾ ਕਿ ਉਹ ਸਿੰਘ ਸੰਤਾਂ ਨਾਲ ਲੜਦਾ ਸੀ ਅਤੇ ਉਹਨਾਂ ਉੱਤੇ ਜ਼ੋਰ ਪਾ ਲੈਂਦਾ ਸੀ। ਜਦ ਤੱਕ ਅਤ ਪ੍ਰਾਚੀਨ ਨਾ ਆਇਆ ਅਤੇ ਅਤ ਮਹਾਨ ਦੇ ਸੰਤਾਂ ਦਾ ਨਿਆਂ ਨਾ ਦਿੱਤਾ ਗਿਆ ਅਤੇ ਵੇਲਾ ਨਾ ਆ ਪੂਜਾ ਕੀ ਸੰਤ ਰਾਜ ਵਾਲੇ। ਹੁਣ ਉਹ ਇਹੋ ਬੋਲਿਆ ਕਿ ਚੌਥਾ ਦਰਿੰਦਾ ਚੌਥਾ ਰਾਜਾ ਹੈ ਜੋ ਧਰਤੀ ਵਿੱਚ ਹੋਵੇਗਾ। ਉਹ ਸਭਨਾ ਰਾਜਾਂ ਨਾਲੋਂ ਵੱਖਰਾ ਹੋਵੇਗਾ, ਸਾਰੀ ਪ੍ਰਿਥਵੀ ਨੂੰ ਨਿਗਲ ਜਾਏਗਾ ਤੇ ਉਹਨੂੰ ਲਿਤਾੜੇਗਾ ਅਤੇ ਉਹਨੂੰ ਟੋਟੇ ਟੋਟੇ ਕਰੇਗਾ। ਤੇ ਉਹ 10 ਸਿੰਘ ਜੋ ਹਨ ਸੋ 10 ਰਾਜੇ ਹਨ ਜੋ ਉਸ ਰਾਜ ਦੇ ਵਿੱਚ ਉੱਠਣਗੇ। ਉਹਨਾਂ ਦੇ ਇੱਕ ਹੋਰ ਉੱਠੇਗਾ ਤੇ ਉਹ ਪਹਿਲੀਆਂ ਨਾਲੋਂ ਵੱਖਰਾ ਹੋਵੇਗਾ। ਉਹ 3 ਰਾਜਿਆਂ ਉੱਤੇ ਜ਼ੋਰ ਪਾ ਲਵੇਗਾ। ਉਹ ਅਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਤੇ ਅਤ ਮਹਾਨ ਦੇ ਸੰਤਾਂ ਨੂੰ ਦੁਖਾਵੇਗਾ ਅਰ ਚਾਹੇਗਾ ਕਿ ਮੂਰਖ ਰਹੇ, ਸਮਿਆਂ ਅਤੇ ਵਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹਦੇ ਹੱਥ ਵਿੱਚ ਦਿੱਤੇ ਜਾਣਗੇ। ਇੱਥੋਂ ਤੱਕ ਜੋ ਇੱਕ ਸਮਾਂ ਅਤੇ ਸਮੇਂ ਅਰ ਅੱਧਾ ਸਮਾਂ ਲੰਘ ਜਾਏਗਾ, ਫਿਰ ਨਿਆਉ ਸਭਾ ਬੈਠੇਗੀ ਅਤੇ ਉਹ ਉਸ ਦਾ ਰਾਜ ਉਸ ਤੋਂ ਲੈ ਲਵੇਗੀ। ਇਸ ਲਈ ਜੋ ਔਕੜ ਤਿੱਕਰ ਉਹਦਾ ਨਾਸ਼ ਅਤੇ ਨਿਸ਼ਟ ਕਰਨ ਤੇ ਸਾਰੇ ਆਕਾਸ਼ ਦੇ ਹੇਠਲੇ ਸਭਨਾ ਦੇਸ਼ਾਂ ਦੇ ਰਾਜਾ ਪ੍ਰਤਾਪ ਅਰ ਪਾਤਸ਼ਾਹੀ ਅਤੇ ਰਾਜ ਅਤੇ ਮਹਾਨ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ। ਉਹਦਾ ਰਾਜ ਇੱਕ ਸਦਾ ਦਾ ਰਾਜ ਹੈ ਅਤੇ ਸਾਰੀਆਂ ਪਾਤਸ਼ਾਹੀਆਂ ਨੂੰ ਉਹਦੀ ਉਪਾਸਨਾ ਕਰਨਗੀਆਂ ਅਤੇ ਆਗਿਆਕਾਰ ਹੋਣਗੀਆਂ। ਉਹ ਗੱਲਾਂ ਇੱਥੇ ਮੁੱਕ ਗਈ। ਮੈਂ ਜੋ ਦਾਨੀਏਲ ਹਾਂ, ਮੇਰੀਆਂ ਚਿੰਤਾ ਨੇ ਮੈਨੂੰ ਢਾਡਾ ਉਦਰਾ ਦਿੱਤਾ ਅਤੇ ਮੇਰੇ ਮੂੰਹ ਦਾ ਰੰਗ ਬਦਲ ਗਿਆ, ਪਰ ਮੈਂ ਇਹ ਗੱਲਾਂ ਆਪਣੇ ਮਨ ਵਿੱਚ ਰੱਖੀਆਂ। ਆਮੇਨ। ਦਾਨੀਏਲ ਦੀ ਪੋਥੀ ਅਧਿਆਇ 8। ਬੇਲਸ਼ੱਸਰ ਪਾਤਸ਼ਾਹ ਦੇ ਰਾਜ ਦੇ 3 ਵਰ੍ਹੇ ਵਿੱਚ ਮੈਨੂੰ ਹਾਂ, ਮੈਂ ਦਾਨੀਏਲ ਨੂੰ ਜਿਹੜਾ ਪਹਿਲਾ ਦਰਸ਼ਨ ਵੇਖਿਆ ਸੀ ਉਹਦੇ ਪਿੱਛੇ ਇੱਕ ਹੋਰ ਦਰਸ਼ਨ ਵੇਖਿਆ ਤੇ ਮੈਂ ਦਰਸ਼ਨ ਵਿੱਚ ਡਿੱਠਾ ਤੇ ਇਸ ਵੇਲੇ ਮੈਂ ਆਖਿਆ ਤਾਂ ਇਹ ਹੋਇਆ ਭਾਈ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ ਜਿਹੜਾ ਇਹ ਨਾਮ ਦੇ ਸੂਬੇ ਵਿੱਚ ਹੈ। ਫਿਰ ਮੈਂ ਦਰਸ਼ਨ ਵਿੱਚ ਵੇਖਿਆ ਭਾਈ ਮੈਂ ਉਲਾਈ ਨਦੀ ਦੇ ਕੰਢੇ ਉੱਤੇ ਹਾਂ, ਤਾਂ ਮੈਂ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ ਨਦੀ ਦੇ ਅੱਗੇ ਇੱਕ ਮੇਢਾ ਖਲੋਤਾ ਸੀ ਜਿਹਦੇ 2 ਸਿੰਘ ਸਨ ਅਤੇ ਉਹ ਦੋਵੇਂ ਪਰ ਇੱਕ ਦੂਜੇ ਨਾਲੋਂ ਵੱਡਾ ਸੀ ਅਤੇ ਦੂਜੇ ਨਾਲੋਂ ਪਿੱਛਾ ਉੱਗਿਆ ਸੀ। ਮੈਂ ਉਸ ਮੇਢੇ ਨੂੰ ਡਿੱਠਾ ਜਿਹੜਾ ਪੱਛਮ ਉੱਤਰ ਅਤੇ ਦੇਖਣ ਵੱਲ ਸਿੰਘ ਮਾਰਦਾ ਸੀ। ਇੱਥੋਂ ਤੱਕ ਕੀ ਹੋਈ ਦਰਿੰਦਾ ਉਹ ਦੇ ਸਾਹਮਣੇ ਨਾ ਖਲੋ ਸਕਿਆ ਤੇ ਨਾ ਕੋਈ ਉਹਦੇ ਹੱਥੋਂ ਛੁਡਾ ਸਕਿਆ, ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ। ਮੈਂ ਇਸ ਚਿੰਤਾ ਵਿੱਚ ਸਾਂ ਅਤੇ ਵੇਖੋ ਇੱਕ ਬੱਕਰਾ ਲਹਿੰਦੇ ਪਾਸਿਓਂ ਆਣ ਕੇ ਸਾਰੀ ਧਰਤੀ ਦੇ ਉੱਤੇ ਅਜਿਹਾ ਫਿਰਿਆ ਜੋ ਧਰਤੀ ਨੂੰ ਵੀ ਨਾ ਛੋਇਆ ਤੇ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿਚਕਾਰ ਇੱਕ ਅਚਰਜ ਸਿੰਘ ਸੀ ਅਤੇ ਉਹ ਉਸ ਦੋਹਾਂ ਸਿੰਘਾਂ ਵਾਲੇ ਮੇਢੇ ਦੇ ਕੋਲ ਜਾ ਜਿਹਨੂੰ ਮੈਂ ਨਦੀ ਦੇ ਸਾਹਮਣੇ ਖਲੋਤਾ ਵੇਖਿਆ ਸੀ ਆਇਆ ਤੇ ਆਪਣੇ ਜ਼ੋਰ ਦੇ ਗੁੱਸੇ ਨਾਲ
ਉਸ ਦੇ ਉੱਤੇ ਦੌੜ ਪਿਆ ਅਤੇ ਮੈਂ ਉਹਨੂੰ ਵੇਖਿਆ। ਭਾਈ ਉਹ ਮੇੜੇ ਦੇ ਨੇੜੇ ਪੁੱਜਿਆ ਅਤੇ ਉਹਦਾ ਕ੍ਰੋਧ ਜਾਗਿਆ ਅਤੇ ਮੇੜੇ ਨੂੰ ਮਾਰਿਆ ਅਤੇ ਉਸਦੇ ਦੋਵੇਂ ਸਿੰਘ ਭੰਨ ਸੁੱਟੇ। ਮੇੜੇ ਵਿੱਚ ਜ਼ੋਰ ਨਹੀਂ ਸੀ ਕਿ ਉਹ ਦਾ ਸਾਹਮਣਾ ਕਰੇ, ਸੋ ਉਹਨੇ ਉਸ ਨੂੰ ਧਰਤੀ ਉੱਤੇ ਢਾ ਲਿਆ ਅਤੇ ਉਸ ਨੂੰ ਚਿਤਾੜ ਸੁੱਟਿਆ। ਕੋਈ ਨਹੀਂ ਸੀ ਜੋ ਮੋਢੇ ਨੂੰ ਉਹਦੇ ਹੱਥੋਂ ਛੁਡਾ ਸਕੇ ਅਤੇ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਹਦਾ ਵੱਡਾ ਸਿੰਘ ਭੱਜ ਪਿਆ ਅਤੇ ਉਹਦੇ ਥਾਂ 4 ਅਚਾਰਜ ਸਿੰਘ ਆਕਾਸ਼ ਦੀਆਂ ਚੋਹਾਂ ਕੋਨਾਂ ਵੱਲ ਨਿਕਲੇ ਅਤੇ ਉਹਨਾਂ ਵਿੱਚੋਂ ਇੱਕ ਨਿੱਕਾ ਸਿੰਘ ਨਿਕਲਿਆ ਜੋ ਦੱਖਣ ਅਤੇ ਚੜ੍ਹਦੇ ਅਰਮਾਨ ਪਾਉਂਦੇ ਦੇਸ਼ ਵੱਲ ਅਤਿਅੰਤ ਵੱਧ ਗਿਆ ਅਤੇ ਉਹ ਵੱਧ ਕੇ ਆਕਾਸ਼ ਦੀ ਸੈਨਾ ਇੱਕ ਪੂਜ ਪਿਆ। ਔਰ ਉਸ ਸੈਨਾ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਡੇਗ ਦਿੱਤਾ ਔਰ ਉਹਨਾਂ ਨੂੰ ਚਿਤਾੜਿਆ। ਸਗੋਂ ਉਸਨੇ ਸੈਨਾ ਦੇ ਸਜਾਦੇ ਇੱਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸਨੂੰ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਨੂੰ ਉਸਦਾ ਪਵਿੱਤਰ ਥਾਂ ਢਾਇਆ ਗਿਆ। ਸੋ ਉਹ ਸੈਨਾ ਦਾ ਸਦਾ ਦੀ ਹੋਮ ਦੀ ਭੇਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸੱਚਾਈ ਨੂੰ ਧਰਤੀ ਉੱਤੇ ਸੁੱਟਿਆ ਅਤੇ ਉਹ ਇਹ ਕਰਦਾ ਅਤੇ ਭਾਗਮਾਨ ਹੁੰਦਾ ਗਿਆ। ਫਿਰ ਮੈਂ ਇੱਕ ਸੰਤ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਸੰਤ ਨੇ ਉਸ ਸੰਤ ਨੂੰ ਜੋ ਗੱਲਾਂ ਪਿਆ ਕਰਦਾ ਸੀ ਪੁੱਛਿਆ ਕਿ ਉਹ ਦਰਸ਼ਨ ਸਦਾ ਦੇ ਲਈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਲਈ ਜੋ ਪਵਿੱਤਰ ਥਾਂ ਅਤੇ ਸੈਨਾ ਦੋਵੇਂ ਦਿੱਤੇ ਗਏ ਭਈ ਤਾੜੇ ਜਾਣ। ਇਹ ਕਦੋਂ ਤੱਕ ਰਹੇ? ਉਸਨੇ ਮੈਨੂੰ ਆਖਿਆ ਕਿ 2300 ਸੰਜ ਅਰਸ਼ ਵੇਰ ਤੋੜੀ ਹੈ, ਫਿਰ ਪਵਿੱਤਰ ਥਾਂ ਸੁੱਚਾ ਬਣਾਇਆ ਜਾਵੇਗਾ। ਅਤੇ ਉਹ ਹੋਇਆ ਕਿ ਜਦ ਮੈਂ ਦਾਨੀਏਲ ਨੇ ਇਹ ਦਰਸ਼ਨ ਡਿਠਾ ਤੇ ਉਹਦਾ ਅਰਥ ਲੱਭਦਾ ਸਾਂ ਤਾਂ ਵੇਖੋ ਮੇਰਾ ਸਾਹਮਣਾ ਕੋਈ ਖਲੋਤਾ ਸੀ ਜਿਹਦਾ ਰੂਪ ਮਨੁੱਖ ਜਿਹਾ ਸੀ ਅਤੇ ਮੈਂ ਇੱਕ ਮਨੁੱਖ ਦੀ ਆਵਾਜ਼ ਸੁਣੀ ਜਿਹਨੇ ਉਲਾਈ ਦੇ ਵਿਚਕਾਰ ਪੁਕਾਰ ਕੇ ਆਖਿਆ ਕਿ ਇਹ ਜਬਰਾਇਲ ਇਸ ਮਨੁੱਖ ਨੂੰ ਇਸ ਦਰਸ਼ਨ ਦਾ ਅਰਥ ਦੱਸ। ਫਿਰ ਜਿੱਥੇ ਮੈਂ ਖਲੋਤਾ ਸਾਂ ਉੱਥੇ ਉਹ ਨੇੜੇ ਆਇਆ ਅਤੇ ਜਦੋਂ ਆ ਪੂਜਾ ਤਾਂ ਮੈਂ ਡਰ ਗਿਆ ਅਤੇ ਮੂੰਹ ਪਰਨੇ ਡਿੱਗ ਪਿਆ। ਪਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ਸਮਝ ਲੈ ਕਿਉਂ ਜੋ ਇਹ ਦਰਸ਼ਨ ਓੜਕ ਦੇ ਸਮੇਂ ਵਿੱਚ ਮੁੱਕ ਜਾਵੇਗਾ। ਅਤੇ ਜਦ ਉਹ ਮੈਨੂੰ ਆਖਦਾ ਪਿਆ ਸੀ ਤਾਂ ਮੈਂ ਮੂੰਹ ਪਰਨੇ ਵੱਡੀ ਨਿੰਦਰ ਵਿੱਚ ਧਰਤੀ ਉੱਤੇ ਪਿਆ ਸਾਂ ਤਾਂ ਉਸਨੇ ਮੈਨੂੰ ਛੋਇਆ ਅਤੇ ਸਿੱਧਾ ਕਰਕੇ ਖੜਾ ਕੀਤਾ ਅਤੇ ਆਖਿਆ ਕਿ ਵੇਖ ਮੈਂ ਤੈਨੂੰ ਦੱਸਦਾ ਹਾਂ ਕਿ ਕ੍ਰੋਧ ਦੇ ਛੇਕੜ ਕੀ ਹੋਵੇਗਾ। ਕਿਉਂ ਜੋ ਠਹਿਰਾਇਆ ਹੋਵੇ ਸਮੇਂ ਉੱਤੇ ਓੜਕ ਹੋਵੇਗਾ। ਉਹ ਮੇਢਾ ਕਿ ਉਸਦੇ 2 ਸਿੰਘ ਹਨ ਸੋ ਮਾਰਦਾ ਅਤੇ ਫਾਰਸ ਦੇ ਰਾਜਾ ਹਨ ਅਤੇ ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹਦਾ ਵੱਡਾ ਸਿੰਘ ਜੋ ਉਸ ਦੀਆਂ ਅੱਖੀਆਂ ਦੇ ਵਿਚਕਾਰ ਹੈ। ਸੋ ਉਹ ਪਹਿਲਾ ਰਾਜਾ ਹੈ ਅਤੇ ਇਸ ਕਰਕੇ ਕਿ ਉਹ ਦੇ ਟੁੱਟਣ ਦੇ ਪਿੱਛੋਂ ਉਹਦੇ ਥਾਂ ਵਿੱਚ 4 ਹੋਰ ਨਿਕਲੇ। ਸੋ ਇਹ 4 ਰਾਜੇ ਹਨ ਜਿਹੜੇ ਉਸ ਦੇਸ਼ ਦੇ ਵਿਚਕਾਰ ਉੱਠਣਗੇ ਪਰ ਉਹਨਾਂ ਦਾ ਬਸ ਉਹਦੇ ਵਰਗਾ ਨਾ ਹੋਵੇਗਾ ਅਤੇ ਉਹਨਾਂ ਦੇ ਰਾਜ ਦੇ ਛੇਕੜਲੇ ਸਮੇਂ ਜਿਸ ਵੇਲੇ ਅਪਰਾਧੀ ਲੋਕ ਕੰਡਿਆਂ ਤੱਕ ਪੂਜ ਪੈਣਗੇ ਤਾਂ ਇੱਕ ਰਾਜਾ ਕਰੜੇ ਮੂੰਹ ਅਤੇ ਭੇਤ ਦੀਆਂ ਗੱਲਾਂ ਦੇ ਬੁੱਝਣ ਵਾਲਾ ਉੱਠੇਗਾ। ਇਹ ਵੱਡਾ ਢਾਡਾ ਹੋਵੇਗਾ ਪਰ ਉਸ ਦਾ ਜ਼ੋਰ ਉਸ ਦੇ ਵੱਲ ਉੱਤੇ ਨਾ ਹੋਵੇਗਾ ਅਤੇ ਉਹ ਅਚਾਰਜ ਡੋਲ ਨਾਲ ਮਾਰ ਸੁੱਟੇਗਾ ਤੇ ਭਾਗਵਾਨ ਹੋਵੇਗਾ ਔਰ ਕੰਮ ਕਰੇਗਾ ਅਤੇ ਜੋਰਾਵਰਾਂ ਨੂੰ ਔਰ ਪਵਿੱਤਰ ਲੋਕਾਂ ਨੂੰ ਨਾਸ਼ ਕਰ ਸੁੱਟੇਗਾ ਤੇ ਆਪਣੀ ਸਿਆਣਪ ਨਾਲ ਉਹ ਚਤੁਰਾਈ ਨੂੰ ਆਪਣੇ ਹੱਥ ਵਿੱਚ ਭਾਗਵਾਨ ਕਰੇਗਾ ਤੇ ਆਪਣੇ ਮਨ ਵਿੱਚ ਆਪ ਨੂੰ ਉੱਚਾ ਕਰੇਗਾ ਤੇ ਮੇਲ ਦੇ ਵੇਲੇ ਬਹੁਤਿਆਂ ਦਾ ਨਾਸ਼ ਕਰੇਗਾ। ਉਸ ਜਾਤੀਆਂ ਦੇ ਸਜਾਦੇ ਦੇ ਵਿਰੁੱਧ ਉੱਠ ਖਲੋਵੇਗਾ ਪਰ ਬਿਨਾਂ ਹੱਥ ਲਾਏ ਤੋੜਿਆ ਜਾਵੇਗਾ ਅਤੇ ਉਹ ਸਾਂਝ ਅਤੇ ਸਵੇਰ ਦਾ ਦਰਸ਼ਨ ਜੋ ਆਖਿਆ ਗਿਆ ਹੈ ਸੋ ਸੱਤ ਹੈ ਪਰ ਤੂੰ ਉਸ ਦਰਸ਼ਨ ਨੂੰ ਬੰਦ ਕਰ ਛੱਡ ਕਿਉਂ ਜੋ ਇਹ ਦੇ ਵਿੱਚ ਅਜੇ ਢੇਰ ਸਾਰਾ ਚੀਰ ਪਿਆ ਹੈ ਅਤੇ ਮੈਂ ਦਾਨੀਏਲ ਨੂੰ ਮੂਰਛਾ ਪੈ ਗਈ ਅਤੇ ਕਈਆਂ ਦਿਨ ਇੱਕ ਮੰਦਾ ਪਿਆ ਰਿਹਾ। ਫਿਰ ਉਹਦੇ ਪਿੱਛੇ ਮੈਂ ਉੱਠਿਆ ਅਤੇ ਰਾਜਾ ਦਾ ਕੰਮ ਧੰਦਾ ਕਰਨ ਲੱਗਾ ਅਤੇ ਦਰਸ਼ਨ ਦਾ ਘਾਬਰਦਾ ਰਿਹਾ ਪਰ ਉਹਨੂੰ ਕਿਸੇ ਨੇ ਨਾ ਜਾਣਿਆ। ਆਮੀਨ। ਦਾਨੀਏਲ ਦੀ ਪੋਥੀ ਅਧਿਆਇ 9। ਅਸ਼ਵੇਰੋਸ਼ ਦੇ ਪੁੱਤਰ ਦਾਰਾ ਦੇ ਪਹਿਲੇ ਬਰੇ ਵਿੱਚ ਜੋ ਮਾਦੀ ਵੰਸ਼ ਦਾ ਸੀ ਨਾਲੇ ਕਸਦੀਆਂ ਦੇ ਰਾਜ ਉੱਤੇ ਰਾਜਾ ਠਹਿਰਾਇਆ ਹੋਇਆ ਸੀ ਉਸ ਦੇ ਰਾਜ ਦੇ ਪਹਿਲੇ ਬਰੇ ਵਿੱਚ ਮੈਂ ਦਾਨੀਏਲ ਨੇ
ਬੱਚਿਆਂ ਵਿੱਚੋਂ ਉਹਨਾਂ ਬਰਿਆਂ ਦਾ ਲੇਖਾ ਜਾਣਿਆ ਜਿਨ੍ਹਾਂ ਲਈ ਯਹੋਵਾ ਦੀ ਬਾਣੀ ਯਿਰਮਿਯਾਹ ਨਬੀ ਨੂੰ ਆਈ ਸੀ। ਭਾਈ ਉਹ ਯਰੂਸ਼ਲਮ ਦੇ ਉਜੜਨ ਦੇ 70 ਵਰ੍ਹੇ ਪੂਰੇ ਹੋਣ। ਮੈਂ ਆਪਣੇ ਮੂੰਹ ਪ੍ਰਭੂ ਪਰਮੇਸ਼ਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰਕੇ ਵਰਤ ਰੱਖ ਕੇ ਤਪੜ ਅਰ ਸੁਆਸਣੇ ਉਹਦੀ ਬਾਲ ਕੀਤੀ ਅਤੇ ਮੈਂ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ। ਨਾਲੇ ਮੈਂ ਮੰਨ ਲਿਆ ਅਤੇ ਆਖਿਆ, ਹੇ ਪ੍ਰਭੂ, ਜਿਹੜਾ ਵੱਡਾ ਅਤੇ ਭਿਆਨਕ ਪਰਮੇਸ਼ਰ ਹੈ ਅਤੇ ਉਸ ਨੇਮ ਆਪਣੇ ਪ੍ਰੀਤਮਾਂ ਦੇ ਨਾਲ ਅਤੇ ਜਿਹੜੇ ਤੇਰੇ ਆਗਿਆਕਾਰੀ ਹਨ ਉਹਨਾਂ ਦੇ ਨਾਲ ਚੇਤੇ ਰੱਖਦਾ ਹੈ ਅਤੇ ਉਹਨਾਂ ਉੱਤੇ ਦਇਆ ਰੱਖਦਾ ਹੈ। ਅਸਾਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ, ਅਸਾਂ ਬਦੀ ਕੀਤੀ, ਅਸਾਂ ਸਿਰ ਚੁੱਕਿਆ ਜੋ ਅਸੀਂ ਤੇਰੀਆਂ ਆਗਿਆ ਤੇ ਤੇਰੀਆਂ ਨਿਯਮਾਂ ਤੋਂ ਫਿਰ ਗਏ ਹਾਂ ਅਤੇ ਅਸਾਂ ਤੇਰੇ ਸੇਵਕ ਨਬੀਆਂ ਨੂੰ ਨਾ ਮੰਨਿਆ, ਜਿਨ੍ਹਾਂ ਨੇ ਤੇਰਾ ਨਾਮ ਲੈ ਕੇ ਸਾਡੇ ਪਾਤਸ਼ਾਹ, ਸਾਡੇ ਸ਼ਹਿਜ਼ਾਦੀਆਂ ਅਤੇ ਸਾਡੇ ਪਿਓ ਦਾਦਿਆਂ, ਸਾਡੇ ਦੇਸ਼ ਦੇ ਸਭਨਾਂ ਲੋਕਾਂ ਨੂੰ ਬਾਣੀ ਸੁਣਾਈ ਹੈ। ਪ੍ਰਭੂ, ਧਰਮ ਤੇਰਾ ਹੀ ਹੈ, ਪਰ ਸਾਡੇ ਲਈ ਮੂੰਹ ਚੁਰਾਉਣਾ ਜਿਵੇਂ ਅੱਜ ਦਾ ਦਿਨ ਹੈ। ਹਾਂ, ਯਹੂਦਾ ਦੇ ਲੋਕਾਂ ਦੇ ਅਤੇ ਯਰੂਸ਼ਲਮ ਦੇ ਵਸਣ ਵਾਲਿਆਂ ਦੇ ਅਤੇ ਸਭਨਾਂ ਇਸਰਾਏਲੀਆਂ ਦੇ ਲਈ ਜੋ ਨੇੜੇ ਹਨ ਅਤੇ ਜਿਹੜੇ ਦੂਰ ਹਨ, ਉਹਨਾਂ ਸਭਨਾਂ ਦੇਸ਼ਾਂ ਵਿੱਚ ਜਿੱਥੇ ਕਿਤੇ ਤੈਂ ਉਹਨਾਂ ਦੇ ਉਗਣਾ ਦੇ ਕਾਰਨ ਜੋ ਉਹਨਾਂ ਨੇ ਤੇਰੇ ਅੱਗੇ ਕੀਤੇ, ਤੂੰ ਉਹਨਾਂ ਨੂੰ ਖਿੰਡਾ ਦਿੱਤਾ। ਹੇ ਪ੍ਰਭੂ, ਮੈਂ ਮੂੰਹ ਚੁਰਾਉਣ ਸਾਡੇ ਲਈ, ਸਾਡੇ ਪਾਤਸ਼ਾਹ ਅਤੇ ਸ਼ਹਿਜ਼ਾਦੀਆਂ ਅਰ ਸਾਡੇ ਪਿਓ ਦਾਦਿਆਂ ਦੇ ਲਈ ਹੈ ਜੋ ਅਸੀਂ ਤੇਰੇ ਪਾਪੀ ਹੋਏ। ਪਰ ਪ੍ਰਭੂ, ਸਾਡੇ ਪਰਮੇਸ਼ਰ ਦੀਆਂ ਦਇਆ ਅਤੇ ਖਿਮਾ ਹਨ। ਅਸਾਂ ਭਾਵੇਂ ਉਹਦੇ ਅੱਗੇ ਸਿਰ ਚੁੱਕਿਆ, ਅਸਾਂ ਯਹੋਵਾ ਆਪਣੇ ਪਰਮੇਸ਼ਰ ਦਾ ਬੋਲ ਨਾ ਮੰਨਿਆ ਜੋ ਉਹਦੇ ਕਾਨੂੰਨਾਂ ਉੱਤੇ ਚੱਲੀਏ, ਜਿਹਨੂੰ ਉਸਨੇ ਆਪਣੇ ਸੇਵਕ ਨਬੀਆਂ ਦੇ ਰਾਹੀਂ ਸਾਡੇ ਅੱਗੇ ਰੱਖ ਦਿੱਤਾ। ਹਾਂ, ਸਾਰਾ ਇਸਰਾਏਲ ਤੇਰੀ ਵਿਵਸਥਾ ਤੋਂ ਫਿਰ ਗਿਆ ਤੇ ਮੁੜ ਗਿਆ ਹੈ ਜੋ ਤੇਰੇ ਬੋਲ ਨਾ ਮੰਨੇ। ਸੋ ਇਸ ਕਰਕੇ ਉਹ ਫਿਟਕਾਰ ਸਾਡੇ ਉੱਤੇ ਆਣ ਪਈ ਅਤੇ ਉਹ ਸਹੁੰ ਵੀ ਜੋ ਪਰਮੇਸ਼ਰ ਦੇ ਸੇਵਕ ਮੂਸਾ ਵਿਵਸਥਾ ਵਿੱਚ ਲਿਖੀ ਹੈ, ਜੋ ਅਸਾਂ ਉਹ ਦਾ ਪਾਪ ਕੀਤਾ ਤੇ ਉਹ ਨੇ ਆਪਣੀਆਂ ਗੱਲਾਂ ਜੋ ਉਹਨੇ ਅਸਾਂ ਲੋਕਾਂ ਦੇ ਨਾਲ ਤੇ ਸਾਡੀਆਂ ਨਿਆਂਇਆਂ ਦੇ ਨਾਲ ਜਿਹੜੇ ਸਾਡਾ ਨਿਆਂ ਕਰਦੇ ਸਨ ਆਖਿਆ ਸਾਨੂੰ, ਸੋ ਪੂਰੀਆਂ ਕੀਤੀਆਂ ਜੋ ਉਹਨੇ ਸਾਡੇ ਉੱਤੇ ਵੱਡੀ ਵਿਪਤਾ ਪਾਈ। ਕਿਉਂ ਜੋ ਸਾਰੇ ਆਕਾਸ਼ ਹੇਠ ਅਜਿਹੀ ਗੱਲ ਨਹੀਂ ਹੋਈ ਜਿਹੀ ਯਰੂਸ਼ਲਮ ਨਾਲ ਹੋਈ ਹੈ। ਜਿਸ ਤਰ੍ਹਾਂ ਮੂਸਾ ਦੀ ਵਿਵਸਥਾ ਵਿੱਚ ਲਿਖਿਆ ਹਨ, ਉਸੇ ਤਰ੍ਹਾਂ ਇਹ ਸਾਰੀ ਵਿਪਤਾ ਸਾਡੇ ਉੱਤੇ ਆਣ ਪਈਆਂ। ਤਦ ਵੀ ਅਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਅਰਦਾਸ ਨਾ ਕੀਤੀ ਜੋ ਅਸੀਂ ਆਪਣੀਆਂ ਟੇਢੀਆਂ ਕੰਮਾਂ ਤੋਂ ਹਟੀਏ ਅਤੇ ਤੇਰੀਆਂ ਸੱਚਾਈਆਂ ਵਿੱਚ ਸੁਚੇਤ ਹੋਈਏ। ਇਸ ਲਈ ਯਹੋਵਾ ਵਧੀ ਨੂੰ ਤੱਕਦਾ ਰਿਹਾ ਅਤੇ ਉਹਨੂੰ ਸਾਡੇ ਉੱਤੇ ਉਹ ਪਾ ਵੀ ਦਿੱਤੀ। ਕਿਉਂ ਜੋ ਯਹੋਵਾ ਸਾਡਾ ਪਰਮੇਸ਼ਰ ਆਪਣੀਆਂ ਸਭਨਾਂ ਕੰਮਾਂ ਵਿੱਚੋਂ ਜੋ ਕਰਦਾ ਹੈ ਸੱਤ ਹੈ, ਪਰ ਅਸਾਂ ਉਹਦਾ ਬੋਲ ਨਾ ਮੰਨਿਆ। ਅਤੇ ਹੇ ਪ੍ਰਭੂ ਸਾਡੇ ਪਰਮੇਸ਼ਰ, ਜੋ ਬਲ ਵਾਲੀ ਬਾਂਹ ਨਾਲ ਆਪਣੀ ਪ੍ਰਜਾ ਮਿਸਰ ਦੇ ਦੇਸ਼ ਚੋਂ ਬਾਹਰ ਕੱਢ ਲਿਆਇਆ ਤੇ ਤੈਂ ਆਪਣਾ ਨਾਮ ਵੱਡਾ ਕੀਤਾ ਜਿਵੇਂ ਅੱਜ ਦੇ ਦਿਨ ਹੈ। ਅਸਾਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ। ਹੇ ਪ੍ਰਭੂ, ਤੂੰ ਆਪਣੇ ਸਾਰੇ ਧਰਮ ਅਨੁਸਾਰ ਆਪਣੇ ਗੁੱਸੇ ਅਤੇ ਆਪਣੇ ਕ੍ਰੋਧ ਦੀ ਥੋ ਕਿ ਜੋ ਤੇਰੇ ਹੀ ਸ਼ਹਿਰ ਯਰੂਸ਼ਲਮ ਉੱਤੇ ਹੀ ਹੈ ਜੋ ਪਵਿੱਤਰ ਪਹਾੜ ਹੈ ਮੂੰਹ ਮੋੜ। ਕਿਉਂ ਜੋ ਸਾਡੀਆਂ ਪਾਪਾਂ ਦੇ ਅਤੇ ਸਾਡੇ ਪਿਓ ਦਾਦਿਆਂ ਦੇ ਟੇਢਿਆਂ ਕੰਮਾਂ ਦੇ ਕਾਰਨ ਯਰੂਸ਼ਲਮ ਅਤੇ ਤੇਰੀ ਪ੍ਰਜਾ ਉਹਨਾਂ ਸਭਨਾਂ ਲੋਕਾਂ ਦੇ ਅੱਗੇ ਜੋ ਚੁਫੇਰੇ ਵਸਦੇ ਹਨ ਲਾਂਭਿਆਂ ਜੋ ਹੋਈ। ਹੁਣ ਹੈ ਸਾਡਾ ਪਰਮੇਸ਼ਰ ਆਪਣੇ ਸੇਵਕ ਦੀ ਅਰਦਾਸ ਅਤੇ ਬੇਨਤੀ ਸੁਣ ਕੇ ਤੇ ਆਪਣੇ ਮੂੰਹ ਦੇ ਪ੍ਰਕਾਸ਼ ਨੂੰ ਪ੍ਰਭੂ ਦੇ ਲਈ ਆਪਣੇ ਪਵਿੱਤਰ ਥਾਂ ਉੱਤੇ ਜਿਹੜਾ ਉਜੜਿਆ ਪਿਆ ਹੈ ਚਮਕਾ। ਹੇ ਮੇਰੇ ਪਰਮੇਸ਼ਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ ਅਤੇ ਸਾਡੀਆਂ ਜੜ੍ਹਾਂ ਨੂੰ ਅਤੇ ਉਹ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਦਾਉਂਦਾ ਹੈ ਵੇਖ, ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਗੋਂ ਤੇਰੀ ਅਨਗਿਣਤ ਦਇਆ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ। ਹੇ ਪ੍ਰਭੂ ਸੁਣ, ਹੇ ਪ੍ਰਭੂ ਬਖਸ਼ ਦੇ, ਹੇ ਪ੍ਰਭੂ ਸੁਣ ਲੈ ਤੇ ਕੰਮ ਕਰ ਲੈ। ਹੇ ਮੇਰੇ ਪਰਮੇਸ਼ਰ, ਆਪਣੇ ਹੀ ਲਈ ਢੀਲ ਨਾ ਲਾ, ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪ੍ਰਜਾ ਤੇਰੇ ਨਾਮ ਲਈ ਸਦਾਉਂਦੀ ਹੈ। ਮੈਂ ਇਹ ਕਹਿੰਦਾ ਹੀ ਸਾਂ ਅਤੇ ਅਰਦਾਸ ਕਰਦਾ ਅਤੇ ਆਪਣੀਆਂ ਪਾਪਾਂ ਅਤੇ ਆਪਣੇ ਲੋਕ ਇਸਰਾਏਲੀਆਂ ਦੇ ਪਾਪਾਂ ਨੂੰ ਮੰਨਦਾ ਹੀ ਸਾਂ ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਆਪਣੇ ਪਰਮੇਸ਼ਰ ਦੇ ਪਵਿੱਤਰ ਪਹਾੜ ਲਈ ਆਪਣੇ ਤਰਲੇ ਪਾਉਂਦਾ ਹੀ ਸਾਂ। ਹਾਂ, ਅਰਦਾਸ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ ਜਾਣਾ ਅਰਥਾਤ
ਜਬਰਾਇਲ ਜੀ ਨੂੰ ਮੈਂ ਪਹਿਲੋ ਪਹਿਲ ਦਰਸ਼ਨ ਵਿੱਚ ਡਿਠਾ ਸੀ। ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਅਤੇ ਮੈਨੂੰ ਛੋਇਆ। ਇਸ ਤ੍ਰਿਕਾਲਾ ਦੀ ਭੇਟ ਚੜਾਉਣ ਦੇ ਵੇਲੇ ਦੇ ਲਗਭਗ ਸੀ ਤੇ ਉਹਨੇ ਮੈਨੂੰ ਖਬਰ ਦਿੱਤੀ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਹੇ ਦਾਨੀਏਲ, ਹੁਣ ਮੈਂ ਇਸ ਲਈ ਨਿਕਲ ਆਇਆ ਹਾਂ ਜੋ ਤੈਨੂੰ ਬੁੱਧਵਾਨ ਅਤੇ ਸਿਆਣਾ ਬਣਾਵਾ। ਅਤੇ ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ ਉਸ ਵੇਲੇ ਇਹ ਆਗਿਆ ਨਿਕਲੀ ਅਤੇ ਮੈਂ ਆਇਆ ਜੋ ਤੈਨੂੰ ਵਿਖਾਵਾਂ, ਕਿਉਂ ਜੋ ਤੂੰ ਵੱਡਾ ਪਿਆਰਾ ਹੈ। ਸੋ ਇਸ ਗੱਲ ਨੂੰ ਜਾਣ ਅਤੇ ਇਸ ਦਰਸ਼ਨ ਨੂੰ ਸਮਝ। 70 ਸਾਤੇ ਤੇਰੇ ਲੋਕਾਂ ਤੇ ਤੇਰੇ ਪਵਿੱਤਰ ਸ਼ਹਿਰ ਲਈ ਠਹਿਰਾਏ ਗਏ ਹਨ। ਭਾਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪ ਦਾ ਅੰਤ ਕਰੇ ਅਤੇ ਬੁਰਾਈਆਂ ਦਾ ਪ੍ਰਾਸ਼ਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦ੍ਰਿਸ਼ਟਰ ਅਗਮਨ ਵਾਕ ਤੇ ਮੋਹਰ ਲਾਵੇ ਅਤੇ ਅਤ ਪਵਿੱਤਰ ਨੂੰ ਮਸੀਹ ਕਰੇ। ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿਕਲੇਗੀ, ਮਸੀਹ ਰਾਜ ਪੁੱਤਰ ਤੀਕਰ 7 ਸਾਤੇ ਹੋਣਗੇ ਅਤੇ 62 ਸਾਤੇ ਉਹ ਬਾਜ਼ਾਰ ਧੂੜ-ਕੋਟ ਸਣੇ ਬਣਾਇਆ ਜਾਵੇਗਾ। ਪਰ ਜੋ ਔਖਿਆਈਆਂ ਦੇ ਦਿਨਾਂ ਵਿੱਚ ਅਤੇ 62 ਸਾਥੀਆਂ ਦੇ ਵਿੱਚੋਂ ਮਸੀਹ ਵੱਢਿਆ ਜਾਏਗਾ ਅਤੇ ਉਹਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ ਉਹਦੇ ਲੋਕ ਸ਼ਹਿਰ ਅਰ ਪਵਿੱਤਰ ਥਾਂ ਨੂੰ ਉਜਾੜਨਗੇ ਅਤੇ ਹੱਡ ਦੇ ਜ਼ੋਰ ਨਾਲ ਉਹਦਾ ਛੇਕੜ ਹੋਵੇਗਾ ਅਤੇ ਅੰਤ ਤੀਕਰ ਲੜਾਈ ਰਹੇਗੀ ਅਤੇ ਠਹਿਰਾਇਆ ਹੋਇਆ ਉਜਾੜਾ ਹੋਣਗੀਆਂ ਅਤੇ ਉਹ ਬਹੁਤੀਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨਿਯਮ ਬੰਨੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਰ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਨਾਉਣੀਆਂ ਵਸਤਾਂ ਦੇ ਘਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਰ ਠਹਿਰਾਏ ਹੋਏ ਅੰਤ ਤੀਕਰ ਕ੍ਰੋਧ ਉਜਾੜਦੇ ਹੋਇਆ ਤੇ ਪਾਇਆ ਜਾਏਗਾ। ਆਮੀਨ। ਦਾਨੀਏਲ ਦੀ ਪੁਥੀ ਅਧਿਆਇ 10। ਫਾਰਸ ਦੇ ਪਾਤਸ਼ਾਹ ਪੋਰਸ ਦੇ ਤੀਜੇ ਵਰ੍ਹੇ ਵਿੱਚ ਦਾਨੀਏਲ ਨੂੰ ਜਿਹਦਾ ਨਾਮ ਬੇਲਤਸ਼ੱਸਰ ਕਹਿੰਦੇ ਸਨ, ਇੱਕ ਗੱਲ ਪ੍ਰਗਟ ਹੋਈ ਅਤੇ ਉਹ ਗੱਲ ਸੱਚ ਸੀ, ਅਰਥਾਤ ਬੜਾ ਜੰਗ ਸੀ। ਅਤੇ ਉਹਨੇ ਉਸ ਗੱਲ ਨੂੰ ਅਤੇ ਉਸ ਦਰਸ਼ਨ ਦੇ ਅਰਥ ਨੂੰ ਸਮਝ ਲਿਆ। ਮੈਂ ਦਾਨੀਏਲ ਨੂੰ ਉਹਨਾਂ ਦਿਨਾਂ ਵਿੱਚ 3 ਸਾਥੀਆਂ ਤੋੜੀ ਸੋਗ ਕਰਦਾ ਰਿਹਾ। ਮੈਂ ਸਵਾਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਮਾਸ ਅਰ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ, ਇੱਥੋਂ ਤੀਕਰ ਜੋ 3 ਸਾਤੇ ਪੂਰੇ ਲੰਘ ਗਏ ਅਤੇ ਪਹਿਲੇ ਮਹੀਨੇ ਦੇ 24ਵੇਂ ਦਿਨ ਵਿੱਚ ਮੈਂ ਵੱਡੇ ਦਰਿਆ ਦਜਲੇ ਦੇ ਕੰਢੇ ਉੱਤੇ ਸਾਂ ਅਤੇ ਮੈਂ ਅੱਖਾਂ ਉਗਾੜ ਕੇ ਉੱਠਾ ਤੇ ਕੀ ਵੇਖਦਾ ਹਾਂ, ਜੋ ਇੱਕ ਮਨੁੱਖ ਤੁਸੀਂ ਸੁੱਤੀ ਲੀੜੇ ਪਾਏ ਹੋਏ ਜਿਹਦੇ ਲੱਕ ਨਾਲ ਉਫਾਜ ਦੇ ਕੁੰਦਨ ਸੋਨੇ ਦੀ ਪੇਟੀ ਬੰਨੀ ਹੋਈ ਖਲੋਤਾ ਹੈ। ਉਹਦਾ ਸਰੀਰ ਬੈਰੂਜ ਵਰਗਾ ਅਤੇ ਉਹਦਾ ਮੂੰਹ ਬਿਜਲੀ ਜਿਹਾ ਸੀ ਅਤੇ ਉਹਦੀਆਂ ਅੱਖੀਆਂ 2 ਜਗਦੀਆਂ ਦੀਵਿਆਂ ਵਰਗੀਆਂ ਸਨ। ਉਸਦੀਆਂ ਬਾਹਾਂ ਅਤੇ ਉਸਦੇ ਪੈਰ ਰੰਗਾਂ ਵਿੱਚ ਲਿਸ਼ਕਦੇ ਪਿੱਤਲ ਜਿਹੇ ਸਨ ਅਤੇ ਉਸਦੀਆਂ ਗੱਲਾਂ ਕਰਨ ਦੀ ਆਵਾਜ਼ ਇਹੋ ਜਿਹੀ ਸੀ ਜਿਵੇਂ ਭੀੜ ਦੀ। ਮੈਂ ਦਾਨੀਏਲ ਨੇ ਨਿਕਲੇ ਇਹ ਦਰਸ਼ਨ ਦਿੱਤਾ, ਕਿਉਂ ਜੋ ਜਿਹੜੇ ਮਨੁੱਖ ਮੇਰੇ ਨਾਲ ਸਨ ਉਹਨਾਂ ਨੇ ਇਸ ਦਰਸ਼ਨ ਨੂੰ ਨਾ ਡਿਠਾ, ਪਰ ਉਹਨਾਂ ਨੂੰ ਅਜਿਹੀ ਕੰਪਨੀ ਛਿੜੀ ਜੋ ਆਪਣੇ ਆਪ ਨੂੰ ਲੁਕਾਉਣ ਲਈ ਨੱਠੇ। ਸੋ ਮੈਂ ਇਕੱਲਾ ਮੁਕਲਾ ਰਹਿ ਗਿਆ ਤੇ ਇਹ ਵੱਡਾ ਦਰਸ਼ਨ ਡਿਠਾ ਅਤੇ ਮੇਰੇ ਵਿੱਚ ਸਾਹ ਸੱਤ ਨਾ ਰਿਹਾ, ਕਿਉਂ ਜੋ ਮੇਰਾ ਰੂਪ ਰੰਗ ਮੇਰੇ ਮੂੰਹ ਦੀ ਪਿੱਤਲ ਨਾਲ ਵੱਟਿਆ ਗਿਆ ਅਤੇ ਮੇਰੇ ਵਿੱਚ ਕੁਝ ਬਲ ਨਾ ਰਿਹਾ। ਪਰ ਮੈਂ ਉਸਦੀ ਆਵਾਜ਼ ਅਤੇ ਗੱਲਾਂ ਸੁਣੀਆਂ ਅਤੇ ਮੈਂ ਉਸਦੀ ਆਵਾਜ਼ ਅਤੇ ਗੱਲਾਂ ਸੁਣਨ ਦੇ ਵੇਲੇ ਭੁੱਖ ਨੀਂਦ ਵਿੱਚ ਮੂੰਹ ਪਰਨੇ ਪੈ ਗਿਆ ਅਤੇ ਮੇਰਾ ਮੂੰਹ ਧਰਤੀ ਵੱਲ ਸੀ ਅਤੇ ਵੇਖੋ ਇੱਕ ਹੱਥ ਨੇ ਮੈਨੂੰ ਹੱਥ ਛੋਇਆ ਅਤੇ ਮੈਨੂੰ ਗੋਡਿਆਂ ਅਰ ਤਲੀਆਂ ਉੱਤੇ ਬਿਠਾਇਆ। ਉਸ ਮੈਨੂੰ ਆਖਿਆ, ਹੇ ਦਾਨੀਏਲ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖਲੋ ਜਾ, ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ। ਅਤੇ ਜਦੋਂ ਉਸ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬਦਾ ਖਲੋ ਗਿਆ। ਤਾਂ ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ ਨਾ ਡਰ, ਕਿਉਂ ਜੋ ਪਹਿਲੇ ਹੀ ਦਿਨ ਤੋਂ ਜਦ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ, ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਹੀ ਮੈਂ ਆਇਆ ਹਾਂ। ਪਰ ਫਾਰਸ ਦੇ ਰਾਜ ਦੇ ਪ੍ਰਧਾਨ ਨੇ
ਇੱਕਿਆ ਦਿਨਾਂ ਤਿੱਕਰ ਅਟਕਾ ਛੱਡਿਆ। ਵੇਖ ਮਿਕਾਇਲ ਜੋ ਪ੍ਰਧਾਨਾਂ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ, ਸੋ ਮੈਂ ਉੱਥੇ ਫਾਰਸ ਦੇ ਰਾਜਾ ਨਾਲ ਰਿਹਾ। ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਬੀਤੇਗਾ ਸੋ ਮੈਂ ਤੈਨੂੰ ਦੱਸਣ ਲਈ ਆਇਆ ਹਾਂ, ਕਿਉਂ ਜੋ ਇਹ ਦਰਸ਼ਨ ਅਜੇ ਢੇਰ ਸਾਰੇ ਦਿਨਾਂ ਦੇ ਲਈ ਹੈ। ਅਤੇ ਜਦ ਉਸਨੇ ਇਹ ਗੱਲ ਮੈਨੂੰ ਆਖਿਆ ਮੈਂ ਆਪਣਾ ਮੂੰਹ ਧਰਤੀ ਵੱਲ ਨਿਵਾਇਆ ਤੇ ਗੂੰਗਾ ਹੋ ਗਿਆ। ਅਤੇ ਵੇਖੋ ਕਿਸ ਨੇ ਜੋ ਮਨੁੱਖ ਦੇ ਪੁੱਤਰਾਂ ਵਾਂਗੂ ਸੀ ਮੇਰੇ ਹੇਠਾਂ ਨੂੰ ਛੋਇਆ। ਤਦ ਮੈਂ ਆਪਣਾ ਮੂੰਹ ਖੋਲਿਆ ਤੇ ਬੋਲਿਆ ਅਤੇ ਜੋ ਮੇਰੇ ਸਾਹਮਣੇ ਖਲੋਤਾ ਸੀ ਉਸ ਨੂੰ ਆਖਿਆ, ਹੇ ਮੇਰੇ ਸੁਆਮੀ, ਉਹ ਉਸ ਦਰਸ਼ਨ ਦੇ ਕਾਰਨ ਮੇਰਾ ਸੋਗਾ ਨੇ ਮੇਰੇ ਉੱਤੇ ਹੱਲਾ ਕੀਤਾ ਹੈ ਅਤੇ ਮੇਰੇ ਵਿੱਚ ਰਤਾ ਬੁੱਲ ਨਹੀਂ ਰਿਹਾ। ਅਤੇ ਇਹ ਕਿਕੂਰ ਹੋ ਸਕਦਾ ਹੈ ਜੋ ਮੇਰੇ ਇਹੋ ਜਿਹੇ ਸੁਆਮੀ ਦਾ ਇਹ ਸੇਵਕ ਮੇਰੇ ਅਜਿਹੇ ਸੁਆਮੀ ਨਾਲ ਗੱਲਾਂ ਕਰੇ। ਪਰ ਮੈਂ ਜੋ ਹਾਂ ਸੋ ਝੱਟ ਮੇਰੇ ਵਿੱਚ ਨਾ ਸ਼ਕਤੀ ਰਹੀ ਨਾ ਮੇਰੇ ਵਿੱਚ ਸਾਹ ਰਿਹਾ। ਤਦ ਇੱਕ ਜਨ ਨੇ ਜੇ ਦਾ ਰੂਪ ਮਨੁੱਖ ਵਰਗਾ ਸੀ ਮੁੜ ਮੈਨੂੰ ਛੋਇਆ ਅਤੇ ਉਹਨੇ ਮੈਨੂੰ ਜ਼ੋਰ ਦਿੱਤਾ ਅਤੇ ਉਹ ਬੋਲਿਆ, ਹੈ ਅਤ ਪਿਆਰੇ ਮਨੁੱਖ, ਨਾ ਡਰ, ਤੈਨੂੰ ਸੁਖ ਸਾਂਦ ਹੋਵੇ। ਜ਼ੋਰ ਫੜ ਹਾਂ ਬਲਵਾਨ ਹੋ। ਅਤੇ ਜਦੋਂ ਉਸਨੇ ਮੈਨੂੰ ਇਹ ਆਖਿਆ ਮੈਂ ਜੋ ਜ਼ੋਰ ਪਾਇਆ ਅਰ ਬੋਲਿਆ, ਹੈ ਮੇਰੇ ਸੁਆਮੀ, ਹੁਣ ਦੱਸ ਕਿਉਂ ਜੋ ਤੈਂ ਹੀ ਮੈਨੂੰ ਜ਼ੋਰ ਦਿੱਤਾ ਹੈ। ਤਦ ਉਹ ਬੋਲਿਆ, ਕੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਕੋਲ ਲਈ ਆਇਆ? ਕੋਲ ਕਿਸ ਲਈ ਆਇਆ ਹਾਂ? ਮੈਂ ਹੁਣ ਫਾਰਸ ਦੇ ਪ੍ਰਧਾਨ ਨਾਲ ਲੜਨ ਨੂੰ ਫੇਰ ਜਾਵਾਂਗਾ ਤੇ ਜਦੋਂ ਮੈਂ ਚਲਿਆ ਜਾਵਾਂਗਾ ਤਾਂ ਵੇਖ ਯੂਨਾਨ ਦਾ ਪ੍ਰਧਾਨ ਆਵੇਗਾ। ਪਰ ਮੈਂ ਤੁਹਾਨੂੰ ਦੱਸਾਂਗਾ ਜੋ ਕੁਝ ਸੱਚਾਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਕੋਈ ਨਹੀਂ ਹੈ ਜੋ ਇਹਨਾਂ ਗੱਲਾਂ ਵਿੱਚ ਮੇਰੀ ਸਹਾਇਤਾ ਕਰਨ ਲਈ ਲੱਕ ਬੰਨੇਗਾ। ਇੱਕ ਮੀਕਾ ਇਸ ਏਲਵਾਂਜੋ ਜੋ ਤੁਹਾਡਾ ਪ੍ਰਧਾਨ ਹੈ। ਆਮੀਨ। ਦਾਨੀਏਲ ਦੀ ਪੋਥੀ ਅਧਿਆਇ 11। ਦਾਰਾ ਮਾਦੀ ਦੇ ਰਾਜ ਦੇ ਪਹਿਲੇ ਬਰੇ ਵਿੱਚ ਮੈਂ ਹੀ ਸਾਂ ਜੋ ਖਲੋਤਾ ਸਾਂ, ਇਸ ਕਰਕੇ ਜੋ ਉਹਨੂੰ ਪੱਕਾ ਕਰਾਂ ਅਤੇ ਜ਼ੋਰ ਦੇਵਾਂ। ਅਤੇ ਹੁਣ ਮੈਂ ਤੈਨੂੰ ਸੱਚੀ ਗੱਲ ਦੱਸਾਂਗਾ, ਵੇਖ ਫਾਰਸ ਵਿੱਚ ਤੇਰੇ ਰਾਜੇ ਹੋਰ ਵੀ ਉੱਠਣਗੇ ਅਤੇ ਚੌਥਾ ਸਭਨਾਂ ਨਾਲੋਂ ਵਧੇਰੇ ਧਨੀ ਹੋਵੇਗਾ। ਅਤੇ ਜਦ ਉਹ ਆਪਣੇ ਧਨ ਕਰਕੇ ਜ਼ੋਰਾਵਰ ਹੋਵੇਗਾ ਤਾਂ ਉਹ ਸਭਨਾਂ ਨੂੰ ਚੁੱਕੇਗਾ। ਭਈ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ ਪਰ ਇੱਕ ਵੱਡਾ ਢਾਡਾ ਰਾਜਾ ਉੱਠੇਗਾ ਅਤੇ ਵੱਡੀ ਸਮਰੱਥਾ ਨਾਲ ਰਾਜ ਕਰੇਗਾ ਅਤੇ ਜੋ ਚਾਹੇਗਾ ਉਹ ਸੋਈ ਕਰੇਗਾ। ਅਤੇ ਜਦੋਂ ਉਹ ਉੱਠੇਗਾ ਤਦ ਉਹਦਾ ਰਾਜ ਟੁੱਟ ਪਾਏਗਾ ਅਤੇ ਕਾਰਟੀਆਂ ਚੁੰਬਾ ਪੁੰਨਾ ਵੱਲ ਵੰਡੀਆਂ ਜਾਏਗਾ, ਪਰ ਉਸ ਦੇ ਵੰਸ਼ੀਆਂ ਕੋਲ ਨਾ ਜਾਏਗਾ ਅਤੇ ਉਸ ਦੀ ਸਮਰੱਥਾ ਦੇ ਸਮਾਨ ਜੀ ਦੇ ਨਾਲ ਉਹਦਾ ਰਾਜ ਕਰਦਾ ਸੀ ਵੀ ਨਾ ਹੋਵੇਗਾ, ਕਿਉਂ ਜੋ ਉਹਦਾ ਰਾਜ ਮੁੱਢੋਂ ਪੁੱਟਿਆ ਜਾਏਗਾ। ਜੋ ਉਸ ਦੀ ਵੱਖਰੇ ਹਨ ਉਹ ਉਹਨਾਂ ਲਈ ਹੋਵੇਗਾ ਅਤੇ ਦੱਖਣ ਦਾ ਰਾਜਾ ਜ਼ੋਰ ਪਾਏਗਾ ਅਤੇ ਉਹ ਦੇ ਨਾਲੋਂ ਉਹਦੇ ਸਰਦਾਰਾਂ ਵਿੱਚੋਂ ਇੱਕ ਵਧੇਰੇ ਜ਼ੋਰਾਵਰ ਅਤੇ ਸਮਰੱਥਾ ਪਾਏਗਾ। ਉਸ ਦਾ ਰਾਜ ਇੱਕ ਵੱਡਾ ਰਾਜ ਹੋਵੇਗਾ ਅਤੇ ਵਰਿਆਂ ਦੇ ਪਿੱਛੋਂ ਓੜਕ ਨੂੰ ਆਪਸ ਵਿੱਚ ਮੇਲ ਕਰਨਗੇ, ਕਿਉਂ ਜੋ ਦੱਖਣ ਦੇ ਰਾਜਾ ਦੀ ਧੀ ਉੱਤਰ ਦੇ ਰਾਜੇ ਕੋਲ ਆਵੇਗੀ ਤਾਂ ਜੋ ਏਕਤਾ ਕਰੇ, ਪਰ ਉਹ ਆਪਣੀਆਂ ਬਾਹਾਂ ਦੇ ਜ਼ੋਰ ਨੂੰ ਨਾ ਰੱਖੇਗੀ ਅਤੇ ਉਹ ਵੀ ਨਾ ਖਲੋਵੇਗਾ ਅਤੇ ਨਾ ਹੀ ਉਹਦੀ ਬਾਂਹ, ਸਗੋਂ ਜੋ ਉਹਨੂੰ ਲਿਆਏ ਸਨ ਉਹਨਾਂ ਸਨੇ ਅਤੇ ਉਹ ਦੇ ਪਿਓ ਸਨੇ ਅਤੇ ਜਿਸ ਨੇ ਉਹਨਾਂ ਦਿਨਾਂ ਵਿੱਚ ਉਹ ਨੂੰ ਜੋੜ ਦਿੱਤਾ ਸੀ ਉਸ ਦੇ ਸਨੇ ਛੱਡ ਦਿੱਤੀ ਜਾਏਗੀ। ਪਰ ਉਹਦੀਆਂ ਜੜ੍ਹਾਂ ਵਿੱਚੋਂ ਦੀ ਟਹਿਣੀ ਤੋਂ ਇੱਕ ਉਹਦੇ ਥਾਂ ਉੱਠੇਗਾ। ਉਹ ਇੱਕ ਫੌਜ ਨਾਲ ਆਵੇਗਾ ਅਤੇ ਉੱਤਰ ਦੇ ਰਾਜੇ ਦੇ ਗੜ ਵਿੱਚ ਵੜੇਗਾ ਅਤੇ ਹਲਾ ਕਰਕੇ ਉਹਨਾਂ ਨੂੰ ਹਰਾਵੇਗਾ ਅਤੇ ਉਹ ਉਹਨਾਂ ਦੇ ਦੇਵਤਿਆਂ ਨੂੰ ਉਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਸਨੇ ਅਤੇ ਉਹਨਾਂ ਦੇ ਸੋਨੇ ਚਾਂਦੀ ਦੇ ਚੰਗੇ ਭਾਂਡਿਆਂ ਸਨੇ ਕੈਦ ਕਰਕੇ ਮਿਸਰ ਨੂੰ ਲੈ ਜਾਵੇਗਾ ਅਤੇ ਕਈਆਂ ਵਰ੍ਹਿਆਂ ਤੀਕਰ ਉਹ ਉੱਤਰ ਦੇ ਰਾਜੇ ਨੂੰ ਛੇੜਨ ਤੋਂ ਰਹੇਗਾ। ਫਿਰ ਉਹ ਦੱਖਣ ਦੇ ਪਾਤਸ਼ਾਹ ਦੇ ਰਾਜ ਵਿੱਚ ਵੜੇਗਾ, ਪਰ ਆਪਣੇ ਦੇਸ਼ ਵਿੱਚ ਮੁੜ ਆਵੇਗਾ ਅਤੇ ਉਹਦੇ ਪੁੱਤਰ ਯੁੱਧ ਕਰਨਗੇ ਅਤੇ ਇੱਕ ਵੱਡੀ ਭੀੜ ਵਾਲੀ ਫੌਜ ਇਕੱਠੀ ਕਰਨਗੇ ਜਿਹੜੀ ਵਗੀ ਆਏਗੀ ਤੇ ਫੈਲੇਗੀ ਅਤੇ ਲੰਘੇਗੀ ਅਤੇ ਉਹ ਮੁੜਨਗੇ ਅਤੇ ਇਹ ਕੋਟ ਤੋੜੀ ਲੜਨਗੇ ਅਤੇ ਦੱਖਣ ਦੇ ਰਾਜੇ ਦਾ ਕ੍ਰੋਧ ਜਾਗੇਗਾ ਅਤੇ ਉਹ
ਨਿਕਲ ਕੇ ਉਸ ਦੇ ਨਾਲ ਉੱਤਰ ਦੇ ਰਾਜਾ ਨਾਲ ਲੜਾਈ ਕਰੇਗੀ ਅਤੇ ਵੱਡਾ ਦਲ ਲੈ ਕੇ ਆਵੇਗਾ ਅਤੇ ਉਹ ਵੱਡਾ ਦਲ ਉਸ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਭੀੜ ਚੁੱਕੀ ਜਾਏਗੀ ਅਤੇ ਉਹਦੇ ਦਿਲ ਵਿੱਚ ਹੰਕਾਰ ਹੋਵੇਗਾ ਅਤੇ ਉਹ 10,000 ਨੂੰ ਡੇਗੇਗਾ, ਪਰ ਉਹ ਜਿੱਤੇਗਾ ਨਾ ਅਤੇ ਉੱਤਰ ਦਾ ਰਾਜਾ ਮੁੜੇਗਾ ਅਤੇ ਇੱਕ ਦਲ ਨੂੰ ਜੋ ਪਹਿਲੇ ਨਾਲੋਂ ਢਾਡਾ ਹੋਵੇਗਾ ਇਕੱਠਿਆ ਕਰੇਗਾ ਅਤੇ ਕਈਆਂ ਵਰ੍ਹਿਆਂ ਪਿੱਛੋਂ ਉਹ ਆਪਣੀ ਵੱਡੀ ਫੌਜ ਅਤੇ ਢੇਰ ਸਾਰੇ ਮਾਲ ਸਣੇ ਆਵੇਗਾ। 19 ਦਿਨੀ ਬਥੇਰੇ ਦੱਖਣ ਦੇ ਰਾਜੇ ਦੇ ਵਿਰੁੱਧ ਰੁੱਖ ਖਲੋਣਗੇ ਅਤੇ ਏਰੀਆਂ ਲੋਕਾਂ ਦੇ ਧੜ ਵੀ ਉੱਠਣਗੇ ਜੋ ਉਸ ਦਰਸ਼ਨ ਨੂੰ ਪੂਰਾ ਕਰਨ, ਪਰ ਉਹ ਡਿੱਗ ਪੈਣਗੇ ਕਿਉਂ ਜੋ ਉੱਤਰ ਦਾ ਰਾਜਾ ਆਵੇਗਾ ਅਤੇ ਦਮਾ ਬਣਾਵੇਗਾ ਅਤੇ ਪੱਕੇ ਸ਼ਹਿਰਾਂ ਨੂੰ ਲੈ ਲਵੇਗਾ ਅਤੇ ਦੱਖਣ ਦੀਆਂ ਬਾਹਾਂ ਨਾ ਅੜਨਗੀਆਂ ਤੇ ਨਾ ਹੀ ਉਹਦੇ ਚੁਣੇ ਹੋਏ ਲੋਕਾਂ ਵਿੱਚ ਅੜਨ ਦਾ ਜ਼ੋਰ ਹੋਵੇਗਾ ਅਤੇ ਉਹ ਜੋ ਉਸ ਦੇ ਉੱਤੇ ਚੜ ਕੇ ਆਵੇਗਾ ਸੋ ਆਪਣੀ ਇੱਛਿਆਂ ਦੇ ਅਨੁਸਾਰ ਕੰਮ ਕਰੇਗਾ ਅਤੇ ਉਹਦਾ ਸਾਹਮਣਾ ਕੋਈ ਨਾ ਕਰ ਸਕੇਗਾ। ਪ੍ਰਤਾਪਵਾਨ ਦੇਸ਼ ਵਿੱਚ ਖਲੋਵੇਗਾ ਅਤੇ ਉਹਦੇ ਹੱਥ ਵਿੱਚ ਨਾਸ ਹੋਵੇਗਾ ਅਤੇ ਉਹ ਆਪਣੇ ਸਾਰੇ ਰਾਜ ਦੇ ਜ਼ੋਰ ਨਾਲ ਉਹਨੂੰ ਆਪਣਾ ਮੁਹਾਨਾ ਮੋੜੇਗਾ ਅਤੇ ਉਹਦੇ ਨਾਲ ਸਹੀ ਸ਼ਰਤਾਂ ਹੋਣਗੀਆਂ ਉਹਨਾਂ ਨੂੰ ਪੂਰਾ ਕਰੇਗਾ ਅਤੇ ਉਹ ਉਸ ਨੂੰ ਤੀਵੀਆਂ ਦੀ ਦੇਵੇਗਾ। ਭਾਈ ਉਹ ਉਸ ਨੂੰ ਵਿਗਾੜੇਗਾ ਪਰ ਉਹ ਨਾ ਤਾਂ ਖਲੋਵੇਗੀ ਨਾ ਉਹ ਉਸ ਦੇ ਲਈ ਹੋਵੇਗੀ। ਉਹਦੇ ਪਿੱਛੋਂ ਉਹ ਆਪਣੇ ਮੂੰਹ ਟਾਪੂਆਂ ਵੱਲ ਕਰੇਗਾ ਅਤੇ ਬਹੁਤਿਆਂ ਨੂੰ ਲੈ ਲਵੇਗਾ, ਪਰ ਇੱਕ ਪ੍ਰਧਾਨ ਲਾਂਬੇ ਨੂੰ ਜੋ ਉਸਨੇ ਉਹਦੀ ਵੱਲੋਂ ਲਿਆ ਸੀ ਹਟਾ ਦੇਵੇਗਾ, ਸਗੋਂ ਉਸ ਗੁਲਾਮੇ ਨੂੰ ਉਸੇ ਉੱਤੇ ਫੇਰ ਦੇਵੇਗਾ। ਤਦੋਂ ਆਪਣੇ ਦੇਸ਼ ਦੇ ਕੋਟਾਂ ਵੱਲ ਮੂੰਹ ਮੋੜੇਗਾ ਪਰ ਉਹ ਟੱਕਰ ਖਾਏਗਾ ਅਤੇ ਡਿੱਗ ਪਏਗਾ, ਫਿਰ ਉਹ ਲੱਭਿਆ ਨਾ ਜਾਏਗਾ। ਉਹਦੇ ਥਾਂ ਉੱਤੇ ਇੱਕ ਹੋਰ ਉੱਠੇਗਾ ਜੋ ਉਸ ਸੋਹਣੇ ਰਾਜ ਦੇ ਵਿਚਕਾਰ ਚੁੰਗੀ ਨੂੰ ਭੇਜੇਗਾ, ਪਰ ਉਹ ਥੋੜੀਆਂ ਦਿਨਾਂ ਵਿੱਚ ਹੀ ਨਸ਼ਟ ਹੋ ਜਾਏਗਾ, ਨਾ ਕ੍ਰੋਧ ਨਾਲ ਹੀ ਲੜਾਈ ਨਾਲ। ਫਿਰ ਉਹਦੇ ਥਾਂ ਇੱਕ ਪੰਖੜੀ ਉੱਠੇਗਾ ਜਿਸ ਨੂੰ ਉਹ ਪਾਤਸ਼ਾਹ ਦੀ ਪਤ ਨਾ ਦੇਣਗੇ, ਪਰ ਉਹ ਬਚਾਓ ਦੇ ਵੇਲੇ ਆਵੇਗਾ ਤੇ ਲੱਲੋ ਪਤੋ ਕਰਕੇ ਰਾਜ ਲੈ ਲਵੇਗਾ ਤੇ ਦਬਾਉਣ ਵਾਲੀ ਫੌਜ ਉਸ ਦੇ ਅੱਗੋਂ ਦਬਾਈ ਜਾਏਗੀ ਅਤੇ ਤੋੜੀ ਜਾਏਗੀ। ਨੇਮ ਦਾ ਸਜਾਦਾ ਵੀ ਨਾਲੇ ਹੀ ਅਤੇ ਜਦੋਂ ਉਸ ਦੇ ਨਾਲ ਤਕਰਾਰ ਕੀਤਾ ਜਾਏਗਾ ਤਾਂ ਉਹ ਅੱਗੋਂ ਉੱਚਰ ਡਾਹੇਗਾ ਕਿਉਂ ਜੋ ਉਹ ਚੜ੍ਹਾਈ ਕਰੇਗਾ ਅਤੇ ਥੋੜੇ ਜਿਹੇ ਲੋਕਾਂ ਦੀ ਸਹਾਇਤਾ ਨਾਲ ਵੱਡਾ ਬਣੇਗਾ ਅਤੇ ਉਹ ਬਚਾਓ ਦੇ ਵੇਲੇ ਜ਼ਿਲ੍ਹੇ ਦੀਆਂ ਚੰਗੀਆਂ ਉਜਲੀਆਂ ਥਾਵਾਂ ਵਿੱਚ ਵੜੇਗਾ ਅਤੇ ਅਜਿਹਾ ਕੁਝ ਕਰੇਗਾ ਜੋ ਉਸ ਦੇ ਪਿਓ ਦਾਦਿਆਂ ਨੇ ਅਤੇ ਉਸ ਦੇ ਦਾਦਿਆਂ ਦੇ ਪੜਦਾਦਿਆਂ ਨੇ ਨਹੀਂ ਕੀਤਾ। ਉਹ ਲੁੱਟ-ਪੁੱਟ ਦੇ ਮਾਲ ਨੂੰ ਉਹਨਾਂ ਵਿੱਚ ਵੰਡੇਗਾ ਅਤੇ ਕੁਝ ਚਿਰ ਤੀਕਰ ਪੱਕੀਆਂ ਕੋਟਾਂ ਦੇ ਵਿਰੁੱਧ ਆਪਣੀਆਂ ਚਤਰਾਈਆਂ ਵਰਤੇਗਾ ਅਤੇ ਉਹ ਆਪਣੇ ਜ਼ੋਰ ਨੂੰ ਅਤੇ ਆਪਣੇ ਹੌਸਲੇ ਨੂੰ ਅਜਿਹਾ ਚੁੱਕੇਗਾ ਜੋ ਵੱਡੀ ਫੌਜ ਲੈ ਕੇ ਦੱਖਣ ਦੇ ਰਾਜੇ ਪਰ ਉੱਤੇ ਚੜੇ। ਦੱਖਣ ਦਾ ਰਾਜਾ ਵੀ ਇੱਕ ਵੱਡੀ ਅਤੇ ਜ਼ੋਰਾਵਰ ਫੌਜ ਨਾਲ ਯੁੱਧ ਵਿੱਚ ਲੜੇਗਾ, ਪਰ ਉਹ ਨਾ ਠਹਿਰਾਏਗਾ ਕਿਉਂ ਜੋ ਉਹ ਉਸ ਦੇ ਵਿਰੁੱਧ ਪਾਉ ਕਰਨਗੇ। ਉਹ ਜਿਹੜੇ ਉਸ ਦੀ ਸਵਾਦਲੀ ਰੋਟੀ ਵਿੱਚੋਂ ਰਸਤਾ ਖਾਂਦੇ ਹਨ ਉਹ ਉਸ ਨੂੰ ਨਾਸ ਕਰ ਸੁੱਟਣਗੇ ਅਤੇ ਉਸ ਦੀ ਫੌਜ ਅਫਰੇਗੀ ਢੇਰ ਸਾਰੇ ਮਾਰ ਜਾਣਗੇ ਅਤੇ ਇਹਨਾਂ ਦੋਹਾਂ ਰਾਜਿਆਂ ਦੇ ਦਿਲ ਖੋਟਿਆਂ ਕੰਮਾਂ ਵੱਲ ਹੋਣਗੇ ਅਤੇ ਉਹ ਇੱਕੋ ਪੰਗਤ ਵਿੱਚ ਬੈਠ ਕੇ ਝੂਠ ਬੋਲਣਗੇ, ਪਰ ਨਾ ਕਿਉਂ ਜੋ ਅੰਤ ਠਹਿਰਾਏ ਹੋਏ ਵੇਲੇ ਸਿਰ ਹੋਵੇਗਾ। ਤਦ ਉਹ ਵੱਡੇ ਧਨ ਨਾਲ ਆਪਣੇ ਦੇਸ਼ ਵਿੱਚ ਮੁੜ ਜਾਏਗਾ ਤੇ ਉਸ ਦਾ ਮਨ ਪਵਿੱਤਰ ਨੇਮ ਦਾ ਸਾਹਮਣਾ ਕਰੇਗਾ ਅਤੇ ਉਹ ਆਪਣਾ ਕੰਮ ਕਰਕੇ ਆਪਣੇ ਦੇਸ਼ ਵਿੱਚ ਮੁੜੇਗਾ ਅਤੇ ਠਹਿਰਾਏ ਹੋਏ ਵੇਲੇ ਸਿਰ ਉਹ ਮੁੜੇਗਾ ਅਤੇ ਦੱਖਣ ਵੱਲ ਆਵੇਗਾ, ਪਰ ਉਸ ਵੇਲੇ ਅਜਿਹਾ ਹਾਲ ਨਾ ਹੋਵੇ ਜਿਹਾ ਪਹਿਲਾਂ ਸੀ ਕਿਉਂ ਜੋ ਕਿਸ਼ਤੀਆਂ ਦੇ ਜਹਾਜ਼ ਉਸ ਦਾ ਸਾਹਮਣਾ ਕਰਨਗੇ। ਸੋ ਉਹ ਉਦਾਸ ਹੋਵੇਗਾ ਅਤੇ ਮੁੜੇਗਾ ਅਰ ਪਵਿੱਤਰ ਨੇਮ ਉੱਤੇ ਉਸ ਦਾ ਕ੍ਰੋਧ ਜਾਗੇਗਾ ਅਤੇ ਉਸੇ ਦੇ ਅਨੁਸਾਰ ਉਹ ਕੰਮ ਕਰੇਗਾ। ਸਗੋਂ ਉਹ ਮੁੜੇਗਾ ਅਤੇ ਜਿਨ੍ਹਾਂ ਲੋਕਾਂ ਨੇ ਪਵਿੱਤਰ ਨੇਮ ਛੱਡ ਦਿੱਤਾ ਹੈ ਉਹਨਾਂ ਲੋਕਾਂ ਨਾਲ ਮੇਲ ਕਰੇਗਾ ਅਤੇ ਜਿੱਥੇ ਉਸ ਦੀ ਵੱਲੋਂ ਉੱਠਣਗੇ ਅਤੇ ਉਹ ਪਵਿੱਤਰ ਥਾਂ ਅਰਥਾਤ ਕੋਟ ਨੂੰ ਭ੍ਰਿਸ਼ਟ ਕਰਨਗੇ ਅਤੇ ਉਹ ਸਦਾ ਦੀ ਹੋਮ ਦੀ ਬਲੀ ਨੂੰ
ਨੂੰ ਹਟਾਉਣਗੇ ਅਤੇ ਵਿਗਾੜਨ ਵਾਲੀ ਘਿਨਾਉਣੀਆਂ ਵਸਤ ਨੂੰ ਉਸਦੇ ਵਿੱਚ ਰੱਖ ਦੇਣਗੇ ਅਤੇ ਜਿਹੜੇ ਨੇਮ ਦੇ ਨਾਲ ਭੇੜੀ ਕਰਤੂਤ ਕਰਦੇ ਹਨ ਉਹਨਾਂ ਨੂੰ ਉਹ ਪੱਤ ਕਰਕੇ ਵਿਗਾੜੇਗਾ। ਪਰ ਜਿਹੜੇ ਲੋਕ ਆਪਣੇ ਪਰਮੇਸ਼ਰ ਨੂੰ ਸਿਆਣਦੇ ਹਨ ਉਹ ਬਲਵਾਨ ਹੋਣਗੇ ਅਤੇ ਕੰਮ ਕਰਨਗੇ ਅਤੇ ਇਹ ਜੋ ਲੋਕਾਂ ਦੇ ਵਿਚਕਾਰ ਬੁੱਧਵਾਨ ਹਨ ਕਈਆਂ ਨੂੰ ਸਿਖਾਉਣਗੇ। ਪਰ ਉਹ ਤਲਵਾਰ ਨਾਲ ਅਤੇ ਅੱਗ ਨਾਲ ਕੈਦ ਹੋਣ ਕਰਕੇ ਅਤੇ ਲੁੱਟੇ ਜਾਣ ਕਰਕੇ ਢੇਰ ਦਿਨਾਂ ਤੀਕਰ ਤਬਾਹ ਰਹਿਣਗੇ ਅਤੇ ਜਦ ਉਹ ਤਬਾਹ ਹੋਣਗੇ ਤਦ ਉਹਨਾਂ ਦੀ ਥੋੜੀ ਜਿਹੀ ਸਹਾਇਤਾ ਹੋਵੇਗੀ। ਪਰ ਬਹੁਤ ਸਾਰੇ ਲੱਲੋ ਪੱਤੋ ਕਰਕੇ ਉਹਨਾਂ ਨਾਲ ਰਲ ਜਾਣਗੇ ਅਤੇ ਕੋਈ ਬੁੱਧਵਾਨ ਵੀ ਡਿੱਗ ਪੈਣਗੇ। ਇਸ ਕਰਕੇ ਜੋ ਉਹ ਵਰਤਾਏ ਜਾਣ ਅਤੇ ਉਹ ਸਫਾ ਅਰ ਚਿੱਟੇ ਹੋ ਜਾਣ ਇੱਥੋਂ ਤੀਕਰ ਜੋ ਔੜਕ ਦਾ ਸਮਾਂ ਆਵੇ, ਕਿਉਂ ਜੋ ਇਹ ਵੇਲੇ ਸਿੰਘ ਉੱਤੇ ਠਹਿਰਾਈ ਹੋਈ ਹੈ ਅਤੇ ਰਾਜਾ ਆਪਣੀ ਇੱਛਾ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਔਰ ਆਪਣੇ ਆਪ ਨੂੰ ਸਾਰਿਆਂ ਦੇਵਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ਵਰਾਂ ਦੇ ਪਰਮੇਸ਼ਰ ਦੇ ਵਿਰੁੱਧ ਢੇਰ ਸਾਰੀਆਂ ਚਰਚ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ ਇੱਥੋਂ ਤੋੜੀ ਜੋ ਕ੍ਰੋਧ ਦੇ ਦਿਨ ਪੂਰੇ ਹੋਣ, ਕਿਉਂਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ ਅਤੇ ਉਹ ਆਪਣੇ ਪਿਓ ਦਾਦਿਆਂ ਦੇ ਦੇਵਤਾ ਦੇ ਵੱਲ ਕੁਝ ਲੋੜ ਨਾ ਰੱਖੇਗਾ ਅਤੇ ਨਾ ਹੀ ਤੀਵੀਆਂ ਦੀ ਨਾ ਹੀ ਕਿਸੇ ਦੇਵਤਿਆਂ ਨੂੰ ਮੰਨੇਗਾ, ਸਗੋਂ ਆਪ ਨੂੰ ਸਭਨਾਂ ਨਾਲੋਂ ਵੱਡਾ ਜਾਣੇਗਾ। ਪਰ ਉਸ ਦੇ ਥਾਂ ਤੇ ਕੋਟਾਂ ਦੇ ਦੇਵਤਿਆਂ ਦਾ ਆਦਰ ਕਰੇਗਾ ਅਤੇ ਉਸ ਦੇਵਤਿਆਂ ਦਾ ਜਿਹਨੂੰ ਉਸ ਦੇ ਪਿਓ ਦਾਦੇ ਨਹੀਂ ਜਾਣਦੇ ਸਨ ਸੋਨੇ ਚਾਂਦੀ ਬਹੁ ਮੁੱਲੇ ਪੱਥਰ ਅਰ ਸਵਾਦ ਵਾਲੀਆਂ ਵਸਤਾਂ ਨਾਲ ਆਦਰ ਕਰੇਗਾ ਅਤੇ ਉਹ ਸਾਰੀਆਂ ਨਾਲੋਂ ਪੱਕੀਆਂ ਕੋਟਾਂ ਦੇ ਵਿਰੁੱਧ ਪਰਾਏ ਦੇਵਤਿਆਂ ਦੀ ਸਹਾਇਤਾ ਨਾਲ ਕੰਮ ਕਰੇਗਾ। ਉਸ ਦੇ ਮੰਨਣ ਵਾਲਿਆਂ ਨੂੰ ਉਹ ਵੱਡਾ ਆਦਰ ਕਰੇਗਾ ਅਤੇ ਉਹਨਾਂ ਨੂੰ ਕਈਆਂ ਦਾ ਸਰਦਾਰ ਬਣਾਵੇਗਾ ਅਤੇ ਮੁੱਲ ਲਈ ਧਰਤੀ ਨੂੰ ਵੱਢੇਗਾ ਅਤੇ ਔੜਕ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਸ ਨੂੰ ਧੱਕ ਦੇਵੇਗਾ ਅਤੇ ਉੱਤਰ ਦਾ ਰਾਜਾ ਰੱਥ ਅਤੇ ਘੋੜ ਚੜੇ ਅਰ ਬਹੁਤੇ ਜਹਾਜ਼ ਲੈ ਕੇ ਬਾਬਰੋਲੇ ਵਾਂਝੂ ਉਸ ਦੇ ਉੱਤੇ ਚੜਾਈ ਕਰੇਗਾ ਅਤੇ ਉਹਨਾਂ ਦੇਸ਼ਾਂ ਵਿੱਚ ਵੜੇਗਾ ਅਤੇ ਆਫਰੇਗਾ ਅਤੇ ਲੰਘੇਗਾ ਅਤੇ ਪ੍ਰਤਾਪਵਾਨ ਦੇਸ਼ ਵਿੱਚ ਵੀ ਵੜੇਗਾ ਅਤੇ ਬਹੁਤ ਢਾਏ ਜਾਣਗੇ। ਪਰ ਅਦੋਮ ਅਤੇ ਮੁਆਬ ਅਨਮੋਨੀਆ ਦਾ ਵੱਡਾ ਹਿੱਸਾ ਵੀ ਉਸ ਦੇ ਹੱਥੋਂ ਬਚਾਏ ਜਾਣਗੇ। ਉਹ ਆਪਣੇ ਹੱਥ ਦੇਸ਼ਾਂ ਉੱਤੇ ਚਲਾਵੇਗਾ ਅਤੇ ਮਿਸਰ ਦੇਸ਼ ਵੀ ਛੁਟਕਾਰਾ ਨਾ ਪਾਏਗਾ। ਪਰ ਉਹ ਸੋਨੇ ਚਾਂਦੀ ਦੇ ਖਜ਼ਾਨਿਆਂ ਅਤੇ ਮਿਸਰ ਦੇਸ਼ ਦੀਆਂ ਸਾਰੀਆਂ ਪਦਾਰਥਾਂ ਉੱਤੇ ਜ਼ੋਰ ਰੱਖੇਗਾ ਅਤੇ ਲੂਬੀ ਅਰ ਖੁਸ਼ੀ ਉਸ ਦੇ ਮਗਰ ਲੰਘਣਗੇ। ਪਰ ਚੜ੍ਹਦੇ ਅਤੇ ਉੱਤਰ ਵੱਲ ਦੀਆਂ ਖਬਰਾਂ ਨੂੰ ਘਬਰਾਉਣਗੀਆਂ। ਇਸ ਲਈ ਉਹ ਵੱਡੇ ਕ੍ਰੋਧ ਨਾਲ ਨਿਕਲੇਗਾ ਜੋ ਬਹੁਤਿਆਂ ਦਾ ਨਾਸ਼ ਕਰੇਗਾ ਅਤੇ ਉਹਨਾਂ ਨੂੰ ਮੂਲੋਂ ਮਿਟਾ ਸੁੱਟੇ ਅਤੇ ਉਹ ਆਪਣੇ ਸ਼ਾਹੀ ਢੇਰੇ ਸਮੁੰਦਰ ਦੇ ਪ੍ਰਤਾਪਵਾਨ ਪਵਿੱਤਰ ਪਹਾੜ ਦੇ ਵਿਚਕਾਰ ਲਾਵੇਗਾ। ਪਰ ਉਹ ਆਪਣੇ ਅੰਤ ਨੂੰ ਪੂਜ ਹੋਵੇਗਾ ਅਤੇ ਉਸ ਦਾ ਸਹਾਇਕ ਕੋਈ ਨਾ ਹੋਵੇਗਾ। ਆਮੀਨ। ਦਾਨੀਏਲ ਦੀ ਪੋਥੀ ਅਧਿਆਇ 12। ਉਸ ਵੇਲੇ ਮਿਕਾਇਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉੱਠੇਗਾ ਅਤੇ ਅਜਿਹੀ ਵਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੀ ਨਹੀਂ ਹੋਇਆ ਸੀ। ਅਤੇ ਉਸ ਵੇਲੇ ਤੇਰੀਆਂ ਲੋਕਾਂ ਵਿੱਚ ਹਰ ਕੋਈ ਜੇ ਦਾ ਨਾਉ ਪੋਥੀ ਵਿੱਚ ਲਿਖਿਆ ਹੋਵੇਗਾ ਸੋ ਛੁੱਟੇਗਾ ਤੇ ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ। ਭਾਈ ਕਈ ਸਦੀਪਕ ਜਿਉਣ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ, ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁਗੋ ਜੁਗ ਤੀਕਰ। ਪਰ ਤੂੰ ਹੈ ਦਾਨੀਏਲ ਇਹਨਾਂ ਗੱਲਾਂ ਨੂੰ ਮੁੱਦ ਰੱਖ ਅਤੇ ਪੋਥੀ ਉੱਤੇ ਔੜਕ ਦੇ ਸਮੇਂ ਤੀਕਰ ਮੋਹਰ ਲਾ ਰੱਖ। ਬਥੇਰੇ ਇੱਧਰ ਉੱਧਰ ਭੱਜਣਗੇ ਅਤੇ ਬੀਤੀਆਂ ਬਥੇਰੀਆਂ। ਤਾਂ ਮੈਂ ਦਾਨੀਏਲ ਨੇ ਡਿਠਾ ਅਤੇ ਕੀ ਵੇਖਦਾ ਹਾਂ ਜੋ ਦੋ ਹੋਰ ਖਲੋਤੇ ਸਨ, ਇੱਕ ਦਰਿਆ ਦੇ ਕੰਢੇ ਦੇ ਉਰਲੇ ਪਾਸੇ ਦੂਜਾ ਦਰਿਆ ਦੇ ਕੰਢੇ ਦੇ ਪਰਲੇ ਪਾਸੇ ਅਤੇ ਇੱਕ ਪਾਸੇ ਤੇ ਇੱਕ ਨੇ ਉਸ ਮਨੁੱਖ ਨੂੰ ਜੋ ਸੁਥਰੇ ਲੀੜੇ ਪਹਿਨੀ
ਦਰਿਆ ਦੇ ਖਾਣਿਆਂ ਪੀਣਿਆਂ ਉੱਤੇ ਸੀ। ਪੁੱਛਿਆ, ਭਾਈ ਇਹ ਅਚਰਜ ਗੱਲਾਂ ਕਿੰਨੇ ਚਿਰ ਪਿੱਛੋਂ ਅੰਤ ਤੋੜੀ ਪੁੱਜਣਗੀਆਂ। ਅਤੇ ਮੈਂ ਸੁਣੀਆਂ ਜੋ ਉਸ ਮਨੁੱਖ ਨੇ ਜਿਹੜਾ ਸੁਥਰੇ ਲੀੜੇ ਪਹਿਨੇ ਅਤੇ ਜਿਹੜਾ ਦਰਿਆ ਦੇ ਪਾਣੀਆਂ ਉੱਤੇ ਹੀ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਆਕਾਸ਼ ਵੱਲ ਉੱਚਾ ਕਰਕੇ ਜੋ ਸਦਾ ਜਿਉਂਦਾ ਹੈ ਉਸੀ ਹੋ ਚੁੱਕੀ। ਅਤੇ ਆਖਿਆ ਜੋ ਇੱਕ ਸਮਾਂ ਦੇ ਸਮੇਂ ਅੱਧੇ ਸਮੇਂ ਤੀਕਰ ਰਹਿਣਗੀਆਂ। ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੂਲੇ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ। ਅਤੇ ਮੈਂ ਸੁਣਿਆ ਤਾਂ ਸਹੀ ਪਰ ਸਮਝਿਆ ਨਾ। ਤਦ ਮੈਂ ਆਖਿਆ, ਹੈ ਮੇਰੇ ਸੁਆਮੀ ਇਹਨਾਂ ਗੱਲਾਂ ਦਾ ਓੜ ਕੀ ਹੋਵੇਗਾ? ਉਸਨੇ ਆਖਿਆ, ਹੈ ਦਾਨੀਏਲ ਤੂੰ ਆਪਣੇ ਰਾਹ ਪਰ ਤੁਰਿਆ ਜਾ, ਕਿਉਂ ਜੋ ਇਹ ਗੱਲਾਂ ਓੜਕ ਦੇ ਵੇਲੇ ਤੀਕਰ ਮੁੰਦੀਆਂ ਹੋਈਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ। ਬਥੇਰੇ ਆਪ ਨੂੰ ਕਰਨਗੇ ਅਤੇ ਆਪ ਨੂੰ ਚਿੱਟੇ ਬਣਾਉਣਗੇ ਅਤੇ ਤਾਏ ਜਾਣਗੇ, ਪਰ ਦੁਸ਼ਟ ਬੁਰੀਆਂ ਕਰਦੇ ਰਹਿਣਗੇ ਅਤੇ ਦੁਸ਼ਟਾਂ ਵਿੱਚੋਂ ਕੋਈ ਨਾ ਸਮਝੇਗਾ ਪਰ ਬੁੱਧਵਾਨ ਸਮਝਣਗੇ। ਅਤੇ ਜਿਸ ਵੇਲੇ ਥੀ ਸਦਾ ਦੀ ਹੋਮ ਦੀ ਬਲੀ ਹਟਾਈ ਜਾਵੇਗੀ ਅਤੇ ਉਹ ਉਜਾੜਨ ਵਾਲੀ ਘਿਨਾਉਣੀ ਵਸਤ ਖੜੀ ਕੀਤੀ ਜਾਏਗੀ, 1209 ਦਿਨ ਹੋਣਗੇ। ਧੰਨ ਉਹ ਹੈ ਜੋ ਉਡੀਕਦਾ ਹੈ ਅਤੇ 1335 ਦਿਨਾਂ ਤੋੜੀ ਆਉਂਦਾ ਹੈ। ਪਰ ਤੂੰ ਆਪਣੇ ਰਾਹ ਤੁਰਿਆ ਜਾ ਜਦੋਂ ਤੀਕਰ ਓੜਕ ਦਾ ਵੇਲਾ ਨਾ ਆਵੇ, ਕਿਉਂ ਜੋ ਤੂੰ ਸੁਖ ਪਾਵੇਂਗਾ ਅਤੇ ਆਪਣੇ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ। ਆਮੀਨ।